ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 331 ਅੰਗ ਤੇ 331 ਗੌੜੀ ਰਾਗ ਦੇ ਵਿੱਚ ਕਬੀਰ ਜੀ ਦੀ ਬਾਣੀ ਜਿਹੜੀ ਲੈ ਰਹੇ ਹਾਂ ਆਪਾਂ, ਉਹ 43ਵਾਂ ਸ਼ਬਦ ਲੈ ਰਹੇ ਹਾਂ 43 ਸੀਰੀਅਲ ਵਾਈਜ਼। ਮਹਾਰਾਜ ਮੇਰ ਕਰਨ ਵਿੱਚ ਸੰਗਤ ਹਰ ਪ੍ਰਭ ਵਰਤਦਾ ਬੁੱਝੋ ਸ਼ਬਦ ਵਿਚਾਰ। ਇਹ ਸੰਗਤ ਦੇ ਵਿੱਚ ਮਾਲਕ ਪਰਮਾਤਮਾ ਆਪ ਵਰਤਦਾ ਹੁੰਦਾ ਹੈ, ਔਰ ਸੰਗਤ ਦੇ ਵਿੱਚ, ਇਹ ਸਾਧ ਸੰਗਤ ਦੇ ਵਿੱਚ ਸ਼ਬਦ ਦੀ ਵਿਚਾਰ ਜਿਹੜੀ ਹੈਗੀ ਬੁੱਝੀ ਜਾਂਦੀ ਹੈ। ਭਾਈ ਇਹ ਮੁੰਦਾਵਣੀ ਹੈਗੀ ਆ, ਮੁੰਦਾਵਣੀ ਕਹਿੰਦੇ ਆ ਪਹੇਲੀ। ਇਹ ਮੁੰਦਾਵਣੀ ਸਤਿਗੁਰੂ ਭਾਈ ਗੁਰਸਿੱਖਾਂ ਲੱਦੀ ਭਾਲ, ਜਿਹੜੇ ਗੁਰਸਿੱਖ ਹੈਗੇ, ਜਿਹੜੇ ਗੁਰੂ ਦੇ ਰਸਤੇ ਤੇ ਚੱਲਣਾ ਚਾਹੁੰਦੇ ਆ, ਜਿਨ੍ਹਾਂ ਨੂੰ ਇਹ ਜਿਹੜੀ ਬੁਝਾਰਤ ਜਿਹੜੀ ਹੈਗੀ ਮਾਇਆ ਮਾਲਕ ਪਰਮਾਤਮਾ ਨੇ ਪਾਈ ਹੋਈ ਆ, ਇਹ ਜਿਹੜੀ ਹੈਗੀ ਆ ਭਰਮ ਭੁਲੇਖਾ, ਜਿਹੜੇ ਇਸ ਚੋਂ ਨਿਕਲਣਾ ਚਾਹੁੰਦੇ ਆ, ਤੇ ਉਹ ਫਿਰ ਜਿਹੜਾ ਹੈਗਾ ਗਿਆਨ ਲੈਂਦੇ ਆ, ਔਰ ਗਿਆਨ ਜਿਹੜਾ ਹੈਗਾ ਸੰਗਤ ਦੇ ਵਿੱਚ ਬੁੱਝਿਆ ਜਾਂਦਾ, ਔਰ ਫਿਰ ਉਹ ਪ੍ਰੈਕਟੀਕਲ ਕਰਦੇ ਆ ਗਿਆਨ ਦਾ। ਔਰ ਪ੍ਰੈਕਟੀਕਲ ਕਰਨ ਦੇ ਨਾਲ ਜਿਹੜਾ ਹੈਗਾ ਇੱਕ ਅਵਸਥਾ ਐਸੀ ਆਉਂਦੀ ਆ, ਕਬੀਰ ਜੀ ਜਿਹੜੀ ਦੱਸ ਰਹੇ ਆ, ਬਿਆਨ ਕਰ ਰਹੇ ਆ। ਕਿਉਂਕਿ ਇਸ ਤੋਂ ਪਹਿਲੇ ਸ਼ਬਦ ਦੇ ਵਿੱਚ ਜਿਹੜਾ ਹੈਗਾ ਮਹਾਰਾਜ ਨੇ ਜਿਹੜਾ ਹੈਗਾ ਮਾਲਕ ਦੇ ਪਰਨੇ ਆਪਾਂ ਨੂੰ ਕਿਹਾ ਸੀ ਵੀ ਜੇ ਤੁਸੀਂ ਧਿਆਨ ਸਿਮਰਨ ਕਰਨਾ ਚਾਹੁੰਦੇ ਹੋ ਤੇ ਭਾਈ ਮਾਲਕ ਵੱਡਾ ਹੈਗਾ, ਉਹ ਮਾਲਕ ਵੱਡਾ ਹੈਗਾ, ਮਾਲਕ ਸਾਰਾ ਕੁਝ ਕਰਨ ਦੇ ਸਮਰਥ ਹੈਗਾ, ਤੇ ਉਹਦੇ ਪਰਨੇ ਰਹਾਂਗੇ ਆਪਾਂ, ਤੇ ਮਾਲਕ ਆਪਣੇ ਆਪ ਜਿਹੜਾ ਹੈਗਾ ਉਹ ਆਪਾਂ ਨੂੰ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਸਾਰਾ ਜਿਹੜਾ ਹੈਗਾ ਆਪਾਂ ਨੂੰ ਸਫਲਤਾ ਦੇਗਾ। ਔਰ ਜਿਹੜਾ ਇਨਸਾਨ ਦਿਲੋਂ ਜਿਹੜਾ ਹੈਗਾ ਇਸ ਰਸਤੇ ਤੇ ਜਿਹੜਾ ਹੈਗਾ ਦਿਲੋਂ ਧਿਆਨ ਸਿਮਰਨ ਕਰਦਾ ਹੈ, ਉਹ ਇੱਕ ਨਾ ਇੱਕ ਦਿਨ ਜਿਹੜੀ ਹੈਗੀ ਆਹ ਅਵਸਥਾ ਆ ਜਾਂਦੀ ਹੈ ਜਿਹੜੀ ਕਬੀਰ ਜੀ ਬਿਆਨ ਕਰ ਰਹੇ ਆ। ਰਾਗ ਗੌੜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੌਰੀ ਥੋੜਾ ਲੇਟ ਹੋ ਗਿਆ। ਹਾਂਜੀ ਆਪ ਕੰਟੀਨਿਊ ਕਰੋ। ਹਾਂਜੀ ਜੀ ਹੁਣ ਨਾ ਫਤਿਹ ਬੁਲਾਇਓ, ਹੁਣ ਲੇਟ ਹੋ ਗਿਆ ਕੰਮ। ਹਾਂਜੀ। ਰਾਗ ਗੌੜੀ ਚੇਤੀ ਦੇਖੋ ਭਾਈ ਗਿਆਨ ਕੀ ਆਈ ਆਂਦੀ। ਕਹਿੰਦੇ ਦੇਖੋ ਭਾਈ, ਇਹ ਸਤਸੰਗੀਓ, ਇਹ ਭਰਾਵੋ, ਦੇਖੋ ਗਿਆਨ ਦੀ ਆਂधी ਆ ਗਈ। ਕਹਿੰਦੇ ਹਨੇਰੀ ਆ ਗਈ, ਹਨੇਰੀ, ਜਿਵੇਂ ਹਨੇਰੀ ਆ ਜਾਂਦੀ ਕਿਸੇ ਚੀਜ਼ ਦੀ, ਕਹਿੰਦੇ ਗਿਆਨ ਦੀ ਹਨੇਰੀ ਆ ਗਈ। ਐਸਾ ਗਿਆਨ ਆ ਰਿਹਾ ਆ, ਦੇਖੋ ਗਿਆਨ ਪ੍ਰਗਟ ਹੋ ਰਿਹਾ, ਅੰਦਰੋਂ ਪੈਦਾ ਹੋ ਰਿਹਾ ਗਿਆਨ। ਦੇਖੋ ਭਾਈ ਗਿਆਨ ਕੀ ਆਈ ਆਂधी, ਸਭੇ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ ਰਹਾ। ਕਹਿੰਦੇ ਸਾਰੀ ਦੀ ਸਾਰੀ ਭਰਮ ਦੀ ਜਿਹੜੀ ਹੈਗੀ ਛਪਰੀ ਜਿਹੜੀ ਹੈਗੀ ਹੈ ਸਾਰੀ ਉੱਡ ਗਈ। ਭਰਮ ਦੀ ਜਿਹੜੀ ਟਰੈਪ ਸੀਗੀ, ਜਿਹੜਾ ਧੋਖਾ ਸੀਗਾ, ਜਿਹੜਾ ਛਲ ਸੀਗਾ, ਮਾਇਆ ਦਾ ਪਾਇਆ ਹੋਇਆ ਸੀਗਾ, ਜਿਹੜੇ ਮਾਇਆ ਨੇ ਬੰਨਿਆ ਹੋਇਆ ਸੀਗਾ। ਰਹੇ ਨਾ ਮਾਇਆ ਬਾਂਧੀ, ਕਹਿੰਦੇ ਮਾਇਆ ਦੀ ਜਿਹੜੀ ਪਕੜ, ਮੋਹ ਦੀਆਂ ਤਾਰਾਂ ਬਰੀਕ ਜਿਹੜੀਆਂ ਹੈਗੀਆਂ ਕਿ ਉਹ ਕਹਿੰਦੇ ਖਤਮ ਹੋ ਗਈਆਂ, ਉਹਦੀ ਪਕੜ ਸਾਰੀ ਦੀ ਸਾਰੀ ਖੁੱਲ ਗਈ। ਐਸਾ ਗਿਆਨ ਆ ਗਿਆ ਦੇਖੋ ਅੰਦਰੋਂ। ਦੇਖੋ ਭਾਈ ਗਿਆਨ ਕੀ ਆਈ ਆਂधी, ਸਭੇ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ ਰਹਾਓ। ਹਾਂਜੀ ਗੋਰਖੀ ਸਾਹਿਬ, ਇੱਕ ਲੈਨੇ ਆਪਾਂ। ਹਾਂਜੀ ਠੀਕ ਹੈ ਜੀ। ਤੇ ਇਹ ਫਿਰ ਦੁਬਾਰਾ ਬੋਲੋ ਇਹ ਵਾਕ। ਹਾਂਜੀ ਕਬੀਰ ਜੀ ਕਹਿੰਦੇ ਆ, ਕਹਿੰਦੇ ਜਦ ਇਹ ਅਵਸਥਾ ਆ ਜਾਂਦੀ ਆ, ਜਦ ਧਿਆਨ ਸਿਮਰਨ ਜਿਹੜਾ ਇਨਸਾਨ ਜਿਹੜਾ ਹੈਗਾ ਦਿਲੋਂ ਜਿਹੜਾ ਹੈਗਾ ਇਸ ਰਸਤੇ ਤੇ ਤੁਰਦਾ ਹੈ, ਤੇ ਉਹਦੇ ਅੰਦਰ ਜਿਹੜਾ ਹੈਗਾ ਗਿਆਨ ਪ੍ਰਗਟ ਹੁੰਦਾ ਹੈ, ਆਪਣਾ ਗਿਆਨ ਉਹਦਾ ਪ੍ਰਗਟ ਹੁੰਦਾ ਹੈ, ਆਪਣਾ ਪ੍ਰੈਕਟੀਕਲ ਐਕਸਪੀਰੀਅੰਸ ਉਹਦੇ ਅੰਦਰ ਹੜ੍ਹ ਵਾਂਗੂ ਆ ਜਾਂਦਾ। ਜਿਵੇਂ ਹੜ੍ਹ ਆ ਗਿਆ, ਜਿਵੇਂ ਹਨੇਰੀ ਆ ਗਈ ਗਿਆਨ ਦੀ। ਕਹਿੰਦੇ ਐਸਾ ਗਿਆਨ ਅੰਦਰ ਪੈਦਾ ਹੁੰਦਾ ਹੈ, ਤਤ ਗਿਆਨ ਅੰਦਰ ਪੈਦਾ ਹੁੰਦਾ ਹੈ। ਔਰ ਭਰਮ ਜਿਹੜਾ ਹੈਗਾ ਸਾਰਾ ਦਾ ਸਾਰਾ, ਮਾਇਆ ਜਿਹੜੀ ਹੈਗੀ, ਜਿਹੜੇ ਮਾਇਆ ਦੇ ਬੰਧਨ ਹੈਗੇ ਸਾਰੇ ਦੇ ਸਾਰੇ ਟੁੱਟ ਜਾਂਦੇ ਆ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਇਹ ਸਾਧ ਸੰਗਤ ਜੀ, ਇਹ ਬਾਣੀ ਵਿੱਚ ਬਹੁਤ ਸੋਹਣਾ ਸਮਝਾਇਆ ਗਿਆ ਹੈ। ਗਿਆਨ ਦੀ ਆਂधी ਆ ਜਾਂਦੀ ਹੈ, ਹਵਾ ਨਹੀਂ ਕਹਿੰਦੇ ਹਨੇਰੀ। ਹਾਂ
ਕਿੱਡੀ ਜ਼ੋਰ ਦੀ ਹਨੇਰੀ ਕਿਤੇ ਵੇਖੀ ਹੈ ਨਾ ਆਪਾਂ ਆਉਂਦੀ, ਕਿੱਡੀ ਪਾਵਰਫੁਲ ਹੁੰਦੀ ਉਹ, ਸਾਰਾ ਲੈ ਜਾਂਦੀ ਹੈ ਸਮਾਨ ਸਮੂਨ, ਜੋ ਹਵਾ ਦੇ ਵਿੱਚ ਲਿਫਾਫੇ ਲਫੂਫੇ, ਜੋ ਦੁਨੀਆ ਭਰ ਦਾ ਸਮਾਨ ਜੋ ਵੀ ਸੀ ਉਹਨੂੰ ਨਾਲ ਉਡਾ ਕੇ ਲੈ ਲੈਂਦੀ ਆ। ਕਈ ਪੱਤੇ ਹੁੰਦੇ ਨੇ, ਕਈ ਤਰਪਾਈਲਾਂ, ਬੜਾ ਕੁਝ ਉਹ ਸਾਰਾ ਹੀ ਨਾਲ ਹੀ ਉਡਾ ਕੇ ਲੈ ਜਾਂਦੀ ਹੈ, ਕਿਉਂਕਿ ਕਾਫੀ ਪਾਵਰਫੁਲ ਹੈ। ਸੰਸਾਰਿਕ ਹਨੇਰੀ ਦੀ ਗੱਲ ਮੈਂ ਕਰਦਾ, ਉਹ ਕਹਿੰਦੇ ਆਂਧੀ ਆ ਗਈ, ਗਿਆਨ ਦੀ ਆਂਧੀ ਆ ਗਈ। ਇਹਦਾ ਮਤਲਬ ਕੀ ਹੋਇਆ? ਗਿਆਨ ਦੀ ਆਂਧੀ ਆਉਣ ਦਾ ਮਤਲਬ ਸਾਧ ਸੰਗਤ ਜੀ ਆਪ ਇਸ ਗੱਲ ਤੋਂ ਬੜਾ ਕੁਝ ਸਿੱਖ ਸਕਦੇ, ਜੋ ਗੱਲ ਨੂੰ ਸਮਝ ਸਕਦੇ, ਜੋ ਬੜੀ ਗਹਿਰੀ ਗੱਲ ਕਰਦੇ। ਜੋ ਅੱਜ ਜੇ ਕੋਈ ਬੰਦਾ ਨਿੱਜਰ ਸਾਹਿਬ ਹਨੇਰੇ 'ਚ ਬੈਠਾ, ਜੋ ਕਹਿਣ ਤੋਂ ਭਾਵ ਆ ਤੈਨੂੰ ਗਿਆਨ ਹੀ ਨਹੀਂ ਪ੍ਰਾਪਤ ਹੋਇਆ। ਹਾਂ ਬਿਲਕੁਲ ਸਹੀ ਗੱਲ ਹੈ ਉਹ ਬਸ ਝੂਠ ਹੀ ਮਾਰੀ ਜਾਂਦੇ ਆ ਵਾ। ਉਹ ਬਸ ਚੁੰਝ ਗਿਆਨ ਕਰ ਰਿਹਾ, ਚੁੰਝ ਗਿਆਨ, ਉਹ ਚੁੰਝ ਗਿਆਨ, ਉਹ ਤੋਤਾਪੁਰੀ ਆ, ਉਹਨੂੰ ਕੁਛ ਨਹੀਂ ਪਤਾ। ਉਹ ਰਾਮਾਨੰਦ ਸਵਾਮੀ ਪਵਨਹੰਸ ਸੀ ਨਾ, ਰਾਮਕ੍ਰਿਸ਼ਨ ਪਰਮਹੰਸ, ਹਾਂਜੀ ਬਿਲਕੁਲ, ਉਹ ਕਹਿੰਦੇ ਸੀ ਕਿ ਮੈਨੂੰ ਕਾਲੀ ਦਿਖਦੀ ਆ। ਹੁਣ ਸਾਡਿਆਂ ਚ ਵੀ ਮੈਨੂੰ ਕੱਲ ਇੱਕ ਮਿਲੀ ਮੈਡਮ, ਤੇ ਉਹ ਕਹਿੰਦੀ ਮੈਨੂੰ ਸੀ ਗੁਰੂ ਗੋਬਿੰਦ ਸਿੰਘ ਜੀ ਦੇਖਦੇ ਆ। ਤੇ ਮੈਂ ਅੱਛਾ, ਮੈਂ ਕਿਹਾ ਤੁਹਾਨੂੰ ਤੇ ਦਿਖਦੇ ਸੀ, ਕੋਈ ਨੀ ਮੰਨ ਜਾਂਦਾ, ਕੋਈ ਗੱਲ ਨਹੀਂ ਆ, ਪਰ ਮੈਂ ਗੁਰੂ ਗ੍ਰੰਥ ਸਾਹਿਬ ਚ ਏਦਾਂ ਦਾ ਕੁਛ ਲਿਖਿਆ ਨਹੀਂ ਉਹਨਾਂ ਨੇ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਸਾਹਿਬ, ਇਹ ਗੁਰੂਆਂ ਨੇ ਕਿਹਾ ਕਿ ਮੈਨੂੰ ਪਹਿਲੇ ਗੁਰੂ ਦੇ ਦਰਸ਼ਨ ਹੁੰਦੇ, ਤੁਹਾਨੂੰ ਕਿੱਥੋਂ ਹੁੰਦੇ ਪਏ? ਤੁਸੀਂ ਕੋਈ ਨਵਾਂ ਹੀ ਰਾਹ ਚਾਲੂ ਕਰਤਾ। ਉਹ ਮੈਂ ਹਾਂ, ਇਹ ਜਿਹੜੀ ਫੀਲਿੰਗ ਹੈ ਨਾ, ਇਹ ਫੀਲਿੰਗ ਇਹਨੂੰ ਕਹਿੰਦੇ ਸੈਲਫ ਹਿਪਨੋਟਾਈਜ਼। ਬਿਲਕੁਲ, ਜਦੋਂ ਬੰਦਾ ਸੈਲਫ ਹਿਪਨੋਟਾਈਜ਼ ਕਰ ਲੈਂਦਾ ਨਾ ਆਪਣੇ ਆਪ ਨੂੰ, ਤੇ ਉਹ ਆਪਣੇ ਆਪ ਨੂੰ ਬੜਾ ਕੁਝ ਸਮਝ ਲੈਂਦਾ, ਤੇ ਉਹ ਗੁਰੂ ਨਾਨਕ ਵੀ ਬਣ ਜਾਂਦੇ ਕਈ। ਹੁਣ ਆਪ ਹੀ ਵੇਖੋ, ਤੁਸੀਂ ਆਪਣੇ ਪੰਜਾਬ ਦੇ ਵਿੱਚ ਕਈ ਵਾਰੀ ਹਵਾ ਉੱਡਦੀ ਆ, ਉਹ ਕਈ ਕਹਿੰਦੇ ਆ ਕਿ ਅਸੀਂ ਫਲਾਣੇ ਦੇ ਅਵਤਾਰ ਹੈਗੇ ਆ। ਆਹੋ ਬਿਲਕੁਲ ਸਹੀ ਗੱਲ। ਹਾਂ, ਤੇ ਇਹਦਾ ਮਤਲਬ ਤੇ ਇਹੋ ਹੀ ਆ ਕਿ ਅਵਤਾਰ ਉਹ ਕੋਈ ਨਹੀਂ ਹੈਗਾ, ਉਹਦੇ ਦਿਮਾਗ 'ਚ ਨੁਕਸ ਪੈ ਗਿਆ। ਕਿਉਂਕਿ ਜਿੱਥੇ ਹਨੇਰੀ ਆ ਗਈ ਨਾ ਗਿਆਨ ਦੀ, ਉੱਥੇ ਅਗਿਆਨ ਨਹੀਂ ਟਿਕਦਾ। ਆਪਣੇ ਗੁਰੂ ਤੇਗ ਬਹਾਦਰ ਨੇ ਕਿਉਂ ਨਹੀਂ ਕਹਿਤਾ ਸੀ ਕਿ ਮੇਰੇ 'ਚ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਆ ਗਈ? ਹੈਂ, ਗੁਰੂ ਗੋਬਿੰਦ ਸਿੰਘ ਜੀ ਨੇ ਕਿਉਂ ਨਹੀਂ ਕਹਿਤਾ? ਕਿਉਂ ਨਹੀਂ ਕਹਿਤਾ? ਦੂਜਿਆਂ ਗੁਰੂਆਂ ਨੇ, ਕਬੀਰ ਜੀ ਨੂੰ ਵੇਖ ਕੇ ਕਿਤੇ ਹੋਰ ਸੰਤਾਂ ਨੇ ਕਿਉਂ ਨਹੀਂ ਕਹਿਤਾ ਕਿ ਮੇਰੇ 'ਚ ਕਬੀਰ ਜੀ ਦੀ ਆਤਮਾ ਆਉਂਦੀ? ਕਿਤੇ ਬ੍ਰਹਮ ਗਿਆਨੀ ਸੁਣਿਆ ਆਪਾਂ ਗ੍ਰੰਥਾਂ ਦੇ ਵਿੱਚ, ਤੇ ਬਾਅਦ ਦੇ ਵਿੱਚ ਇਹ ਲੋਕ ਕਹਿੰਦੇ ਸਾਡੇ 'ਚ ਆਉਂਦਾ, ਤੇ ਅਸੀਂ ਤੁਰ ਪੈਂਦੇ ਹਾਂ ਕਿ ਹਾਂ ਵੀ ਸੱਚੀ ਗੁਰੂ ਨਾਨਕ ਪਾਤਸ਼ਾਹ ਇਹਨਾਂ ਦੇ ਅੰਦਰ ਵੜ ਗਿਆ। ਬਾਣੀ ਤੇ ਕਹਿੰਦੀ ਕਿ ਮੇਰੇ ਕਰਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਉਪਾਇਆ। ਬਾਣੀ ਤੇ ਫਿਰ ਗਲਤ ਹੋ ਗਈ, ਤੇ ਫਿਰ ਇੱਕੋ ਹੀ ਬੰਦਾ ਤੁਰਿਆ ਫਿਰੂ ਸਾਰੀ ਜਗ੍ਹਾ ਤੇ। ਤੇ ਇਹ ਚੀਜ਼ ਨੂੰ ਆਪ ਸਮਝੀਏ ਸਾਧ ਸੰਗਤ ਜੀ। ਇੱਥੇ ਨਾਲ ਬੜਾ ਸੋਹਣਾ ਕਲੀਅਰ ਕੀਤਾ ਕਿ ਕਹਿੰਦੇ ਗਿਆਨ ਦੀ ਆਂਧੀ ਆ ਗਈ, ਇੰਨੀ ਪਾਵਰਫੁਲ ਗਿਆਨ ਦੀ ਆਂਧੀ ਸੀ ਕਿ ਸਾਰਾ ਗਿਆਨ ਨਸ਼ਟ ਕਰਤਾ। ਜੇ ਕੋਈ ਇਹ ਵੀ ਗਿਆਨ ਦੀਆਂ ਗੱਲਾਂ ਕਰ ਰਿਹਾ ਤੇ ਇਹਦਾ ਮਤਲਬ ਬੰਦਾ ਝੂਠ ਬੋਲ ਰਿਹਾ, ਉਹਦੇ ਅੰਦਰ ਗਿਆਨ ਨਹੀਂ ਪ੍ਰਗਟ ਹੋਇਆ। ਨਹੀਂ ਤੂੰ ਨੇ ਤੇ ਕਰਮਕਾਂਡ ਭੜਕਾ ਕੇ ਮਾਰਨੇ ਸੀ। ਕਰਮਕਾਂਡ ਤੇ ਲਿਫਾਫੇ ਵਾਂਗੂ ਉੜਦੇ ਆ ਜਦੋਂ ਬੰਦੇ ਦੇ ਅੰਦਰ ਤੱਤ ਗਿਆਨ ਪੈਦਾ ਹੁੰਦਾ। ਇਹਦਾ ਕਾਰਨ ਪਤਾ ਸਾਧ ਸੰਗਤ ਜੀ ਕੀ ਆ? ਸਧਾਰਨ ਬੰਦਾ ਜਿਹੜਾ ਹੈਗਾ ਉਹ ਧਾਰਮਿਕ ਨਹੀਂ ਆ, ਉਹ ਬਹੁਤ ਡਰਪੋਕ ਆ। ਪੰਜਾਬੀ ਚੱਕਰ ਐਕਟੀਵੇਟ ਨਹੀਂ ਹੈ ਨਿੱਜਰ ਸਾਹਿਬ। ਤੇ ਉਹ ਲੋਕਾਂ ਦੇ ਇਨਫਲੂਐਂਸ ਦੇ ਵਿੱਚ, ਲੋਕਾਂ ਦੇ ਬੋਲਚਾਲ ਦੇ ਪ੍ਰਭਾਵ 'ਚ ਹੀ ਰਹਿੰਦਾ ਹੈ। ਕਿਸੇ ਨੇ ਚਾਰ ਕੰਮ ਦੀਆਂ ਗੱਲਾਂ ਕਰ ਦਿੱਤੀਆਂ, ਏਦਾਂ ਦੀਆਂ ਹਵਾ ਮਾਰਦੀਆਂ, ਹਵਾ ਫੈਰ ਕਹਿੰਦੇ ਲੋਕਾਂ ਨੂੰ। ਤੇ ਬਸ ਜਿੰਨੇ ਕਹਿੰਦੇ ਦੋ ਚਾਰ ਗ੍ਰੰਥਾਂ ਦੀਆਂ ਲਾਈਨਾਂ ਸੁਣਾਤੀਆਂ, ਉਹਨਾਂ ਦੇ ਵਿਆਖਿਆ ਕਰਦੀਆਂ, ਤੇ ਉਹ ਸੋਚਦੇ ਕਿ ਬੰਦਾ ਗਿਆਨੀ ਆ। ਉਹ ਚੁੰਝ ਗਿਆਨੀ ਦੇ ਨਾਲ ਕੁਛ ਨਹੀਂ ਜੋ ਹੁੰਦਾ, ਕਿਉਂਕਿ ਗੱਲ ਤੇ ਹੈਗੀ ਤੁਹਾਡੇ ਜੀਵਨ ਦੇ ਉੱਤੇ ਆ ਜਾਣੀ ਆ। ਗਿਆਨ ਵੀ ਜੇ ਪ੍ਰਗਟ ਹੋ ਗਿਆ ਤੇ ਉਹ ਕਹਿੰਦੇ ਕਿ ਅਚਾਰ ਚਾਹੀਦੇ ਆ ਤੁਹਾਡੇ ਜੀਵਨ 'ਚ। ਜੇ ਅਚਾਰ ਹੀ ਨਹੀਂ ਆਏ ਤੇ ਫਿਰ ਗਿਆਨ ਵੀ ਤੁਹਾਡਾ ਚੁੰਝ ਗਿਆਨ ਆ, ਉਹ 'ਚ ਕੁਛ ਮਤਲਬ ਕਿ ਹਨੇਰੀ ਨਹੀਂ ਆਈ ਹੈ ਜੀ ਗੁਰੂ ਨਾਨਕ ਪਾਤਸ਼ਾਹ ਨੂੰ। ਹਾਂਜੀ ਗੁਰਪ੍ਰੀਤ ਸਾਹਿਬ, ਇੱਕ ਨਾ ਅੱਜ ਨਾ ਮੈਂ ਦੇਖਿਆ, ਇੱਕ ਨੇ ਨਾ ਇੱਕ ਮੁੰਡਾ ਜਿਹਾ ਹੈਗਾ ਕੋਈ ਜਿਹੜਾ ਹੈਗਾ, ਉਹਨੇ ਮੇਰੇ ਖਿਆਲ ਆਤਮ ਗਿਆਨ ਦੇ ਵਿੱਚ ਨਾ ਇੱਕ ਜਿਹੜੀ ਆਡੀਓ ਪਾਈ ਹੋਈ ਹੈ, 10ਮ ਦੁਆਰ ਖੋਲਣ ਦਾ ਸੌਖਾ ਤਰੀਕਾ। ਅੱਛਾ, ਫਿਰ ਕਹਿੰਦਾ ਜੀ ਇਸ ਤਰ੍ਹਾਂ ਕਰੋ, ਕੋਈ ਵੀ ਸ਼ਬਦ ਲੈ ਲਓ, ਭਾਵੇਂ ਮੂਲ ਮੰਤਰ ਲੈ ਲਓ, ਉਹਦੇ ਜਿਹੜੇ ਹੈਗੇ ਤੁਸੀਂ ਜਿਹੜੇ ਹੈਗੇ ਆ 8-9 ਘੰਟੇ ਜਿਹੜੇ ਹੈਗੇ, ਕਹਿੰਦੇ ਉਹਦਾ ਜਿਹੜਾ ਹੈਗਾ 40 ਦਿਨ ਵਾਸਤੇ ਮਿੱਥ ਲਓ, ਕਹਿੰਦੇ ਚਾਲੀਸਾ ਲਓ ਉਹਦਾ, 40 ਦਿਨ ਮਿੱਥੋ, 40 ਦਿਨ ਉਹਦੇ ਜਿਹੜੇ ਹੈਗੇ ਕਰੋ, 1.25 ਲੱਖ ਰੋਜ਼ ਜਿਹੜੇ ਹੈਗੇ ਉਹਦੇ ਜਾਪ ਕਰੋ, ਤੇ ਸੁਖੈਨੀ 10ਮ ਦੁਆਰ ਖੁੱਲ ਜਾਏਗਾ। ਔਰ ਲਾਸਟ ਦੇ ਵਿੱਚ ਕਹਿੰਦਾ ਬਸ ਆ ਚੈਨਲ ਸਬਸਕ੍ਰਾਈਬ ਕਰ ਦਿਓ।
ਦੇਖੋ ਹੁਣ ਧਰਮ ਦੇ ਰਸਤੇ ਤੇ ਜਿਹੜਾ ਹੈਗਾ ਉਹ ਮਾਇਆ ਨੂੰ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਆਹ ਹੈਗਾ ਦਸਮ ਦੁਆਰ ਖੋਲਣ ਦਾ ਤਰੀਕਾ, ਦੇਖ ਲਓ ਭਾਈ। ਦਸਮ ਦੁਆਰ ਦਾ ਤੇ ਖੁੱਲਣਾ ਹੀ ਖੁੱਲਣਾ, ਉਹਦਾ ਆਪਣਾ ਦੁਆਰ ਖੁੱਲ ਜਾਣਾ ਵਾ ਜ਼ਰੂਰ। ਮਤਲਬ ਕਹਿਣ ਤੋਂ ਭਾਵ ਹੈ ਕਿ ਦੁਨੀਆ ਦੇ ਉੱਤੇ ਪਹਿਲੇ ਦਿਨ ਤੋਂ ਹੀ ਭਰਮ ਚੱਲਿਆ, ਤੇ ਉਹ ਕਬੀਰ ਜੀ ਨੇ ਅੱਜ ਬੜਾ ਸੋਹਣਾ ਉਹਨਾਂ ਨੇ ਸਮਝਾਤਾ ਸਾਨੂੰ ਕਿ ਜਿੱਦਣ ਸੱਜਣਾ ਤੇਰੇ ਅੰਦਰ ਗਿਆਨ ਪੈਦਾ ਹੋ ਗਿਆ ਤੇ ਤੇਰੇ ਅੰਦਰ ਗਿਆਨ ਦੀ ਹਨੇਰੀ ਆਵੇ, ਤੇ ਜੇ ਗਿਆਨ ਦੀ ਹਨੇਰੀ ਨਹੀਂ ਆਈ, ਤੂੰ ਅਗਿਆਨ 'ਚ ਬੈਠਾ ਹੈ ਤੇ ਹਜੇ ਤੇਰੇ ਅੰਦਰ ਗਿਆਨ ਨਹੀਂ ਪੈਦਾ ਹੋਇਆ। ਉਹ ਮੈਡਮ ਜੀ ਕਹਿੰਦੇ ਨੇ ਕਿ ਕਹਿੰਦੇ ਮੈਨੂੰ ਬਹੁਤ ਗਿਆਨ ਪੈਦਾ ਹੋ ਗਿਆ। ਮੈਂ ਠੀਕ ਹੈ, ਗਿਆਨ ਤੇ ਤੁਹਾਨੂੰ ਪੈਦਾ ਹੋ ਗਿਆ, ਪਰ ਬਾਹਰ ਦੀ ਭਟਕਣਾ, ਭਰਮ, ਅਗਿਆਨ ਇਹ ਖਤਮ ਹੋਣਾ ਚਾਹੀਦਾ ਹੈ। ਜੇ ਮਨ ਦੇ ਅੰਦਰ ਤੁਹਾਡੇ ਸੰਤੁਸ਼ਟੀ ਨਹੀਂ ਹੈ, ਤੁਸੀਂ ਖਾਣ ਲਈ ਮੈਂ ਕਿਤੇ ਭਰਿਆ ਪਤੀਲਾ ਆਵਾਜ਼ ਕਰਦਾ। ਮੈਂ ਕਿਤੇ ਸੁਣਿਆ ਕਿ ਭਰੇ ਨੂੰ ਹੋਰ ਭਰਨ ਦੀ ਲੋੜ ਹੈ, ਉਹ ਪਰ ਜਿਹੜਾ ਭਰ ਗਿਆ ਉਹ ਤੇ ਹਿਲਦਾ ਨਹੀਂ ਉੱਥੋਂ। ਬਿਲਕੁਲ ਬਿਲਕੁਲ। ਮੈਂ ਕਿਹਾ ਜੇ ਤੇ ਤੁਹਾਡਾ ਭਰਿਆ ਹੀ ਨਹੀਂ ਤੇ ਤਾਂ ਉਹ ਖਾਲੀ ਡੱਬੇ ਨੂੰ ਤੁਰੇ ਫਿਰਦੇ। ਫਿਰ ਮੈਨੂੰ ਕਹਿੰਦੇ ਕਿ ਨਹੀਂ ਵੀਰ ਜੀ, ਮੈਂ ਹੀ ਤੇ ਖੋਜ ਕਰ ਰਹੇ ਹਾਂ, ਸਾਡੇ ਅੰਦਰ ਤੜਪ ਹੈਗੀ ਆ। ਮੈਂ ਤੁਸੀਂ ਝੂਠ ਬੋਲਦੇ ਜੋ, ਤੁਹਾਡੇ ਅੰਦਰ ਕੋਈ ਤੜਪ ਨਹੀਂ ਜੋ, ਨਹੀਂ ਕੇਵਲ ਸਵਾਦ ਲੈਂਦੇ ਫਿਰਦੇ ਜੋ। ਮੈਂ ਇੰਨੇ ਜਿਹੜੇ ਬੈਠੇ ਆ, ਇਹ ਭਰ ਕੇ ਬੈਠੇ ਆ, ਇਹ ਸ਼ਦਾਈ ਆ ਜਾਂ ਇਹਨਾਂ ਨੂੰ ਅਸੀਂ ਕੋਈ ਸਾਨੂੰ ਜਾਣਦੇ ਨਾ, ਤੇ ਸਾਡੀ ਸ਼ਕਲ ਪਛਾਣਦੇ ਨਾ, ਤੇ ਇਹਨਾਂ ਨੂੰ ਪਤਾ ਹੀ ਕੌਣ ਕਿੱਥੇ ਕੌਣ ਕਹਿੰਦੇ। ਕੇਵਲ ਗੱਲਾਂ ਦਾ ਸੰਬੰਧ, ਸਾਡਾ ਵਿਚਾਰਾਂ ਦਾ ਸੰਬੰਧ ਆ। ਤੇ ਜੇ ਆ 4-5 ਬੰਦੇ ਤੁਸੀਂ ਜੋ, ਮੈਂ 5-6 ਬੰਦੇ ਤੁਹਾਨੂੰ ਪਹਿਲਾਂ ਵੀ ਕਿਹਾ, 5-6 ਬੰਦਿਆਂ ਨੂੰ ਛੱਡ ਕੇ ਬਾਕੀ ਸਾਰੇ ਸ਼ਾਂਤੀ ਨਾਲ ਬੈਠੇ ਆ ਤੇ ਆਪਣਾ ਆਨੰਦ ਲੈ ਰਹੇ ਨੇ। ਮੈਂ 4-5 ਤੁਹਾਨੂੰ ਵੀ ਕਿਉਂ ਨਹੀਂ ਮਿਲ ਰਿਹਾ? ਤੁਸੀਂ ਤੁਹਾਡੀ ਕੋਈ ਸਪੈਸ਼ਲ ਰਿਕੁਆਇਰਮੈਂਟ ਹੈ? ਉਹੀ ਕਿ ਨਿੱਜਰ ਸਾਹਿਬ, ਉਹੀ ਕਿ ਗਿਆਨ ਦੀ ਅਜਾਨ ਦੀ ਨਹੀਂ ਆਈ। ਹਾਂਜੀ ਨਿੱਜਰ ਸਾਹਿਬ, ਅੱਗੇ ਚੱਲੀਏ। ਹਾਂਜੀ, ਇੱਕ ਇਹਦੇ ਵਿੱਚ ਨਾ ਪੂਰਾ ਇੰਡੀਕੇਸ਼ਨ ਕਬੀਰ ਜੀ ਪੂਰਾ ਦੱਸਣਗੇ ਭਾਈ, ਜਿਹਦੇ ਅੰਦਰ ਗਿਆਨ ਆ ਰਿਹਾ ਹੈ ਉਹਦੇ ਅੰਦਰ ਕੀ ਕੀ ਹੋਣਾ ਹੈ ਅੱਗੇ। ਸਾਰਾ ਦਾ ਸਾਰਾ ਸ਼ਬਦ, ਛੋਟਾ ਜਿਹਾ ਸ਼ਬਦ ਆ, ਇਹਨੂੰ ਕਸੌਟੀ ਮੰਨ ਕੇ ਚੱਲੀਏ ਆਪਾਂ। ਬਸ ਜੀਵਨ ਦੇ ਵਿੱਚ ਜਿਹੜਾ ਹੈਗਾ ਆਪਾਂ ਕਿਤੇ ਭਰਮ ਨਹੀਂ ਖਾਵਾਂਗੇ। ਫਿਰ ਨਿੱਜਰ ਸਾਹਿਬ ਉਹ ਤਾਂ ਕੀ ਕਹਿੰਦੇ ਆ ਕਿ ਜਿੱਦਾਂ ਹੁਣ ਛੋਟਾ ਬੱਚਾ ਵਾ, ਛੋਟੇ ਬੱਚੇ ਨੂੰ ਜੋ ਆਪਾਂ ਸਿੱਖਿਆ ਦੇ ਦਿੱਤੀ ਆ, ਨਿੱਜਰ ਸਾਹਿਬ ਛੋਟੇ ਹੁੰਦੇ ਨੇ, ਮੈਂ ਦੋਵਾਂ ਮੁੰਡਿਆਂ ਨਾਲ ਗੱਲ ਕਰਨੇ ਆ ਆਪਣੇ ਨਾਲ, ਤੇ ਮੈਂ ਪੁੱਤ ਮੇਰੀ ਗੱਲ ਸੁਣੋ, ਹੁਣ ਤੇਰੀ ਉਮਰ, ਮੈਂ ਤੇਰੀ 11 ਸਾਲ ਛੋਟਿਆ ਤੇ ਤੇਰੀ ਹੈਗੀ 13-14 ਸਾਲ। ਮੈਂ ਹੁਣ ਤੁਹਾਡੇ ਜਿਹੜਾ ਚਿੱਤ ਹੈ ਨਾ, ਉਹਦੀ ਨਾ ਪ੍ਰੋਗਰਾਮਿੰਗ ਹੁੰਦੀ। ਤੇ ਮੈਂ ਤੁਸੀਂ ਖੁਦ ਪ੍ਰੋਗਰਾਮਿੰਗ ਕਰਨੀ ਹੈ। ਮੈਂ ਪੁੱਤ ਤੁਹਾਡੀ ਪਲੇਟ ਆ, ਜੂਠੀ ਪਲੇਟ ਰਸੋਈ 'ਚ ਛੱਡ ਕੇ ਆ, ਇੱਕ ਮੈਂ ਛੋਟੇ ਕੰਮ ਤੂੰ ਕਰ, ਕਿਉਂਕਿ ਤੇਰੀ ਜਦੋਂ ਆਦਤਾਂ, ਤੇਰੀਆਂ ਚੰਗੀਆਂ ਆਦਤਾਂ ਪੈ ਗਈਆਂ ਤੇ ਤੇਰੇ ਜੀਵਨ ਦਾ ਹਿੱਸਾ ਬਣ ਜਾਣਗੀਆਂ। ਬਿਲਕੁਲ। ਹੁਣ ਮੈਂ ਤੂੰ ਕਿਹਾ ਕਿ 22-23 ਸਾਲ ਤੂੰ ਹੋ ਗਿਆ, ਮੁੜ ਕੇ ਤੂੰ ਨਵਾਂ ਪ੍ਰੋਗਰਾਮ ਤੂੰ ਚੜ੍ਹ ਨਹੀਂ ਸਕਦਾ, ਕਿਉਂਕਿ ਪਹਿਲਾਂ ਹੀ ਗਲਤ ਪ੍ਰੋਗਰਾਮ ਚੜ੍ਹ ਗਏ ਨੇ ਤੇਰੇ ਉੱਤੇ। ਤੇ ਮਾਪਿਆਂ ਦਾ ਫਰਜ਼ ਹੁੰਦਾ ਛੋਟੇ ਬੱਚਿਆਂ ਨੂੰ ਛੋਟੇ ਪ੍ਰੋਗਰਾਮ ਚਾੜੋਗੇ ਤੇ ਨਿੱਜਰ ਸਾਹਿਬ ਉਹ ਫਿਰ ਬੜੇ ਡੀਪ ਚੱਲ ਜਾਂਦੇ ਨੇ, ਉਹਨੂੰ ਕਹਿੰਦੇ ਡੀਪ ਮੈਮਰੀ। ਬਿਲਕੁਲ। ਤੇ ਜਦੋਂ ਉਹ ਪ੍ਰੋਗਰਾਮ ਚੰਗੇ ਚੜੇ ਹੋਣ ਤੇ ਫਿਰ ਉਹ ਜੋ ਮਰਜ਼ੀ ਕਹਿ ਲਓ, ਵਾਜਾ ਉਹੀ ਵੱਜਣਾ ਵਾ, ਚੰਗਿਆਈ। ਤੇ ਜਦੋਂ ਹੁਣ ਦੁਨੀਆ ਭਰ ਦੇ ਛੋਟੇ ਪ੍ਰੋਗਰਾਮ ਚੜ ਗਏ ਇੱਧਰ ਉੱਧਰ ਦੇ, ਤੇ ਬਾਅਦ ਦੇ ਵਿੱਚ ਤੁਸੀਂ ਚਾਹਣਾ ਕਿ ਪ੍ਰੋਗਰਾਮ ਚਾੜੀਏ, ਉਹਦੀ ਹਾਰਡ ਡਿਸਕ ਖਾਲੀ ਨਹੀਂ ਹੈਗੀ। ਬਿਲਕੁਲ ਬਿਲਕੁਲ। ਮੁੜ ਕੇ ਕਿੱਥੇ ਚੜਨਾ ਪ੍ਰੋਗਰਾਮ ਉੱਤੇ। ਹੁਣ ਇਹ ਜੀਵਨ ਦੇ ਵਿੱਚ ਆਪਾਂ ਨੂੰ ਸਮਝਣ ਦੀ ਲੋੜ ਆ। ਉਹ ਗਿਆਨ ਦੀ ਕਹਿੰਦੇ ਆਂਦੀ ਆਊਗੀ ਤੇ ਅਗਿਆਨ ਉੱਡ ਜਾਏਗਾ। ਬਹੁਤ ਵੱਡੀ ਗੱਲ ਕਹਿ ਗਏ ਨੇ ਅੱਜ ਉਹ, ਕਿ ਜੇ ਤੇਰੇ ਜੀਵਨ 'ਚ ਗਿਆਨ ਆ ਗਿਆ ਨਾ ਭਗਤੀ ਦੇ ਨਾਲ, 3 ਤੇ ਚੀਜ਼ਾਂ ਨੇ, ਗਿਆਨ ਮਾਰਗ, ਭਗਤੀ ਮਾਰਗ ਤੇ ਕਰਮ ਮਾਰਗ। ਬਿਲਕੁਲ। ਉਹ ਕਹਿੰਦੇ ਜਦੋਂ ਤੇਰੀ ਅਸਲੀ ਭਗਤੀ ਹੋਈ ਤੇ ਤੇਰੇ ਅੰਦਰ ਗਿਆਨ ਪੈਦਾ ਹੋਊਗਾ, ਉਹ ਗਿਆਨ ਤੇਰਾ ਆਊਗਾ। ਉਹ ਇਹ ਨਹੀਂ ਕਿਹਾ ਕਿ ਮੈਂ ਗਿਆਨ ਪੜ੍ਹ ਕੇ ਆਂਦੀ ਲੈ ਆਂਦੀ। ਨਿੱਜਰ ਸਾਹਿਬ ਹੋਰ ਸੁਣੋ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਬਰੀਕ ਨੁਕਤਾ ਹੈਗਾ, ਬਿਲਕੁਲ ਸਹੀ ਹੈ। ਉਹ ਕਹਿੰਦੇ ਆ ਕਿ ਚਰਨਜੀਤ ਇਹ ਨਹੀਂ ਕਿ ਲੋਕਾਂ ਦੀਆਂ ਟੈਂਕੀਆਂ 'ਚੋਂ ਪਾਣੀ ਕੱਢ ਕੇ ਲੈ ਆ, ਇਹਦੇ ਅੰਦਰ ਹੀ ਗਿਆਨ ਦੀ ਆਂਦੀ ਆ ਗਈ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਇਹਨੂੰ ਨੋਟਿਸ ਕਰੋ, ਬੜੀ ਤੜੀ ਗੱਲ ਕਹਿ ਗਏ ਜੀ। ਹੁਣ ਗਿਆਨ ਦੀ ਆਂਦੀ ਤੋਂ ਬਿਨਾਂ ਕਿੱਦਾਂ ਜੀਵਨ ਬਤੀਤ? ਹੁਣ ਮੇਰਾ ਜੀਵਨ ਹੈ, ਮੈਂ ਆਪਣੇ ਤਰੀਕੇ ਨਾਲ ਬਤੀਤ ਕਰੂੰ, ਤੁਸੀਂ ਆਪਣਾ ਬਤੀਤ ਕਰੋ, ਨਿੱਜਰ ਸਾਹਿਬ ਆਪਣਾ ਬਤੀਤ ਕਰਨਗੇ। ਇਹ ਥੋੜੀ ਕਿ ਹੁਣ ਤੁਹਾਡੇ ਵਿਚਾਰਾਂ ਨਾਲ ਮੈਂ ਆਪਣਾ ਜੀਵਨ ਚਲਾਉਣਾ। ਹੁਣ ਇੱਥੇ ਦੀ ਸਿਚੁਏਸ਼ਨ ਕਿੱਦਾਂ ਦੀ ਸਿਚੁਏਸ਼ਨ ਹੈ, ਕਿੱਦਾਂ ਦੇ ਲੋਕ ਮੇਰੇ ਘਰ ਆਉਣਗੇ ਔਰ ਮੈਨੂੰ ਉਹਨਾਂ ਨਾਲ ਕਿੱਦਾਂ ਡੀਲ ਕਰਨਾ ਪਊਗਾ, ਤੇ ਮੇਰਾ ਹੀ ਗਿਆਨ ਕੰਮ ਆਊਗਾ ਨਾ। ਬਿਲਕੁਲ। ਨਾਲੇ ਕਬੀਰ ਜੀ ਕਹਿ ਰਹੇ ਆ, ਕਹਿੰਦੇ ਕਿ ਗਿਆਨ ਦੀ ਆਂਦੀ ਜਿਹੜੀ ਆਈ ਹੈਗੀ ਆ, ਮੈਂ ਨਹੀਂ ਲੈ ਕੇ ਆਇਆ ਉਹਨੂੰ, ਉਹ ਆਈ ਆ। ਹਾਂ, ਉਹ ਜਿੱਦਾਂ ਮਤਲਬ ਬਾਈ ਪ੍ਰੋਡਕਟ ਆ ਉਹ। ਹਾਂ, ਉਹ ਮੈਂ ਕੁਝ ਨਹੀਂ ਕੀਤਾ, ਆਪੇ ਆ ਗਈ ਆ। ਬਿਲਕੁਲ। ਹਾਂਜੀ ਅੱਗੇ ਚਲੀਏ। ਰਹਾਓ ਦੁਚਿੱਤੇ ਕੀ ਦੋਏ ਥੂਨ ਗਿਰਾਨੀ, ਮੋਹ ਬਲੇਂਡਾ ਟੂਟਾ। ਕਹਿੰਦੇ ਦੇਖੋ ਪਹਿਲਾਂ ਦੁਚਿੱਤਾ ਸੀਗਾ। ਦੁਚਿੱਤਾ ਕੀ ਹੁੰਦਾ ਹੈ? ਇੱਧਰ ਰੱਬ ਵਾਲੇ ਰਸਤੇ ਤੇ ਵੀ ਹੋ ਲਏ ਤੇ ਇੱਧਰ ਦੂਜੇ ਪਾਸੇ ਵੀ ਕਰ ਲਿਆ। ਸਤਸੰਗ ਜਿਹੜਾ ਦੂਜਾ ਹੁੰਦਾ ਹੈ, ਦੋਨੋਂ ਪਾਸੇ ਜਿਹੜੇ ਘੁੰਮੀ ਜਾ ਰਿਹਾ ਬੰਦਾ, ਬਸ ਉੱਥੇ ਦੇ ਉੱਥੇ ਆਸੀਲੇਟ ਹੋ ਰਿਹਾ ਹੈ। ਦੁਚਿੱਤਾ ਹੈਗਾ ਵੀ ਇੱਧਰ ਨੂੰ ਜਾਵਾਂ ਕਿ ਇੱਧਰ ਨੂੰ ਜਾਵਾਂ,
ਬਸ ਦੋਨੋਂ ਪਾਸੇ ਜਿਹੜਾ ਹੈਗਾ ਚੱਲ ਰਿਹਾ। ਦੋਏ ਕਹਿੰਦੇ ਦੁਆਇਤ ਆ, ਇਸ ਕਰਕੇ ਦੁਚਿੱਤਾ ਹੈਗਾ, ਡੁਐਲਿਟੀ। ਕਹਿੰਦੇ ਇਹਦੀ ਥੰਮਲੀ ਜਿਹੜਾ ਥੰਮਾ ਸੀਗਾ ਨਾ, ਉਹ ਜਿਹਨੇ ਪੂਰੀ ਦੀ ਪੂਰੀ ਜਿਹੜੀ ਹੈਗੀ ਉਹ ਕਹਿ ਰਹੇ ਉਹ ਜਿਹੜੀ ਹੈਗੀ ਹੈ ਛਪਰੀ ਜਿਹੜੀ ਸੀ ਜਿਹਦੇ ਉੱਤੇ ਖੜੀ ਸੀਗੀ, ਕਹਿੰਦੇ ਉਹ ਥੂਨ ਜਿਹੜੀ ਹੈ ਥੰਮੀ ਜਿਹੜੀ ਹੈਗੀ ਉਹ ਥੰਮੀ ਡਿੱਗ ਪਈ। ਕਹਿੰਦੇ ਦੁਚਿੱਤੇ ਕੀ ਦੋਏ ਥੂਨ ਗਿਰਾਨੀ, ਦੋਏ ਮਤਲਬ ਦੋ ਨਹੀਂ, ਦੋਏ ਮਤਲਬ ਦੁਆਇਤ। ਦੁਚਿੱਤੇ ਕੀ ਦੋਏ ਥੂਨ ਗਿਰਾਨੀ ਮੋਹ ਬਲੇਂਡਾ ਟੂਟਾ। ਕਹਿੰਦੇ ਉੱਤੇ ਮੋਹ ਦਾ ਸ਼ਤੀਰ ਪਿਆ ਹੋਇਆ ਸੀ ਵੱਡਾ ਸਾਰਾ, ਐਡਾ ਮੋਹ ਦਾ ਅਟੈਚਮੈਂਟ ਸੀ, ਮਾਇਆ ਦੀ ਅਟੈਚਮੈਂਟ, ਕਿ ਉਹ ਸ਼ਤੀਰ ਵੀ ਕਹਿੰਦੇ ਟੁੱਟ ਗਿਆ। ਕਹਿੰਦੇ ਬਸ ਹੁਣ ਸ਼ਤੀਰ ਟੁੱਟਿਆ ਤੇ ਫਿਰ ਤਾਂ ਛੱਤ ਠਾ ਦੇਣੀ, ਥੱਲੇ ਡਿੱਗੀ। ਤ੍ਰਿਸ਼ਨਾ ਛਾਨ ਭਰੀ ਧਰ ਉੱਪਰ, ਤ੍ਰਿਸ਼ਨਾ ਦੀ ਛੱਤ ਜਿਹੜੀ ਸੀਗੀ ਉਹ ਜ਼ਮੀਨ ਦੇ ਉੱਤੇ ਆ ਗਈ। ਤ੍ਰਿਸ਼ਨਾ ਖਤਮ ਹੋ ਗਈ, ਜਦ ਮੋਹ ਹੀ ਖਤਮ ਹੋ ਗਿਆ ਤੇ ਤ੍ਰਿਸ਼ਨਾ ਕਿੱਥੋਂ ਰਹੂਗੀ। ਤ੍ਰਿਸ਼ਨਾ ਛਾਨ ਭਰੀ ਧਰ ਉੱਪਰ ਦੁਰਮਤ ਭਾਂਡਾ ਫੂਟਾ। ਫਿਰ ਦੁਰਮਤ ਕਾਹਦੀ ਆ, ਭੈੜੀ ਮਤ ਕਾਹਦੀ ਆ। ਭੈੜੀ ਮਤ ਤਾਂ ਹੀ ਹੈਗੀ ਬਈ ਸਾਹਮਣੇ ਵਾਲੇ ਦਾ ਆਹ ਵੀ ਚਾਹੀਦਾ ਹੈ, ਆਹ ਵੀ ਚਾਹੀਦਾ, ਆਹ ਵੀ ਚਾਹੀਦਾ, ਭੈੜੀ ਮਤ। ਕਹਿੰਦੇ ਉਹ ਵੀ ਭਾਂਡਾ ਫੁੱਟ ਗਿਆ। ਆ ਭਾਈ ਗਿਆਨ ਦੀ ਆਂਦੀ, ਦੇਖ ਲਓ ਹੁਣ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਬੜੀ ਨੁਕਤੇ ਦੀ ਗੱਲ ਕਰ ਗਏ ਨੇ। ਉਹ ਥੋੜਾ ਜਿਹਾ ਵਿਚਾਰ ਕਰਨਾ, ਮੈਂ 3 ਗੱਲਾਂ ਕਰਾਂਗਾ। ਪਹਿਲੇ ਕਹਿੰਦੇ ਕਿ ਜਦੋਂ ਆਪਾਂ ਜ਼ਿੰਦਗੀ ਦੇ ਵਿੱਚ, ਤੁਸੀਂ ਨਾ ਤੁਹਾਡੀ ਉਮਰ ਦਾ ਮੈਨੂੰ ਪਤਾ ਨਹੀਂ ਕਿੰਨੀ ਉਮਰ ਹੈ, ਚਲੋ ਤੁਹਾਨੂੰ ਤੇ ਚਲੋ ਸਾਰੇ ਤੁਸੀਂ ਸਿਆਣੇ ਜੋ, ਔਰ ਇਹ ਚੀਜ਼ ਨੂੰ ਆਪ ਅੰਡਰਸਟੈਂਡ ਕਰੋ। ਜਦੋਂ ਆਪਾਂ ਜ਼ਿੰਦਗੀ ਚੱਲਦੇ ਹਾਂ ਆਪਣੇ ਕੋਲ ਹਮੇਸ਼ਾ 2 ਰਸਤੇ ਹੁੰਦੇ ਆ। ਇੱਕ ਹੁੰਦਾ ਰਾਈਟ ਤੇ ਇੱਕ ਹੁੰਦਾ ਲੈਫਟ। ਤੇ ਉਹ ਰਾਈਟ ਜਿਹੜਾ ਰਸਤਾ ਹੁੰਦਾ ਉਹ ਹੁੰਦਾ ਰੱਬ ਵੱਲ ਜਾਣਾ। ਹਾਂ, ਰਾਈਟ ਰਸਤਾ ਗੋਰਖੀ ਸਾਹਿਬ ਕਹਿ ਲਓ ਕਿ ਰਾਈਟ ਲੈਫਟ ਦਾ ਮਤਲਬ ਹੈਗਾ ਵੀ ਸਹੀ ਤੇ ਗਲਤ, ਇਹਨੂੰ ਇਹ ਸਹੀ ਗਲਤ ਕਹੋ। ਹਾਂ ਇਹ ਹੋਰ ਬੈਟਰ ਕਹਿ ਲਈਏ। ਇੱਕ ਸਹੀ ਤੇ ਇੱਕ ਗਲਤ। ਹਾਂ, ਇੱਕ ਪ੍ਰਮਾਤਮਾ ਵੱਲ ਤੇ ਇੱਕ ਜਿਹੜਾ ਕਹਿੰਦੇ ਆ ਕਿ ਪ੍ਰਮਾਤਮਾ ਤੋਂ ਆਪੋਜਿਟ ਦੂਰ ਸੰਸਾਰ ਵੱਲ, ਇਹ ਪਦਾਰਥਾਂ ਵੱਲ। ਹੁਣ ਜਿਹੜਾ ਪ੍ਰਮਾਤਮਾ ਤੋਂ ਵੱਲ ਮੋੜ ਦਿੰਦਾ ਸਾਨੂੰ, ਉਹਦੇ ਵਿੱਚ 3-4 ਉਹਨੂੰ ਸਪੋਰਟ ਬੜਾ ਕਰਦੇ ਜੀ। ਉਹਨੂੰ 3 ਚੀਜ਼ਾਂ ਸਪੋਰਟ ਕਰਦੀਆਂ। ਆਪ ਸੁਣ ਕੇ ਹੈਰਾਨ ਹੋ ਜਾਓਗੇ, ਕਬੀਰ ਜੀ ਨੇ ਬੜਾ ਸਿਸਟਮੈਟਿਕਲੀ ਸਮਝਾਇਆ ਵਾ ਤੇ ਚੀਜ਼ਾਂ ਨੂੰ ਪੱਲੇ ਪਾਲਿਆ ਕਰੋ। ਉਹ ਕਹਿੰਦੇ ਕਿ ਇਸ ਰਸਤੇ ਦੀ ਸਪੋਰਟ ਕਰ ਲਈ, ਸਭ ਤੋਂ ਪਹਿਲਾਂ ਹੈਗਾ ਮੋਹ। ਮੋਹ ਕਹਿੰਦਾ ਹੈ ਕਿ ਚਰਨਜੀਤ ਇਹ ਤੇ ਆਪਣੇ ਆ ਸਾਰੇ, ਇਹ ਜੋ ਖੁੱਲੀਆਂ ਹੈਗੀਆਂ ਨਾ, ਕਹਿੰਦੇ ਨਾ ਪੰਜਾਬੀ ਚ ਕਹਾਵਤ ਆ, ਕਹਿੰਦੇ ਅੰਨਾ ਵੰਡੇ ਰੋੜੀਆਂ ਤੇ ਮੁੜ ਆਪਣਿਆਂ ਨੂੰ ਦੇ ਗਏ। ਅੰਨਾ ਬੰਦਾ ਹੁੰਦਾ ਨਾ, ਉਹ ਕਹਿੰਦੇ ਰੋੜੀਆਂ ਵੰਡਣ ਡਿਆ ਪਿਆ, ਉਹਨੂੰ ਕੋਈ ਦੂਜਾ ਦਿੰਦਾ ਥੋੜੀ ਆ, ਉਹ ਆਪਣਿਆਂ ਨੂੰ ਦਿੰਦਾ। ਕਿ ਆਪਣਿਆਂ ਦੇ ਵਿੱਚ ਰਿਹਾ, ਉਹ ਘਰ ਦੇ ਵਿੱਚ ਰਹਿੰਦਾ। ਤੇ ਮੋਹ ਦਾ ਬੰਦਾ ਜਿਹੜਾ ਹੁੰਦਾ ਨਾ, ਉਹ ਬੰਦਾ ਅੰਨਾ ਹੁੰਦਾ ਜੀ। ਉਹਨੂੰ ਮੋਹ ਦੇ ਵਿੱਚ ਬਾਹਰ ਦਾ ਕੋਈ ਬੰਦਾ ਥੋੜੀ ਚਾਹੀਦਾ, ਉਹਨੂੰ ਤੇ ਬਸ ਆਪਣਾ ਹੀ ਘਰ, ਉਹਨੂੰ ਸੰਸਾਰ ਥੋੜੀ ਚਾਹੀਦਾ ਵਾ। ਉਹਨੂੰ ਕੁਝ ਨਹੀਂ ਚਾਹੀਦਾ ਕਿ ਕਿਹਦਾ ਪੈਸਾ ਚੁੱਕ ਲਿਆ, ਕਿਹਦਾ ਸਮਾਨ ਚੁੱਕ ਲਿਆ, ਕਿਹਦੀ ਔਰਤ ਚੁੱਕ ਲਿਆ, ਕਿਹਦਾ ਬੰਦਾ ਚੁੱਕ ਲਿਆ, ਕਿਹਦਾ ਪੁੱਤ ਚੁੱਕ ਲਿਆ, ਕਿਹਦੀ ਕੁੜੀ ਚੁੱਕ ਲਿਆ, ਉਹ ਨਹੀਂ ਜੋ ਬਹਿੰਦਾ। ਮੋਹ ਬਹੁਤ ਖਤਰਨਾਕ ਆ, ਔਰ ਸੰਸਾਰ ਮੋਹ ਦੇ ਵਿੱਚ ਫਸਿਆ ਹੋਇਆ। ਨੰਬਰ 1। ਫਿਰ ਕਹਿੰਦੇ ਤ੍ਰਿਸ਼ਨਾ ਦੀ ਜੜ, ਇਹ 3 ਚੀਜ਼ਾਂ ਸਪੋਰਟ ਕਰਦੀਆਂ। ਤ੍ਰਿਸ਼ਨਾ ਦਾ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ, ਤ੍ਰਿਸ਼ਨਾ ਇੰਨੀ ਖਤਰਨਾਕ ਅੱਗ ਆ ਜਿਹੜਾ ਬੰਦੇ ਨੂੰ ਜੀਵਨ ਭਰ ਭਜਾਉਂਦੀ ਹੈ ਤੇ ਬੰਦਾ ਤ੍ਰਿਪਤ ਨਹੀਂ ਹੁੰਦਾ। ਤ੍ਰਿਸ਼ਨਾ ਇੱਕ ਅਗਨ ਹੈ, ਔਰ ਜਦੋਂ ਇਨਸਾਨ ਦੇ ਅੰਦਰ ਬਲਦੀ ਨਾ ਨੇਚਰ ਸਾਹਿਬ, ਉਹ ਜੀਵਨ ਦਾ ਆਨੰਦ ਹੀ ਨਹੀਂ ਲੈ ਪਾਉਂਦਾ। ਬਿਲਕੁਲ। ਉਹਨੂੰ ਕਹਿੰਦੇ ਮ੍ਰਿਗ ਤ੍ਰਿਸ਼ਨਾ। ਮ੍ਰਿਗ ਤ੍ਰਿਸ਼ਨਾ ਦਾ ਮਤਲਬ ਜਿੱਦਾਂ ਮ੍ਰਿਗ ਨਹੀਂ, ਰੇਗਿਸਤਾਨ ਚ ਚਮਕਦੀ ਰੇਤਾ ਦਿਖਦੀ, ਫਿਰ ਉੱਥੇ ਜਾਂਦਾ ਉਹ ਰੇਤਾ ਬਣ ਜਾਂਦੀ ਆ। ਜਿੱਦਾਂ ਆਪਾਂ ਚੀਜ਼ ਨੂੰ ਪ੍ਰਾਪਤ ਕਰਨਾ ਹੋਵੇ ਨਾ, ਕਿਸੇ ਤੁਸੀਂ ਔਰਤ ਨੂੰ ਜਾਂ ਮਰਦ ਨੂੰ ਪ੍ਰਾਪਤ ਕਰਨਾ ਹੋਵੇ ਤੇ ਤੁਹਾਨੂੰ ਦਿਨ ਰਾਤ ਸੁਪਨੇ ਆਉਣੇ ਆ। ਉਹ ਜਿੱਦਣ ਉਹ ਆ ਗਏ ਨਾ ਤੁਹਾਡੇ ਜੀਵਨ ਚ, ਉਦੋਂ ਹੀ ਸੁਪਨੇ ਉੱਡ ਜਾਣੇ। ਉਹ 9 ਤੋਂ 11 ਫਿਰ ਤੁਸੀਂ ਕਹਿਣਾ ਇਹ ਤੇ ਬੰਦਾ ਹੀ ਕੁਛ ਨਹੀਂ। ਤੁਸੀਂ ਉਹਨੂੰ ਇੰਝ ਟ੍ਰੀਟ ਕਰਨਾ ਜਿੱਦਾਂ ਕੋਈ ਐਵੇਂ ਹੀ ਕਰਦਾ ਫਾਲਤੂ ਹੀ ਆ ਸਮਾਨ। ਜਦੋਂ ਬੰਦੇ ਦੀ ਇੱਕ ਹੈਸੀਅਤ ਹੁੰਦੀ ਆ, ਜੀਵਨ ਸਾਥੀ ਦੀ ਮੈਂ ਗੱਲ ਕਰਦਾ, ਮੈਂ ਜਸਟ 2 ਮਿੰਟ ਲਾਵਾਂਗਾ। ਬੜਾ ਇੰਪੋਰਟੈਂਟ ਰਿਸ਼ਤਾ ਹੈ ਹਸਬੈਂਡ ਵਾਈਫ ਦਾ ਰਿਸ਼ਤਾ। ਹਸਬੈਂਡ ਇੱਕ ਸਾਈਡ ਤੇ ਇਹ ਸੋਚਦਾ ਵਾ ਕਿ ਜੀਵਨ ਦਾ ਮਕਸਦ ਪਤਾ ਕੀ ਹੈ, ਰੋਟੀ ਪਾਣੀ ਦਓ, ਕੱਪੜੇ ਦਓ, ਘਰ ਦਓ, ਏਸੀ ਲੱਗਾ ਹੋਵੇ, ਬਸ ਠੀਕ ਹੈ। ਪਰ ਇਹ ਨਹੀਂ ਗੱਲ ਬਣਦੀ। ਆਪਾਂ ਸਾਰੇ ਇਮੋਸ਼ਨਲ ਹਾਂ, ਸਾਡੇ ਅੰਦਰ ਜਜ਼ਬਾਤ ਹੈਗੇ ਨੇ। ਹੋ ਸਕਦਾ ਹੈ ਕਿ ਘਟੀਆ ਕੱਪੜੇ ਪਾ ਕੇ ਵੀ ਜੀਵਨ ਆਪਾਂ ਬਤੀਤ ਕਰ ਸਕਦੇ ਹਾਂ ਖੁਸ਼ੀ। ਉਹਦਾ ਮਹਿਲ ਨਹੀਂ ਹੈਗਾ, ਛੋਟੇ ਘਰ 'ਚ ਵੀ ਰਹਿ ਸਕਦੇ ਹਾਂ। ਜੇ ਤੁਹਾਡੀ ਫੈਮਿਲੀ ਸਪੋਰਟ ਹੀ ਨਹੀਂ ਕਰਦਾ, ਤੁਹਾਡਾ ਹਸਬੈਂਡ ਹੀ ਤੁਹਾਨੂੰ ਸਪੋਰਟ ਨਾ ਕਰੇ, ਤੇ ਕਿਹੋ ਜਿਹਾ ਜੀਵਨ ਹੋਊਗਾ। ਆਪ ਜਸਟ ਸੋਚੋ। ਇੱਕ ਚੀਜ਼ ਨੂੰ ਥੋੜਾ ਜਿਹਾ ਮੈਂ ਹੋਰ ਸੌਖਾ ਕਰਦਾ। ਇੱਕ ਡਾਕਟਰ ਆ, ਇੱਕ ਮਕੈਨਿਕ ਆ। ਮਕੈਨਿਕ ਨਿੱਜਰ ਸਾਹਿਬ ਭਾਵੇਂ ਗਾਲਾਂ ਕੱਢ ਕੇ ਕਾਰ ਨੂੰ ਠੀਕ ਕਰ ਦੇ, ਭਾਵੇਂ ਡੰਡਾ ਫੇਰੀ ਜਾਵੇ ਕਾਰ ਨੂੰ ਕੋਈ ਫਰਕ ਥੋੜੀ ਪੈਂਦਾ।
ਸਹੀ ਆ, ਉਹਨੇ ਕਾਰ ਸਹੀ ਕਰ ਦੇਣੀ ਹੈ। ਬਿਲਕੁਲ। ਪਰ ਇਹੋ ਬੰਦਾ ਜਦੋਂ ਕਿਤੇ ਡਾਕਟਰ ਬਣ ਜਾਏ ਤੇ ਕੀ ਉਹ ਏਦਾਂ ਪੇਸ਼ੈਂਟ ਨੂੰ ਟ੍ਰੀਟ ਕਰ ਸਕਦਾ? ਨਹੀਂ। ਪੇਸ਼ੈਂਟ ਨੂੰ ਸਮਝਾਉਣਾ ਪੈਂਦਾ ਕਿ ਤੂੰ ਫਿਕਰ ਨਾ ਕਰ ਸੱਜਣਾ, ਤੂੰ ਮੇਰੇ ਕੋਲ ਆ ਗਿਆ, ਮੈਂ ਤੈਨੂੰ ਠੀਕ ਕਰਾਂਗਾ। ਬੇਸ਼ੱਕ ਕੰਮ ਤੇ ਦਵਾਈ ਨਹੀਂ ਕਰਨਾ ਵਾ, ਪਰ ਨਿੱਜਰ ਸਾਹਿਬ ਲਫ਼ਜ਼ ਵੀ ਕੋਈ ਮੈਟਰ ਕਰਦੇ ਨੇ। ਬਿਲਕੁਲ। ਇੱਕ ਬੰਦਾ ਸਵੇਰ ਦਾ ਤੁਹਾਡਾ ਕੰਮ ਕਰਨ ਦਿਆ ਵਾ, ਉਹਨੇ ਤੁਹਾਡਾ ਕੋਈ ਦੇਣਾ ਨਹੀਂ ਆ, ਰੋਟੀ ਬਣਾਉਣ ਦਿਆ, ਤੁਹਾਡੇ ਕੱਪੜੇ ਧੋਣ ਦਿਆ, ਤੁਹਾਡੇ ਘਰ ਦੀ ਸਫਾਈ ਕਰਨ ਦਿਆ, ਤੁਹਾਡੇ ਬੱਚੇ ਪਾਲਣ ਦਿਆ ਵਾ, ਉਹ ਤੁਹਾਡੇ ਮੂੰਹ ਚ ਦੋ ਲਫ਼ਜ਼ ਵੀ ਸੁਣਨਾ ਚਾਹੁੰਦਾ ਵਾ। ਇਹ ਨਹੀਂ ਕਿ ਆਪਾਂ ਉਹਦੀਆਂ ਜ਼ਰੂਰਤਾਂ ਪੂਰੀਆਂ ਕਰ ਦਿੱਤੀਆਂ ਤੇ ਬੜੀ ਵੱਡੀ ਗੱਲ ਆ। ਮੈਂ ਵੀ ਕੰਪਨੀ 'ਚ ਕੰਮ ਕਰਦਾ ਵਾਂ, ਮੈਂ ਚਾਹੁੰਦਾ ਕਿ ਮੇਰਾ ਬੌਸ ਮੈਨੂੰ ਐਪਰੀਸ਼ੀਏਟ ਵੀ ਕਰੇ, ਮੇਰੇ ਕੰਮ ਦੀ ਐਪਰੀਸ਼ੀਏਸ਼ਨ ਕਰੇ। ਇਕੱਲਾ ਮੈਂ ਤਨਖਾਹ ਦੇ ਲਈ ਕੰਮ ਨਹੀਂ ਕਰਦਾ, ਘੱਟ ਪੈਸੇ ਮਿਲ ਜਾਣਗੇ ਮੈਂ ਉੱਥੇ ਵੀ ਕੰਮ ਕਰਾਂਗਾ, ਪਰ ਮੈਂ ਉੱਥੇ ਕੰਮ ਕਰਾਂਗਾ ਜਿੱਥੇ ਬੰਦੇ ਦੀ ਕਦਰ ਹੋਵੇ। ਇਸੇ ਤਰ੍ਹਾਂ ਘਰ ਨੇ, ਘਰਾਂ ਦੇ ਵਿੱਚ ਵੀ ਹਸਬੈਂਡ ਵਾਈਫ ਨੂੰ ਇੱਕ ਦੂਜੇ ਨੂੰ ਸਪੇਸ ਦੇਣਾ ਪਊਗਾ, ਉਹਨੂੰ ਰਿਸਪੈਕਟ ਦੇਣੀ ਪਊਗੀ। ਉਹਦੇ ਲਈ ਕਹਿੰਦੇ ਆ ਕਿ ਜੀਵਨ ਦੇ ਵਿੱਚ ਇਹ ਬੜਾ ਜ਼ਰੂਰੀ ਮੁੱਦਾ ਜੇ, ਇੱਥੇ ਬਹੁਤ ਜ਼ਿਆਦਾ ਕੰਮ ਹੋਣ ਵਾਲਾ। ਆਪਾਂ ਕੀ ਸੋਚਦੇ ਆ ਕਿ ਇੱਕ ਬੰਦਾ ਜਾਂ ਜਨਾਨੀ ਜਿਹਦੇ ਨਾਲ ਲਾਵਾਂ ਫੇਰੇ ਹੋ ਗਏ ਤੇ ਗਰੰਟਡ ਆ ਮੇਰਾ, ਇਹ ਕੋਈ ਗਰੰਟੀ ਨਹੀਂ ਆ। ਉਹ ਬੰਦਾ ਤੁਹਾਨੂੰ ਆਪਣਾ ਘਰ ਪਰਿਵਾਰ ਛੱਡ ਕੇ ਤੁਹਾਡੇ ਨਾਲ ਰਹਿ ਰਿਹਾ, ਔਰ ਤੁਹਾਡੀਆਂ ਉਹ ਜੀਵਨ ਦਾ ਇੱਕ ਤੁਹਾਡੇ ਜੀਵਨ ਨੂੰ, ਤੁਹਾਡੇ ਪਰਿਵਾਰ ਨੂੰ ਚਲਾਉਣ ਵਾਸਤੇ ਆਇਆ ਹੈ। ਤੁਸੀਂ ਕੀ ਸੈਕਰੀਫਾਈਸ ਕੀਤਾ? ਸੈਕਰੀਫਾਈਸ ਉਹਨੇ ਕੀਤਾ। ਜੇ ਨਹੀਂ ਯਕੀਨ ਆਉਂਦਾ ਤੇ 10-20 ਦਿਨ ਉਹਨਾਂ ਦੇ ਘਰ ਰਹਿ ਕੇ ਵੇਖੋ, ਪਰ ਰਹਿਣਾ ਉਦਾਂ ਹੀ ਹੈ ਜਿੱਦਾਂ ਉਹ ਤੁਹਾਡੇ ਘਰ ਰਹਿ ਰਹੇ ਨੇ। ਪਰ ਆਪਣੇ ਚ ਪ੍ਰੋਬਲਮ ਪਤਾ ਕੀ ਹੁੰਦੀ ਆ? ਇਹ ਇੱਕ ਚੀਜ਼ ਨੂੰ ਨੋਟਿਸ ਕਰੋ, ਜਿੱਥੇ ਨਿੱਜਰ ਸਾਹਿਬ ਜਿੱਥੇ ਆਪਾਂ ਪਿਆਰ ਨਹੀਂ ਕਰਦੇ, ਅਗਲੇ ਦੀ ਕੇਅਰ ਨਹੀਂ ਕਰਦੇ, ਉੱਥੇ ਘਰ ਨਾਲ ਨੈਗੇਟਿਵ ਊਰਜਾ ਆ ਜਾਂਦੀ ਹੈ। ਬਿਲਕੁਲ। ਆਪਣਾ ਫਰਜ਼ ਬਣਦਾ ਹੈ, ਉਸ ਬੰਦਾ ਭਾਵੇਂ ਕੋਈ ਵੀ ਹੋਵੇ, ਤੁਸੀਂ ਘਰੇ ਕੰਮ ਵਾਲਾ ਵੀ ਰੱਖਿਆ ਨਾ, ਉਹਨੂੰ ਵੀ ਤੁਹਾਨੂੰ ਥੈਂਕ ਯੂ ਕਹਿਣਾ ਪੈਣਾ, ਕਿਉਂਕਿ ਉਹ ਉਦਾਂ ਤੇ ਉਹਦੇ ਮਨ ਵਿੱਚ ਸੰਤੁਸ਼ਟ ਨਹੀਂ ਹੋਣਾ, ਉਹ ਬੈਡ ਵਾਈਬ੍ਰੇਸ਼ਨ ਆਉਂਦੀ ਰਹਿਣੀ ਉਹਦੇ ਵੱਲੋਂ। ਇਹ ਚੀਜ਼ਾਂ ਨਿੱਜਰ ਸਾਹਿਬ ਬੜੀਆਂ ਜ਼ਰੂਰੀ ਗੱਲਾਂ ਨੇ। ਇਸੇ ਕਰਕੇ ਤੁਹਾਡਾ ਹਸਬੈਂਡ ਜਾਂ ਵਾਈਫ ਜਦੋਂ ਵੀ ਕੋਈ ਕੰਮ ਕਰਦੇ ਨੇ ਤਾਂ ਪਲੀਜ਼ ਉਹਨਾਂ ਨੂੰ ਐਪਰੀਸ਼ੀਏਟ ਕਰੋ। ਕਈ ਬੰਦੇ ਬੜੇ ਫੁਕਰੇ ਜਿਹੇ ਹੁੰਦੇ ਨੇ, ਉਹ ਐਵੇਂ ਫੇਸਬੁੱਕ ਤੇ ਪਾ ਦਿੰਦੇ ਨੇ ਕਿ ਆਈ ਲਵ ਯੂ ਮਾਈ ਵਾਈਫ, ਉਹ ਕੁੜੀ ਵੀ ਕਹੀ ਜਾਂਦੀ ਆਈ ਲਵ ਯੂ ਮਾਈ ਹਸਬੈਂਡ। ਲਵ ਕਹਿਣ ਦੇ ਨਾਲ ਲਵ ਨਹੀਂ ਹੁੰਦਾ। ਲਵ ਤੇ ਮਤਲਬ ਇਹ ਹੈ ਕਿ ਤੁਸੀਂ ਉਹਦੀ ਕੇਅਰ ਕਿੰਨੀ ਕਰਦੇ ਜੋ, ਤੁਸੀਂ ਉਹਦੇ ਨਾਲ ਕਿੰਨਾ ਕੁ ਸਟੈਂਡ ਕਰਦੇ ਜੋ। ਹੋ ਸਕਦਾ ਉਹ ਟੈਂਪਰ ਚ ਆ ਗਿਆ, ਗੁੱਸਾ ਚੜ ਗਿਆ ਉਹਨੂੰ। ਜੇ ਤੁਸੀਂ ਲਵ ਕਰਦੇ ਜੇ ਤੇ ਉਹਦੇ ਗੁੱਸੇ ਨੂੰ ਆਪਣੇ ਆਪ ਤੇ ਬਰਦਾਸ਼ਤ ਕਰੋ। ਉਹ ਸ਼ਿਵ ਜੀ ਨੇ ਵੇਖਿਆ ਸੀ ਨਾ, ਨਿੱਜਰ ਸਾਹਿਬ ਕਾਲੀ ਮਾਤਾ ਨੂੰ ਗੁੱਸਾ ਆ ਗਿਆ ਸੀ ਤੇ ਸ਼ਿਵ ਜੀ ਲੰਡ ਥੋੜੀ ਗਿਆ ਸੀ, ਉਹਦੇ ਅੱਗੇ ਲੰਮੇ ਪੈ ਗਏ। ਸ਼ਿਵ ਜੀ ਦੀ ਛੱਤ ਜੋ ਕਹਾਵਤ ਆ ਕਿ ਉਹ ਗੰਗਾ ਵਗਦੀ ਆ ਤੇ ਜਦੋਂ ਚਲੋ ਕੁਛ ਜੋ ਵੀ ਇਤਿਹਾਸ ਜੋੜਿਆ ਹੁੰਦਾ, ਬਾਅਦ ਦੇ ਵਿੱਚ ਉਹ ਜਿਹੜੀ ਕਾਲੀ ਮਾਤਾ ਕਹਿੰਦੇ ਸ਼ਾਂਤ ਹੋ। ਇਸੇ ਹੀ ਤਰ੍ਹਾਂ ਇਨਸਾਨ ਦੇ ਅੰਦਰ ਜਦੋਂ ਕਾਲੀ ਮਾਤਾ ਆਉਂਦੀ ਹੈ ਜਾਂ ਕੋਈ ਬੰਦੇ 'ਚ ਗੁੱਸਾ ਆ ਜਾਂਦਾ ਹੈ, ਉਸ ਟਾਈਮ ਤੇ ਜੇ ਤੁਸੀਂ ਪਿਆਰ ਕਰਦੇ ਜੋ ਨਾ ਅਗਲੇ ਨੂੰ, ਤੇ ਉਹਦਾ ਗੁੱਸਾ ਇਹਨੂੰ ਬਰਦਾਸ਼ਤ ਕਰੋ ਥੋੜਾ ਜਿਹਾ, ਉਹਨੂੰ ਵੀ ਬੋਲਣ ਦਾ ਹੱਕ ਦਵੋ। ਉਹ ਬੰਦਾ ਕਿੰਨਾ ਕੁ ਵਿਚਾਰਾ ਸੋਚ ਇੰਨਾ ਅਪਸੈਟ ਹੋ ਗਿਆ ਤੇ ਹੁਣ ਉਹਦੇ ਕੋਲ ਕੰਟਰੋਲ ਹੀ ਨਹੀਂ ਰਿਹਾ, ਸੀਟੀ ਵੱਜ ਗਈ। ਹੁਣ ਜਿਹੜੇ ਬੰਦੇ ਨੂੰ ਡਿਪਰੈਸ਼ਨ ਹੁੰਦੀ ਹੈ, ਐਂਗਜ਼ਾਇਟੀ ਹੁੰਦੀ ਆ, ਉਹ ਬੰਦੇ ਸਾਰੇ ਇਹੋ ਹੀ ਹੁੰਦੇ ਨੇ। ਉਹ ਬੰਦੇ ਆਪਣੇ ਆਪ 'ਚ ਬਹੁਤ ਆਪਣੇ ਆਪ ਨੂੰ ਅਲੋਨ ਫੀਲ ਕਰਦੇ ਆ, ਇਕੱਲਾ ਫੀਲ ਕਰਦੇ ਆ, ਔਰ ਇਸ ਕਰਕੇ ਦਵਾਈ ਖਾਣੀ ਪੈਂਦੀ ਉਹਨਾਂ ਵਿਚਾਰਿਆਂ ਨੂੰ, ਕਿਉਂਕਿ ਉਹਨਾਂ ਦੀ ਆਪਾਂ ਗੱਲ ਸੁਣਦੇ ਹੀ ਨਹੀਂ। ਆਪਾਂ ਉਹਨਾਂ ਦੀ ਗੱਲਾਂ ਸੁਣਦੇ ਆ, ਹਾਂਜੀ ਕੀ ਹਾਲ ਆ, ਬੱਚਿਆਂ ਦਾ ਕੀ ਹਾਲ ਆ, ਵਧੀਆ ਜੀ, ਬੱਚੇ ਸਕੂਲੋਂ ਆ ਗਏ ਨੇ, ਬੱਚੇ ਟਿਊਸ਼ਨ ਪੜ੍ਹਨ ਚੱਲ ਗਏ ਨੇ, ਹੋਰ ਘਰੇ ਆਉਣ ਕੌਣ ਆਇਆ ਸੀ, ਕੌਣ ਗਿਆ ਸੀ, ਬਿਜਲੀ ਦਾ ਬਿੱਲ ਦੇਤਾ ਹੀ, ਫਲਾਣਾ ਕੰਮ ਕਰਤਾ ਹੀ, ਚਲੋ ਗੱਲ ਖਤਮ ਹੋ ਗਈ। ਗੱਲਾਂ ਇਹੋ ਹੀ ਕਰਦੇ ਆ ਆਪਾਂ ਘਰਾਂ 'ਚ। ਕਿਉਂ ਕਰਦੇ ਆ? ਕਿਉਂਕਿ ਆਪਾਂ ਨੇੜਤਾ ਕੰਮ ਪੈਦਾ ਨਹੀਂ ਕਰਦੇ। ਰਿਸ਼ਤਾ ਜਿਹੜਾ ਹੁੰਦਾ ਨਾ, ਰਿਸ਼ਤੇ ਨੂੰ ਨਿੱਜਰ ਸਾਹਿਬ ਸੀਚਣਾ ਪੈਂਦਾ ਹੈ। ਜਿੱਦਾਂ ਛੋਟਾ ਰੁੱਖ ਹੁੰਦਾ ਨਾ, ਮੈਂ ਮਹਿਸੂਸ ਕਰਦਾ ਕਿ ਜਿੱਦਾਂ ਰੁੱਖ ਨੂੰ ਆਪਾਂ ਪਾਣੀ ਪਾਉਂਦੇ ਆ, ਖਾਦ ਪਾਉਂਦੇ ਆ, ਉਹਦੇ ਲਾਗੇ ਘਾਹ ਘੂ ਨੂੰ ਵੜਦੇ ਆ, ਇਸੇ ਹੀ ਤਰ੍ਹਾਂ ਜਦੋਂ ਰਿਸ਼ਤੇ ਹੁੰਦੇ ਆ, ਰਿਸ਼ਤਿਆਂ ਨੂੰ ਸਾਂਭਣਾ ਪੈਂਦਾ, ਉਹਦੀ ਕਦਰ ਕਰਨੀ ਪੈਂਦੀ ਆ। ਜੇ ਛੋਟਾ ਮੋਟਾ ਗਲਤ ਫਹਿਮੀਆਂ ਦਾ, ਮਿਸ ਅੰਡਰਸਟੈਂਡਿੰਗ ਦਾ ਘਾਹ ਉੱਗਦਾ ਹੈ ਨਾ ਨਿੱਜਰ ਸਾਹਿਬ, ਉੱਥੇ ਗੋਡੀ ਕਰਨੀ ਪੈਂਦੀ ਹੈ। ਬਿਲਕੁਲ। ਤੇ ਜੇ ਆਪਾਂ ਨਹੀਂ ਗੋਡੀ ਕਰਾਂਗੇ ਤੇ ਇੱਕ ਸਮਾਂ ਆਊਗਾ ਉਹ ਰੁੱਖ ਤੇ ਲੱਭਣਾ ਹੀ ਨਹੀਂ ਉੱਥੇ ਗੰਦਮੰਦ ਉੱਗ ਜਾਣਾ। ਅੱਜ ਥੋੜਾ ਜਿਹਾ ਮੈਂ ਕਥਾ ਤੋਂ ਥੋੜਾ ਆਊਟ ਹੋ ਗਿਆ, ਬਟ ਇਹ ਗੱਲਾਂ ਬੜੀਆਂ ਪੁਆਇੰਟ ਦੀਆਂ ਗੱਲਾਂ ਨੇ, ਤੁਸੀਂ ਇਹਨਾਂ ਨੂੰ ਪਲੀਜ਼ ਜ਼ਿੰਦਗੀ 'ਚ ਇੰਪਲੀਮੈਂਟ ਕਰੋ। ਜੋ ਵੀ ਤੁਹਾਡੇ ਜੀਵਨ 'ਚ ਹੈਗਾ, ਦੇਖੋ ਆਪਾਂ ਜੀਵਨ 'ਚ ਪੁਰਜਾ ਤੇ ਨਹੀਂ ਚੇਂਜ ਕਰ ਸਕਦੇ। ਮੈਂ ਇੱਕ ਚੀਜ਼ ਤੇ ਆਪ ਜੀ ਨੂੰ ਸਿੱਧਾ ਕਹਿੰਦਾ ਵਾਂ, ਪਲੀਜ਼ ਇਹ ਟਾਇਰ ਨੂੰ ਚੇਂਜ ਕਰਨ ਦੇ ਚੱਕਰ 'ਚ ਨਾ ਪਾਓ। ਪਹਿਲੀ ਗੱਲ ਤੇ ਜੇ ਕਰ ਸਕਦੇ ਤੇ ਕਰ ਦੋ, ਪਰ ਜੇ ਤੇ ਨਹੀਂ ਕਰ ਸਕਦੇ ਤੇ ਫਿਰ ਉਸ ਟਾਇਰ ਦੇ ਨਾਲ ਕਿੱਦਾਂ ਸਰਵਾਈਵ ਕਰਨਾ ਹੈ, ਕਿੱਦਾਂ ਉਹਦੀਆਂ ਚੰਗਿਆਈਆਂ ਲੱਭੋ ਫਿਰ। ਔਰ ਉਹ ਜੇ ਕੋਈ ਚੰਗਿਆਈ ਹੈਗੀ ਆ
ਕੋਈ ਵੀ ਬੰਦਾ ਪਰਮਾਤਮਾ ਤੇ ਧਰਤੀ ਤੇ ਐਸਾ ਬੰਦਾ ਨਹੀਂ ਨਿੱਜਰ ਸਾਹਿਬ ਬਣਿਆ ਜਿਹਦੇ ਚ ਗੁਣ ਨਾ ਹੋਵੇ। ਬਿਲਕੁਲ ਸਹੀ ਗੱਲ ਹੈ। ਔਰ ਹਰ ਇੱਕ ਇਨਸਾਨ ਐਸਾ ਵੀ ਨਹੀਂ ਬਣਿਆ, ਹਾਂਜੀ ਨਿੱਜਰ ਸਾਹਿਬ, ਐਸਾ ਵੀ ਨਹੀਂ ਬਣਿਆ ਗੋਰਖੀ ਸਾਹਿਬ ਜਿਹਦੇ ਵਿੱਚ ਅਵਗੁਣ ਨਾ ਹੋਏ, ਇਹ ਵੀ ਹੈਗਾ। ਹਾਂ ਔਖੇ ਤੇ ਹੋ ਤੇ ਪਾਣੀ ਖੁਦ ਕਹਿੰਦੇ ਗੁਨਾਹੀ ਭਰਿਆ ਮੈਂ ਫਿਰ ਤੇ ਲੋਕ ਕਹਿਣ ਦਰਵੇਸ਼ ਬ੍ਰਹਮ ਗਿਆਨੀ ਕਹਿ ਰਹੇ ਹੈ। ਬਿਲਕੁਲ। ਉਹ ਕਹਿੰਦੇ ਕਿ ਲੋਕ ਮੈਨੂੰ ਸਮਝਦੇ ਕਿ ਮੈਂ ਤੇ ਦਰਵੇਸ਼ ਹੈਗਾ, ਪਰ ਮੈਂ ਤੇ ਦਰਵੇਸ਼ ਦਾ ਮਤਲਬ ਕਿ ਪਰਮਾਤਮਾ ਦੇ ਘਰ ਜਾਣ ਵਾਲਾ, ਮੈਂ ਤੇ ਗੁਨਾਹ ਦੇ ਨਾਲ ਭਰਿਆ। ਤੇ ਉਹ ਕਹਿੰਦੇ ਕਾਲਾ ਮੇਡਾ ਕੱਪੜਾ ਕਾਢਾ ਮੇੜਾ ਵੇਖ ਗੁਨਾਹੀ ਭਰਿਆ ਮੈਂ ਫਿਰ ਤੇ ਲੋਕ ਕਹਿਣ ਦਰਵੇਸ਼। ਬੜੀ ਉੱਚੀ ਗੱਲ ਕਹਿ ਗਏ ਨੇ, ਉਹ ਸਾਨੂੰ ਸਮਝਾ ਕੇ ਗਏ ਨੇ। ਕਹਿੰਦੇ ਜੇ ਤੂੰ ਜ਼ਿੰਦਗੀ ਦੇ ਵਿੱਚ, ਕਹਿੰਦੇ ਮੇਰੀ ਗੱਲ ਆਪ ਥੋੜੀ ਜਿਹੀ ਜੇ ਤੁਸੀਂ ਪੱਲੇ ਬੰਨ ਲਓਗੇ ਨਾ ਤੁਹਾਡਾ ਜੀਵਨ ਸਵਰਗ ਹੋ ਜੂ। ਕਹਿੰਦੇ ਜੇ ਤੂੰ ਚੰਗਿਆਈ ਲੱਭਣੀ ਆ ਤੇ ਸੱਜਣਾ ਦੂਜਿਆਂ ਚ ਲੱਭ, ਤੂੰ ਬੁਰਾਈ ਲੱਭਣੀ ਆ ਤੇ ਆਪਣੇ ਆਪ ਚ ਲੱਭ। ਬਹੁਤ ਵਧੀਆ ਜੀ, ਬਿਲਕੁਲ ਵਧੀਆ। ਇੱਕ ਛੋਟਾ ਜਿਹਾ ਫਾਰਮੂਲਾ, ਇਹਨੂੰ ਫੜ ਕੇ ਬਹਿ ਜਾਓਗੇ ਤੇ ਤੁਹਾਨੂੰ ਵੇਖੋ ਦੁਨੀਆ ਸਾਰੀ ਚੰਗੀ ਨਜ਼ਰ ਆਊਗੀ। ਹਾਂਜੀ, ਆਪਾਂ ਫਿਰ ਇੱਥੇ ਕਥਾ ਤੇ ਵਾਪਸ ਆ ਜਾਂਦੇ ਨੇ। ਕਹਿੰਦੇ ਕਿ ਸਭ ਤੋਂ ਪਹਿਲਾਂ ਜਿਹੜੀ ਆਪਾਂ ਡਾਊਨ ਜਾਂਦੇ ਆ, ਪਰਮਾਤਮਾ ਤੋਂ ਦੂਰ ਜਾਂਦੇ ਆ, ਉਹਦੇ ਲਈ 3 ਚੀਜ਼ਾਂ ਕਬੀਰ ਜੀ ਨੇ ਬੜੀ ਕਲੀਅਰਲੀ ਸਮਝਾ ਦਿੱਤੀਆਂ ਨੇ। ਪਹਿਲੀ ਗੱਲ ਕਹੀ ਮੋਹ। ਮੋਹ ਇੱਕ ਐਸਾ ਹੁੰਦਾ ਹੈ ਰਿਸ਼ਤਾ, ਜਦੋਂ ਰਾਗ ਹੋ ਜਾਂਦਾ ਹੈ ਤੇ ਫਿਰ ਉਹ ਬੰਦੇ ਨੂੰ ਦੁਨੀਆ ਜੀ ਨਹੀਂ ਦਿੰਦੀ, ਉਹ ਫਿਰ ਅੰਨਾ ਹੋ ਜਾਂਦਾ ਹੈ। ਉਹਨੂੰ ਹੀ ਦਿਸਦਾ ਸਹੀ ਕੀ ਗਲਤ ਕੀ, ਉਹਨੇ ਮੋਹ ਦੇ ਵਿੱਚ ਕੁਝ ਵੀ ਕਰ ਦੇਣਾ। ਇਹ ਯਕੀਨ ਨਹੀਂ ਕਰਨਾ ਤੇ ਤੁਸੀਂ ਦੇਖੋ ਇਤਿਹਾਸ ਪੜ੍ਹੋ, ਮੋਹ ਦੇ ਵਿੱਚ ਆ ਕੇ ਲੋਕਾਂ ਨੇ ਕਿੰਨੇ ਖਤਰਨਾਕ ਕੰਮ ਕੀਤੇ। ਉਸ ਤੋਂ ਬਾਅਦ ਕਹਿੰਦੇ ਤ੍ਰਿਸ਼ਨਾ। ਤ੍ਰਿਸ਼ਨਾ ਇੱਕ ਐਸੀ ਪ੍ਰਚੰਡ ਅਗਨ ਹੈ ਜਿਹਨੇ ਤੁਹਾਡੇ ਜੀਵਨ ਨੂੰ ਨਸ਼ਟ ਕਰ ਦੇਣਾ, ਤੁਹਾਨੂੰ ਸੰਤੁਸ਼ਟ ਨਹੀਂ ਹੋਣ ਦੇਣਾ, ਤੁਹਾਡੇ ਅੰਦਰ ਅਸ਼ਾਂਤੀ ਪੈਦਾ ਕਰ ਦੇਣੀ ਹੈ। ਹੁਣ ਉਹ ਕਹਿੰਦੇ ਕਿ ਤੀਜੀ ਗੱਲ ਕਹਿੰਦੇ ਆ ਕਿ ਦੁਰਮਤ। ਦੁਰਮਤ ਤੇ ਸਾਰਿਆਂ ਦੀ ਜਨਨੀ ਹੈ, ਇਹਨਾਂ ਦੀ ਮਾਂ ਹੈਗੀ। ਉਹ ਕਹਿੰਦੀ ਆ, ਉਹ ਇਹ ਦੋਵਾਂ ਨੂੰ, ਮੋਹ ਨੂੰ ਤੇ ਤ੍ਰਿਸ਼ਨਾ ਨੂੰ ਸਪੋਰਟ ਕਰਦੀ। ਉਹ ਕਹਿੰਦੀ ਆ ਤੂੰ ਏਦਾਂ ਕਰ, ਮੋਹ ਦੇ ਵਿੱਚ ਜੀਵਨ ਬਤੀਤ ਕਰ। ਫਿਰ ਉਹ ਉਹ ਕਹਿੰਦੀ ਐੜੀ ਚੀਜ਼ ਹੈਗੀ, ਇਹਨੂੰ ਛੱਡ, ਤੂੰ ਹੋਰ ਲੱਭ। ਮਾੜੇ ਕੰਮ ਕਰਨੇ ਆ, ਤੁਹਾਨੂੰ ਇੱਕ ਸਲਾਹ ਦਿੰਦੀ ਹੈ ਨਿੱਜਰ ਸਾਹਿਬ, ਦੁਰਮਤ। ਬਿਲਕੁਲ, ਦੁਰਮਤ ਮਾੜੇ ਕੰਮ ਕਰਨ ਦੀ ਪੂਰੀ ਟੈਕਨੀਕ ਦੱਸਦੀ ਹੈ ਵੀ ਸਾਹਮਣੇ ਵਾਲੇ ਦਾ ਪੈਸਾ, ਸਾਹਮਣੇ ਵਾਲੇ ਦਾ ਹੋਰ ਜਿਹੜਾ ਹੈਗਾ ਚੀਜ਼ਾਂ ਕਿਸ ਤਰ੍ਹਾਂ ਆਪਾਂ ਨੇ ਹਥਿਆਉਣੀਆਂ ਹੈ। ਤੁਹਾਨੂੰ ਕੋਈ ਮਾੜਾ ਕੰਮ ਕਰਨਾ ਹੈ, ਦੁਰਾਚਾਰੀ ਦਾ ਕੰਮ ਕਰਨਾ, ਦੱਸੋ ਕਿ ਰਾਤ ਨੂੰ ਕਿੱਦਾਂ ਜਾਣਾ ਹੈ, ਕਿੱਦਾਂ ਕਿਸੇ ਨੂੰ ਕੀ ਕਰਨਾ ਹੈ। ਇਹ A to Z ਦੁਰਮਤ ਦੇ ਅੰਦਰ ਔਗਣ ਹੁੰਦੇ ਨੇ, ਏਡੀ ਖਤਰਨਾਕ ਹੁੰਦੀ ਹੈ। ਜੇਕਰ ਚਾਹਵੇ ਤੇ ਤੁਹਾਡਾ ਜੀਵਨ ਨਸ਼ਟ ਕਰ ਦੇਗੀ, ਪਰ ਬਾਅਦ ਚ ਤੁਸੀਂ ਪਛਤਾਉਣਾ ਜ਼ਰੂਰ ਹੈ। ਨਿੱਜਰ ਸਾਹਿਬ ਇਹ ਵੀ ਸੱਚ ਜੇ। ਮੈਂ ਨਾ ਅੱਜ ਮੇਰੇ ਰਿਸ਼ਤੇਦਾਰ ਹੈਗੇ ਆ ਤੇ ਮੈਂ ਉਹਨਾਂ ਨੂੰ ਬੜਾ ਸਮਝਾਉਣਾ ਕਿ ਬਈ ਏਦਾਂ ਨਾ ਕੰਮ ਕਰਿਆ ਕਰੋ, ਇਹ ਪ੍ਰਕਿਰਤੀ ਹੈਗੀ ਹੈ, ਇਹ ਪ੍ਰਕਿਰਤੀ ਵਹਿੰਦੀ ਪਈ ਹੈ ਤੁਹਾਡੇ ਤੇ। ਬਸ ਤੁਹਾਡੀ ਕਿਸ਼ਤੀ ਥੋੜੀ ਜਿਹੀ ਅਜੇ ਖਾਲੀ ਆ, ਕਿਉਂਕਿ ਤੁਹਾਡੇ ਕੋਲ ਪੁੰਨ ਹੈਗੇ ਆ। ਇੱਕ ਸਮਾਂ ਆਉਣਾ ਤੁਹਾਡੇ ਪੁੰਨ ਥੋੜੇ ਜਿਹੇ ਰਹਿ ਗਏ ਨੇ, ਸੜ ਜਾਣੇ ਆ ਤੁਹਾਡੇ। ਮੈਂ ਤੁਹਾਡੀ ਕਿਸ਼ਤੀ ਡੋਬ ਦੇਣੀ ਆ। ਮੁੜ ਕੇ ਮੈਂ ਤੁਸੀਂ ਅੱਖਾਂ ਚ ਨਾ ਘਸੁੰਨ ਵਾੜ ਕੇ ਰੋਣਾ। ਮੈਂ ਸੱਚਾ ਬੰਦਾ ਤੇ ਵੱਜੂਗਾ, ਉਹਨੂੰ ਤੇ ਸੱਟ ਵੱਜੂਗੀ, ਉਹਨੂੰ ਤੇ ਵੱਜਣਾ। ਪਰ ਜਦੋਂ ਬੰਦਾ ਮਾੜੇ ਕਰਮ ਵਾਲੇ ਨੂੰ ਸੱਟ ਵੱਜਦੀ ਨਾ, ਚਪੇੜ ਵੱਜਦੀ ਨਾ ਕੁਦਰਤੀ, ਤੇ ਉਹਨੂੰ ਹੋਸ਼ ਹੀ ਨਹੀਂ ਆਉਣੀ। ਉਹਨੂੰ ਕੋਈ ਇੱਕੋ ਹੀ ਰਸਤਾ ਵੱਜਣਾ, ਉਹਨੇ ਫਿਰ ਸੁਸਾਈਡ ਕਰਨਾ ਹਰ ਕੇ ਕਿ ਹਾਂ ਮੈਂ ਜੀਵਨ ਦੀ ਹੱਤਿਆ ਕਰ ਲਾਂ, ਕਿ ਇੰਨਾ ਜ਼ਿੰਦਗੀ ਨੂੰ ਡਿਸਟਰਬ ਕਰ ਲਿਆ। ਇਸ ਕਰਕੇ ਮੈਂ ਜਿਹੜੀ ਜ਼ਿੰਦਗੀ ਵਧੀਆ ਚੱਲਦੀ ਹੈ ਨਾ, ਉਹਦੀ ਰਿਸਪੈਕਟ ਕਰੋ ਤੇ ਪਲੀਜ਼ ਜਿਹੜੀ ਡਰਾਈਵ ਨਾ ਗਲਤ ਨਾ ਕਰੋ ਜੀਵਨ ਨੂੰ, ਕਿਉਂਕਿ ਪ੍ਰਕਿਰਤੀ ਵਹਿੰਦੀ ਪਈ ਆ। ਪ੍ਰਕਿਰਤੀ ਤੇ ਰੱਬ ਨੇ ਬਣਾਈ ਆ, ਉਹ ਤੇ ਧਰਮ ਹੈਗਾ। ਕਿਉਂਕਿ ਜਦੋਂ ਤੂੰ ਗਲਤ ਰਸਤੇ ਨੂੰ ਫੋਲੋ ਕੀਤਾ ਨਿੱਜਰ ਸਾਹਿਬ, ਤੂੰ ਗਲਤ ਡਰਾਈਵ ਕੀਤੀ, ਤੇਰੀ ਗੱਡੀ ਰੁੱਖ ਤੇ ਵੱਜਣੀ ਆ। ਬਿਲਕੁਲ ਵੱਜਣੀ। ਜੇ ਤੂੰ 2-4 ਸਾਲ 10-12 ਸਾਲ ਬਚ ਗਿਆ ਤੇ ਇਹ ਨਾ ਸੋਚ ਤੂੰ ਬਚ ਗਿਆ ਵਾ, ਉਹ ਤੇਰੇ ਪਿੱਛੇ ਪੁੰਨ ਆ। ਉਹ ਜਿੱਦਾਂ ਤੇਰੇ ਪੁੰਨ ਖਤਮ ਹੋ ਗਏ ਤੇ ਤੇਰੀ ਖਲੋਤੀ ਗੱਡੀ ਚ ਰੋਕ ਕੇ ਵੱਜ ਜਾਣਾ। ਬਿਲਕੁਲ ਹਾਂਜੀ ਨਿੱਜਰ ਸਾਹਿਬ, ਅੱਗੇ ਚੱਲੀਏ। ਬਹੁਤ ਵਧੀਆ ਗੋਰਖੀ ਸਾਹਿਬ, ਬਹੁਤ ਵਧੀਆ। ਹੁਣ ਦੇਖੋ ਕਹਿੰਦੇ ਆਹ ਜਿਹੜੀ ਹੈਗੀ, ਦੇਖੋ ਸਭ ਤੋਂ ਪਹਿਲਾਂ ਗਿਆਨ ਆਉਣਾ ਆ, ਆਹ ਚੀਜ਼ਾਂ ਜਾਣੀਆਂ ਆ। ਕਹਿੰਦੇ ਜੀ ਅੰਮ੍ਰਿਤ ਨਹੀਂ ਆ ਰਿਹਾ, ਜਿਹੜੀ ਹੈਗੀ ਅੰਮ੍ਰਿਤ। ਆਹ ਹੁਣ ਦੇਖੋ ਕੀ ਕਹਿ ਰਹੇ ਕਬੀਰ ਜੀ, ਕਹਿੰਦੇ ਆਂਦੀ ਪਾਛੇ ਜੋ ਜਲ ਬਰਖੈ, ਆ ਲੋ ਆ ਗਿਆ ਅੰਮ੍ਰਿਤ। ਆਂਦੀ ਪਾਛੇ, ਆਂਦੀ ਆਉਣ ਤੋਂ ਪਿੱਛੇ ਕਹਿੰਦੇ ਅੰਮ੍ਰਿਤ ਆਉਣਾ ਹੈ ਭਾਈ। ਆਹ ਚੀਜ਼ਾਂ ਜਾਣੀਆਂ ਹੈ ਪਹਿਲੀਆਂ, ਦੇਖ ਲਓ ਸਾਰੀਆਂ ਦੀਆਂ ਸਾਰੀਆਂ। ਇਹ ਮਾਇਆ ਦੀਆਂ ਜਿਹੜੀਆਂ ਹੈਗੀਆਂ, ਮੋਹ ਦਾ ਜਿਹੜਾ ਹੈਗਾ, ਤ੍ਰਿਸ਼ਨਾ, ਦੁਰਮਤ। ਆਂਦੀ ਪਾਛੇ ਜੋ ਜਲ ਬਰਖੈ, ਤਿਹ ਤੇਰਾ ਜਨ ਭੀਨਾ। ਕਹਿੰਦੇ ਬਸ ਤੇਰਾ ਜਨ ਤਾਂ ਉਹਦੇ ਵਿੱਚ ਭਿੱਜ ਗਿਆ, ਕਹਿੰਦੇ ਬਸ ਮਸਤ ਹੋ ਗਿਆ। ਜਿਹੜਾ ਅੰਮ੍ਰਿਤ ਆ ਗਿਆ, ਅਮਰ ਹੋ ਗਿਆ। ਹੁਣ ਆਂਦੀ ਪਾਛੇ ਜੋ ਜਲ ਬਰਖੈ, ਤਿਹ ਤੇਰਾ ਜਨ ਭੀਨਾ। ਕਹਿ ਕਬੀਰ ਮਨੇ ਭਇਆ ਪ੍ਰਗਾਸਾ, ਉਦੈ ਪਾਨ ਜਪ ਛੀਨਾ। ਲਓ ਪ੍ਰਕਾਸ਼ ਹੋ ਗਿਆ, ਮਨ ਦੇ ਵਿੱਚ ਆਤਮਾ ਪਹੁੰਚ ਗਿਆ। ਆਤਮਾ ਦੇ ਵਿੱਚ ਆਤਮਾ ਨੂੰ ਛੀਨ ਲਿਆ। ਉਦੈ ਪਾਨ ਕਹਿੰਦੇ ਆ ਸੂਰਜ ਚੜ ਗਿਆ ਭਾਈ। ਕਰੋੜਾਂ ਜਿਹੜੇ ਹੈਗੇ
ਕਰੋੜਾਂ ਸੂਰਜ ਜਿਹੜੇ ਹੈਗੇ ਕਹਿੰਦੇ ਉਹਦਾ ਮੁਕਾਬਲਾ ਨਹੀਂ ਕਰ ਸਕਦੇ। ਉਹ ਮਾਲਕ ਪਰਮਾਤਮਾ ਦਾ ਜਦ ਅੰਦਰ ਜੋਤ ਪ੍ਰਗਟ ਹੁੰਦੀ ਹੈ। ਹਾਂਜੀ ਵੀਰ ਜੀ। ਹਾਂਜੀ, ਇਹ ਬੜੀ ਸੋਹਣੀ ਗੱਲ ਸਮਝਾਈ ਜੀ। ਹੁਣ ਉਹ ਕਹਿੰਦੇ ਕੀ ਹੋਇਆ, ਕੀ ਕਹਿੰਦੇ ਆਂਦੀ ਪਾਸੇ ਜੋ ਜਲ ਬਰਸੇ ਤੈ ਤੇਰਾ ਜਨ ਪੀਣਾ। ਹੁਣ ਕੀ ਹੋਇਆ, ਕਹਿੰਦੇ ਕਿ ਬਈ ਭਿੱਜ ਗਿਆ ਪੀਣਾ। ਕੀ ਹੋਇਆ, ਕਹਿੰਦੇ ਕਿ ਆਂਦੀ ਬਰਸੀ ਗਿਆਨ ਦੀ, ਵਿਵੇਕ ਬੁੱਧੀ ਦੀ। ਉਹਨੇ ਕੀ ਕੀਤਾ ਕਿ ਮੋਹ ਤ੍ਰਿਸ਼ਨਾ ਤੇ ਦੁਰਮਤ ਨੂੰ ਮੇਰੇ ਕੋਲੋਂ ਦੂਰ ਕਰਤਾ। ਜਿਹੜਾ ਉੱਤੇ ਕਹਿੰਦੇ ਨਾ ਕਿ ਭਾਂਡਾ ਫੂਟਾ, ਪਹਿਲਾਂ ਵੇਖੋ ਪਹਿਲੇ ਤੁਕ ਚ ਫੁੱਲ ਫੁੱਟਿਆ ਉਹਨਾਂ ਨੇ ਕਿ ਭਾਂਡਾ ਦੁਰਮਤ ਦਾ ਭਾਂਡਾ ਫੁੱਟ ਗਿਆ। ਦੁਰਮਤ ਹੀ ਲਿਖੀ, ਕੀ ਲਿਖਿਆ? ਦੁਰਮਤ ਹੀ ਲਿਖੀ। ਬਿਲਕੁਲ ਦੁਰਮਤ। ਦੁਰਮਤ ਦਾ ਭਾਂਡਾ ਕੀ ਹੁੰਦਾ? ਜੇ ਹਿਰਦਾ ਕਮਲ ਕਹਿ ਦਿੰਦੇ ਆ, ਬਸ ਉਹ ਹਿਰਦੇ ਕਮਲ ਚ ਸਾਰੇ ਦੁਰਮਤ ਦੇ ਸੰਸਕਾਰ ਸੀਗੇ, ਸਾਰੇ ਦੇ ਸਾਰੇ ਖਤਮ ਹੋ ਗਏ। ਹਾਂ, ਉਹ ਕਹਿੰਦੇ ਕਿ ਜਿਹੜਾ ਸੌਫਟਵੇਅਰ ਗਲਤ ਚੜ ਗਿਆ ਸੀ, ਜਿਹੜੇ ਗਲਤ ਮੇਰੀਆਂ ਆਦਤਾਂ, ਬੁਰੀਆਂ ਸੰਗਤਾਂ, ਜਿਹੜੇ ਸੰਸਕਾਰ ਜਿਹੜੇ ਮੇਰੇ ਅੰਦਰ ਇਕੱਠੇ ਹੋ ਗਏ ਸੀ, ਜਿਹੜੇ ਮੇਰੀਆਂ ਇੰਦਰੀਆਂ ਨੂੰ ਲਈ ਫਿਰਦੇ ਸੀ, ਗੁਲਾਮ ਬਣਾ ਕੇ ਰੱਖਿਆ ਸੀ ਮੈਨੂੰ ਮਨ ਦੇ ਰੂਪ ਚ, ਉਹ ਲਈ ਫਿਰਦੇ ਸੀ। ਕੀ ਹੋਇਆ ਕਿ ਐਸੀ ਆਂਧੀ ਆਈ, ਮੇਰੇ ਅੰਦਰ ਵਿਵੇਕ ਪੈਦਾ ਹੋ ਗਿਆ, ਮੇਰੇ ਅੰਦਰ ਗਿਆਨ ਪੈਦਾ ਹੋ ਗਿਆ। ਫਿਰ ਮੈਂ ਕੀ ਕੀਤਾ, ਇਹ ਮੇਰਾ ਭਾਂਡਾ ਫੁੱਟ ਗਿਆ। ਭਾਂਡਾ ਫੁੱਟ ਗਿਆ ਮਤਲਬ ਮੈਂ ਮੁਕਤ ਹੋ ਗਿਆ, ਮੈਂ ਮੋਹ ਤੋਂ ਮੁਕਤ ਹੋ ਗਿਆ, ਤ੍ਰਿਸ਼ਨਾ ਤੋਂ ਮੁਕਤ ਹੋ ਗਿਆ, ਤੇ ਮੈਂ ਦੁਰਮਤ ਤੋਂ ਮੁਕਤ ਹੋ ਗਿਆ। ਜਦੋਂ ਇੱਥੋਂ ਮੁਕਤ ਹੋ ਗਿਆ ਤੇ ਫਿਰ ਮੈਂ ਕੀਤਾ ਕਿ ਜਿਹੜਾ ਪਰਮਾਤਮਾ ਤੋਂ ਆਪੋਜਿਟ, ਜਿਹੜਾ ਦੂਜੀ ਤਰ੍ਹਾਂ ਮਤਲਬ ਆਪੋਜਿਟ ਦਾ ਮਤਲਬ ਹੁੰਦਾ ਉਲਟਾ, ਜਿਹੜਾ ਮੈਂ ਉਲਟਾ ਜਾ ਰਿਹਾ ਸੀ, ਉਸ ਰਸਤੇ ਦਾ ਮੈਂ ਤਿਆਗ ਕਰਦਾ। ਤੇ ਫਿਰ ਮੈਂ ਕੀਤਾ ਕਿ ਮੈਂ ਪਰਮਾਤਮਾ ਵੱਲ ਗਤੀ ਕੀਤੀ। ਹੁਣ ਜਦੋਂ ਤੁਸੀਂ ਚੰਗੇ ਕੰਮ ਕਰੋਗੇ, ਪਰਮਾਤਮਾ ਦੀ ਹੁਕਮ 'ਚ ਚੱਲੋਗੇ, ਉਹਦੀ ਰਜਾ 'ਚ ਚੱਲੋਗੇ, ਧਰਮ ਦੇ ਅਨੁਸਾਰ ਜੀਵਨ ਬਤੀਤ ਕਰੋਗੇ, ਤੇ ਫਿਰ ਤੁਹਾਨੂੰ ਪਰਮਾਤਮਾ ਨੂੰ ਲੱਭਣ ਦੀ ਥੋੜੀ ਲੋੜ ਹੈ ਨਿੱਜਰ ਸਾਹਿਬ। ਬਸ ਉਹ ਤਾਂ ਸਾਹਮਣੇ ਹੀ ਆਏਗਾ। ਫਿਰ ਪ੍ਰਗਟ ਹੋ ਜਾਣਾ ਉਹਨੇ। ਹਾਂ, ਪਰਮਾਤਮਾ ਕਿਉਂ ਨਹੀਂ ਲੱਭਣ ਦਿਆ? ਕਿਉਂਕਿ ਉਹਨੂੰ ਤੇ ਅਸੀਂ ਆਉਣ ਹੀ ਨਹੀਂ ਦੇਂਦੇ। ਹੁਣ ਤੁਹਾਡੇ ਘਰ ਸੂਰਜ ਕਿੱਥੋਂ ਆ ਜਾਏ ਵਿਚਾਰਾ, ਤੁਸੀਂ ਤੇ ਬੂਹਾ ਬੰਦ ਕੀਤਾ। ਜਿਹੜੇ ਬੱਜਰ ਕਪਾਟ ਨਹੀਂ ਕਹਿੰਦੇ ਆਪਾਂ, ਉਹ ਤੇ ਬੱਜਰ ਕਪਾਟ ਹੈ ਔਗਣਾ ਦੇ। ਬਿਲਕੁਲ ਦੁਰਮਤ। ਹਾਂ, ਇਹ ਤੇ ਆਪ ਹੀ ਮਾਰੇ ਆਪਾਂ। ਰੱਬ ਨੂੰ ਕੀ ਲੋੜ ਪਈ ਮਾਰਨ ਦੀ? ਲੋਕੀ ਤੇ ਐਵੇਂ ਕਹੀ ਜਾਂਦੇ ਆ ਕਿ ਰੱਬ ਬੜਾ ਦੂਰ, ਉਹਨੂੰ ਲੱਭਣਾ ਪੈਣਾ। ਉਹਨੂੰ ਅਸੀਂ ਨਹੀਂ ਲੱਭਣਾ, ਅਸੀਂ ਤੇ ਕੇਵਲ ਬਾਰੀ ਖੋਲਣੀ ਨਿੱਕੀ ਜੀ। ਬਸ ਬਸ ਬਸ। ਹੁਣ ਸੂਰਜ ਨੂੰ ਤੁਸੀਂ ਕੀ ਦੱਸੋ, ਮੇਰੀ ਔਕਾਤ ਹੈਗੀ ਮੈਂ ਸੂਰਜ ਨੂੰ ਅੰਦਰ ਖਿੱਚ ਕੇ ਲੈ ਆਵਾਂ? ਉਹ ਕੀ ਮੇਰੇ ਕਹਿਣ ਤੇ ਬੈਠਾ? ਮੇਰੇ ਘਰ ਨਹੀਂ ਉਹਨੇ ਪ੍ਰਕਾਸ਼ ਭੇਜਣਾ, ਮੈਂ ਉਹ ਬੜਾ ਮੇਰੇ ਨਾਲ ਲਾਗਤਬਾਜ਼ੀ ਆ, ਮੈਂ ਬਹੁਤਾ ਗੰਦਾ ਇਨਸਾਨ ਹੈ। ਉਹ ਕਹਿੰਦਾ ਬਾਰੀ ਖੋਲ ਦੇ। ਤੇ ਹੁਣ ਤੁਸੀਂ ਮੈਨੂੰ ਕਹੋਗੇ ਚਰਨਜੀਤ 200-300 400 ਲੱਖ ਸਾਲ ਪੁਰਾਣੀ ਬਾਰੀ ਬੰਦ ਸੀ, ਤੇਰੀ ਨਹੀਂ ਖੁੱਲਣੀ। ਤੇ ਉੱਥੇ ਕੋਈ ਜੰਗਾਲ ਪਿਆ ਬਾਰੀ, ਉਹ ਤੇ ਕੁੰਡੀ ਆ, ਅਗਿਆਨ ਦੀ ਕੁੰਡੀ ਖੋਲ ਦਾਂਗਾ ਤੇ ਪ੍ਰਕਾਸ਼ ਤੇ 1 ਮਿੰਟ 'ਚ ਹੀ ਆ ਜਾਂਦਾ। ਪਰਮਾਤਮਾ ਤੇ ਸੂਰਜ ਕੋਈ ਫਰਕ ਨਹੀਂ ਲੱਗਦਾ? ਤੁਹਾਨੂੰ ਕੀ ਫਰਕ ਹੈ? ਇਹ ਚੀਜ਼ਾਂ ਖਤਮ ਹੋਣ ਲੱਗੀਆਂ ਨੇ। ਸਾਡੇ 5 ਤੱਤ ਇਹ ਸਨਾਤਨ ਹੈਗੇ ਨੇ, ਇਹ ਨਹੀਂ ਨਸ਼ਟ ਹੋਣਾ। ਇਹ ਲੀਨ ਹੋ ਗਏ ਤੇ ਬ੍ਰਹਮ 'ਚ ਲੀਨ ਹੋਣਗੇ, ਫਿਰ ਪ੍ਰਗਟ ਹੋ ਜਾਣਗੇ। ਇਹ ਬ੍ਰਹਮ ਹੀ ਹੈਗਾ ਆਪਾਂ ਨੂੰ ਜੋ ਵੀ ਦਿਖਦਾ। ਔਰ ਜੇਕਰ ਅਸੀਂ ਸੋਚੀਏ ਤੇ ਬ੍ਰਹਮ ਸਾਨੂੰ ਮੁਕਤ ਕਰਨਾ ਚਾਹੁੰਦਾ। ਬਸ ਇਹ ਵਿੰਦਾ ਪਿਆ ਵਾ, ਤਾਂ ਕੋਈ ਵਿਰਲਾ ਤਾਈਂ ਤੇ ਉੱਠਦਾ ਹੈ, ਹੱਥ ਖੜਾ ਕਰਦਾ ਹੈ ਕਿ ਬਾਰੀ ਖੋਲਾਂਗਾ ਮੈਂ। ਹਾਂਜੀ ਨਿੱਜਰ ਸਾਹਿਬ, ਬਹੁਤ ਵਧੀਆ ਜੀ, ਬਹੁਤ ਵਧੀਆ। ਇਸ ਤੋਂ ਅੱਗੇ ਫਿਰ ਕਬੀਰ ਜੀ ਦਾ ਸ਼ਬਦ ਆ ਗਿਆ। ਅੱਛਾ ਨਿੱਜਰ ਸਾਹਿਬ, ਇੱਕ ਸੈਕਿੰਡ ਤੁਕ, ਲਾਸਟ ਤੁਕ ਰਹਿ ਗਈ ਮੇਰੇ ਕੋਲ। ਕਹੇ ਕਬੀਰ ਮਨ ਪਿਆ ਪ੍ਰਗਾਸਾ। ਹੁਣ ਕਹਿੰਦੇ ਮਨ ਦੇ ਅੰਦਰ ਪ੍ਰਕਾਸ਼ ਪੈਦਾ ਹੋ ਗਿਆ। ਉਹ ਤੁਹਾਡੇ ਅੰਦਰ ਵੇਖਿਆ ਨੀ ਈੜਾ ਪਿੰਗਲਾ ਤੇ ਸੁਪਨਾ ਦਾ ਪ੍ਰਕਾਸ਼, ਉਹਦੀ ਗੱਲ ਕਰਦੇ। ਗਿਆਨ ਕਿੱਥੋਂ ਆਉਣਾ ਵਾ? ਗਿਆਨ ਉਹਦਾ ਹੀ ਆਉਣਾ ਵਾ ਜਿਹੜੀ ਸਾਡੇ ਅੰਦਰ ਵਿਵੇਕ ਆ ਨਾ। ਅਸੀਂ ਕੀ ਕੀਤਾ ਕਿ ਚੇਤਨਾ ਨੂੰ ਕੀ ਕਰਦੇ ਆ, ਉਹਨੂੰ ਉਹਦਾ ਕਮਲ ਨੂੰ ਮੂਧਾ ਕਰ ਦਿੰਦੇ ਆ। ਅਸੀਂ ਕੀ ਕਰਦੇ ਆ, ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਤੋਏ, ਪਰ ਇਹ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ। ਹਾਂ, ਉਹ ਮਤ ਪਾਪਾਂ ਦੇ ਨਾਲ ਕੀਤਾ ਕਿ ਆਪਾਂ ਨਾਭ ਕਮਲ ਉਲਟਾ ਕਰਤਾ, ਉੱਤੇ ਪ੍ਰੈਸ਼ਰ ਪਾਈ ਗਏ ਹਾਰ ਕੇ। ਤੁਹਾਡੇ ਅੰਦਰ ਆਵਾਜ਼ ਆਉਂਦੀ ਆ, ਤੁਸੀਂ ਨਹੀਂ ਵੇਖਦੇ, ਉਹ ਤੁਹਾਨੂੰ ਕਹਿੰਦੀ ਹੈ ਨਾ ਕਿ ਚਰਨਜੀਤ ਤੇ ਇਹ ਮਾੜੀ ਚੀਜ਼ ਹੈ, ਨਾ ਕਰ, ਨਾ ਸੁਣ, ਨਾ ਬੋਲ, ਤੂੰ ਬੋਲਦਾ ਪਿਆ ਏਦਾਂ। ਤੇ ਉਹ ਆਵਾਜ਼ ਬਹੁਤ ਕਮਜ਼ੋਰ ਹੋ ਗਈ ਆ। ਜਿੱਥੇ ਭਗਤੀ ਕੀਤੀ ਨਾ, ਉਹ ਬੜੀ ਪਾਵਰਫੁਲ ਹੋ ਜਾਣੀ ਆ। ਉਹ ਇੰਨੀ ਪਾਵਰਫੁਲ ਹੋ ਜਾਣੀ ਆ, ਉਹਨੇ ਜਿਹੜੀ ਤੁਹਾਡੀ ਘਟੀਆ ਬੁੱਧੀ ਹੈ ਨਾ, ਉਹਨੂੰ ਲਾਗੇ ਵੀ ਨਹੀਂ ਲੱਗਣ ਦੇਣਾ। ਤੇਰਾ ਜਿਹੜੀ ਘਟੀਆ ਬੁੱਧੀ ਬਹੁਤ ਪਾਵਰਫੁਲ ਹੈ, ਕਿਉਂਕਿ ਉਹਦੇ ਕੋਲ 2 ਚੀਜ਼ਾਂ ਹੋਰ ਜੁੜੀਆਂ ਨੇ, ਮੋਹ ਤੇ ਤ੍ਰਿਸ਼ਨਾ ਇੱਕ ਦੂਜੇ ਨਾਲ, ਕਾਫੀ ਪਾਵਰਫੁਲ ਚੀਜ਼ਾਂ। ਤੇ ਜਦੋਂ ਗਿਆਨ ਪੈਦਾ ਹੋਇਆ, ਇਹ ਗਿਆਨ ਉਦੋਂ ਪੈਦਾ ਹੋਣਾ ਜਦੋਂ ਤੁਹਾਡਾ ਮਨ ਜਿਹੜਾ ਪ੍ਰਗਾਸਿਆ ਹੋ ਗਿਆ, ਤੁਹਾਡੇ ਅੰਤਰਾਕਰਨ 'ਚ ਇੱਕ ਜੋਤ ਜਗਣੀ, ਇਹਨੂੰ ਬ੍ਰਹਮ ਜੋਤ ਕਹਿੰਦੇ, ਅਖੰਡ ਜੋਤ। ਜਦ ਤੱਕ ਤੁਹਾਡਾ ਸਰੀਰ ਹੈ ਤਦ ਤੱਕ ਜੋਤ ਜਗੂਗੀ।
ਜਦੋਂ ਤੁਸੀਂ ਸਰੀਰ ਦਾ ਤਿਆਗ ਕੀਤਾ ਤੇ ਜੋਤੀ ਜੋਤ ਰਲ ਜਾਣੀ ਹੈ, ਬ੍ਰਹਮ ਚ ਰਲ ਜਾਣੀ ਹੈ, ਫਿਰ ਇਹ ਥੱਲੇ ਨਹੀਂ ਆਊ, ਕਿਉਂਕਿ ਜੋਤ ਬਹੁਤ ਉੱਪਰ ਚੱਲ। ਸਹਸਰਾ ਚੱਕਰ ਪਾੜ ਕੇ ਬ੍ਰਹਮ ਦੇ ਵਿੰਗ ਬ੍ਰੰਗ ਦੇ ਨਾਲ ਇਹਨੇ ਲਿੰਗਨ ਹੋ ਗਿਆ। ਜਿੱਦਾਂ ਮਿਲਣ ਹੁੰਦਾ ਹੈ ਨਾ ਦੋ ਵੇਖੇ ਸੱਪੀ, ਸੱਪ ਤੇ ਸੱਪੀ ਜਦੋਂ ਉਹ ਇੱਕ ਦੂਜੇ ਨਾਲ ਪਿਆਰ ਕਰਦੇ ਨਾ, ਵੇਖੋ ਨਿੱਜਰ ਸਾਹਿਬ ਕਿੱਦਾਂ ਵਲ ਖਾਂਦੇ ਆ। ਇਸੇ ਹੀ ਤਰ੍ਹਾਂ ਥੱਲੇ ਪ੍ਰਕਿਰਤੀ ਆ, ਉੱਤੇ ਆਪਣਾ ਸ਼ਿਵ ਆ, ਉੱਤੇ ਪਰਮਾਤਮਾ। ਇੱਕ ਕੁਦਰਤੀ ਏਦਾਂ ਦਾ ਸਿਸਟਮ ਬਣਿਆ, ਉਹ ਤੁਹਾਡੇ ਅੰਦਰ ਮਿਲਨ ਹੋਏਗਾ ਉਹਨਾਂ ਦਾ। ਦੋਨੋਂ ਊਰਜਾ ਹੈਗੀਆਂ ਨੇ ਨਿੱਜਰ ਸਾਹਿਬ। ਜਦੋਂ ਸੁਪਨਾ ਚੱਲਦੀ ਹੈ ਨਾ ਤੇ ਨਾਭ ਕਮਲ ਸਿੱਧਾ ਹੁੰਦਾ ਹੈ, ਤੁਹਾਡੇ ਅੰਦਰ ਹੀ ਪ੍ਰਕਿਰਤੀ ਦਾ ਮਿਲਨ ਹੈ। ਕਿਉਂਕਿ ਸਾਰਾ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਏ। ਜਿਹੜਾ ਖੋਜਦਾ ਉਹੀ ਪਾਉਂਦਾ ਹੈ। ਬ੍ਰਹਮੰਡ ਦੇ ਅੰਦਰ ਜੋ ਸ਼ਕਤੀ ਬੈਠੀ ਹੈ, ਸਾਡੇ ਅੰਦਰ ਵੀ ਉਹੀ ਸ਼ਕਤੀ ਬੈਠੀ ਹੈ। ਸਾਡੀ ਕੋਈ ਵੀ ਇੱਛਾ ਹੈਗੀ ਨਿੱਜਰ ਸਾਹਿਬ, ਅਸਲ ਤੇ ਸ਼ਿਵ ਦੀ ਹੀ ਤਲਾਸ਼ ਹੈ। ਪ੍ਰਕਿਰਤੀ ਜਿਹੜੀ ਤਲਾਸ਼ ਕਰ ਰਹੀ ਹੈ ਨਾ, ਇਹ ਸ਼ਿਵ ਨੂੰ ਹੀ ਲੱਭ ਰਹੀ ਆ। ਆਪਾਂ ਪਦਾਰਥਾਂ ਚੋਂ, ਭੈਣਾਂ ਭਰਾਵਾਂ ਚੋਂ, ਮਾਂ ਪਿਓ ਜੋ, ਧੀਆਂ ਪੁੱਤਾਂ ਚੋਂ, ਜਾਂ ਗੱਡੀਆਂ ਚ, ਜਾਂ ਕਾਰਾਂ ਚ, ਜਾਂ ਘਰ ਦੇ ਵਿੱਚ ਅਸੀਂ ਜਿਹੜੀ ਤ੍ਰਿਸ਼ਨਾ ਲੈ ਕੇ ਜਾਂਦੇ ਹਾਂ, ਉਸੇ ਸੁੱਖ ਦੇ ਲਈ, ਪਰਮ ਆਨੰਦ ਦੇ ਲਈ। ਪਰ ਉਹ ਪਰਮ ਆਨੰਦ ਨਹੀਂ ਮਿਲਦਾ, ਫਿਰ ਸਾਡੀ ਚੇਤਨਾ ਅੱਗੇ ਚੱਲ ਜਾਂਦੀ ਹੈ। ਉਹਨੂੰ ਪਤਾ ਲੱਗਦਾ ਹੈ ਤੇ ਨਕਲੀ ਹੈ। ਬਿਲਕੁਲ, ਹਾਂਜੀ ਨਜ਼ਰ ਅੱਗੇ ਚਲੀ। ਅੱਗੇ ਜਿਹੜਾ ਹੈਗਾ ਕਬੀਰ ਜੀ ਕਹਿੰਦੇ ਕਿਤੇ ਦੇਖ, ਹੁਣ ਤੂੰ ਭਗਤੀ ਦੇ ਉੱਤੇ ਚੱਲ ਰਿਹਾ ਨਾ, ਭਗਤੀ ਮਾਰਗ ਤੇ। ਹੁਣ ਇੱਕ ਚੀਜ਼ ਹੋਰ ਦੇਖ ਲਾ ਬਈ, ਆ ਵੀ ਜਿਹੜਾ ਹੈਗਾ ਮੇਰੀ ਗੱਲ ਜਿਹੜੀ ਆ ਆਪਣੇ ਪੱਲੇ ਬੰਨ ਕੇ ਰੱਖੀ। ਗੌੜੀ ਉਹ ਕਿਹੜੇ ਆ ਗਏ ਜੀ? ਉਹ ਨਰਿੰਦਰਪਾਲ ਜੀ, ਨਰਿੰਦਰਪਾਲ ਜੀ। ਇੱਕ ਕਥਾ ਨਰਿੰਦਰ ਜੀ, ਤੁਹਾਡਾ ਮਾਈਕ ਚੱਲ ਗਿਆ ਜੀ। ਤੁਹਾਡੀ ਵੀ ਕਥਾ ਆ ਗਈ ਅੱਜ। ਹਾਂਜੀ ਨਜਰ ਸਾਹਿਬ ਬੋਲੋ। ਇਹ ਗੌੜੀ ਚੇਤੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਹਿੰਦੇ, ਆਹ ਦੇਖ ਮੈਂ ਤੈਨੂੰ ਦੱਸ ਰਿਹਾ ਭਾਈ, ਇਹੋ ਜਿਹੇ ਬਈ ਤੈਨੂੰ ਰਸਤੇ ਨੈਗੇਟਿਵ ਬੰਦੇ ਵੀ ਮਿਲਣੇ ਆ ਤੈਨੂੰ ਰਸਤੇ ਦੇ ਵਿੱਚ। ਹਰ ਜਸ ਸੁਣੇ ਨਾ ਹਰ ਗੁਣ ਗਾਵੇਂ। ਨਾ ਤਾਂ ਕਹਿੰਦੇ ਜਸ ਸੁਣਦੇ ਆ ਤੇ ਨਾ ਹੀ ਕਰਦੇ ਆ, ਨਾ ਗਾਉਂਦੇ ਆ। ਹਰ ਜਸ ਸੁਣੇ ਨਾ ਹਰ ਗੁਣ ਗਾਵੇਂ, ਬਾਤਨ ਹੀ ਅਸਮਾਨ ਗਿਰਾਵੇਂ। ਹਾਂ, ਬਸ ਗੱਲਾਂ ਦੇ ਨਾਲ ਜ਼ਰੂਰ ਜਿਹੜਾ ਹੈਗਾ ਅਸਮਾਨ ਨੂੰ ਵੀ ਥੱਲੇ ਡੇਗ ਦਿੰਦੇ ਆ ਭਾਈ। ਗੱਲਾਂ ਦੇ ਵਿੱਚ ਕਿਸੇ ਨੂੰ ਜਿਹੜਾ ਹੈਗਾ ਨਾ ਉਹ ਗੇੜਾ ਨਹੀਂ ਕੱਢਣ ਦਿੰਦੇ ਭਾਈ। ਐਸੇ ਬੰਦੇ ਮਿਲ ਜਾਣਗੇ ਤੈਨੂੰ। ਭਗਤੀ ਉਹਨਾਂ ਨੇ ਨਹੀਂ ਕਰਨੀ, ਨਾ ਸੁਣਨੀ ਹੈ ਤੇ ਨਾ ਕਰਨੀ ਹੈ। ਹਰ ਜਸ ਸੁਨੇ ਨਾ ਹਰ ਗੁਣ ਗਾਵੇਂ, ਬਾਤਨ ਹੀ ਅਸਮਾਨ ਗਿਰਾਵੇਂ। ਐਸੇ ਲੋਗਨ ਸਿਓ ਕਿਆ ਕਹੀਏ। ਕਹਿੰਦੇ ਉਹਨਾਂ ਦੇ ਨਾਲ ਕੀ ਗੱਲਬਾਤ ਕਰ ਲੇਗਾ, ਕੀ ਸਮਝਾ ਲੇਗਾ ਉਹਨਾਂ ਨੂੰ, ਤੂੰ ਆਪਣਾ ਹੀ ਜਿਹੜਾ ਹੈਗਾ ਨੁਕਸਾਨ ਕਰਾ ਲੇਗਾ। ਐਸੇ ਲੋਗਨ ਸਿਓ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀਏ ਰਹਾਓ। ਕਹਿੰਦੇ ਜਿਨ੍ਹਾਂ ਨੂੰ ਮਾਲਕ ਪਰਮਾਤਮਾ ਨੇ ਭਗਤੀ ਤੋਂ ਬਾਹਰ ਕੀਤਾ ਹੋਇਆ, ਬਈ ਜਿਹੜੇ ਮਾਇਆ ਦੇ ਵਿੱਚ ਪੂਰੀ ਤਰ੍ਹਾਂ ਗਲਤਾਨ ਹੈਗੇ ਆ, ਕਹਿੰਦੇ ਉਹਨਾਂ ਤੋਂ ਪਾਸੇ ਹੋ ਕੇ ਚੱਲਣੀ ਭਾਈ, ਉਹਨਾਂ ਤੋਂ ਪਾਸੇ ਹੋ ਕੇ ਚੱਲਣੀ, ਕਿਤੇ ਉਹਨਾਂ ਦੇ ਨਾਲ ਸਿੰਘ ਨਾ ਫਸਾਈ। ਐਸੇ ਲੋਗਨ ਸਿਓ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀਏ ਰਹਾਓ। ਹਾਂਜੀ ਵੀਰ ਜੀ। ਹਾਂਜੀ ਸਾਧ ਸੰਗਤ ਜੀ, ਦੇਖੋ ਕਿੱਡਾ ਸੋਹਣਾ ਉਹਨਾਂ ਨੇ ਸਾਨੂੰ ਸਮਝਾਉਣਾ ਕੀਤਾ ਹੈ। ਤੇ ਆਪ ਵੇਖ ਲਓ ਇਸ ਚੀਜ਼ ਤੋਂ ਆਪਾਂ ਕੋਈ ਸਿੱਖਿਆ ਲੈਣੀ। ਉਹ ਕਹਿੰਦੇ ਆ ਕਿ ਜਿਹੜੀ ਸੰਗਤ ਆ ਉਹ ਐਵੇਂ ਗਲਤ ਬੰਦੇ ਦੀ ਸੰਗਤ ਨਾ ਕਰ ਲਿਓ। ਜਿਹੀ ਸੰਗਤ ਉਹੀ ਰੰਗਤ। ਤੁਹਾਨੂੰ ਉਹਨੇ ਲੈ ਡੁੱਬਣਾ ਜੋ, ਉਹਨੇ ਦਿਮਾਗ 'ਚ ਤੁਹਾਡੇ ਕੁਛ ਐਸੀ ਚੀਜ਼ ਪਾ ਦੇਣੀ ਆ, ਉਹ ਮੁੜ ਕੇ ਨਿਕਲਣੀ। ਪਰ ਲੋਕ ਅਕਸਰ ਏਦਾਂ ਹੀ ਕਰਦੇ ਆ। ਲੋਕੀ ਏਦਾਂ ਹੀ ਕੂੜਾ ਕਹਿੰਦੇ, ਹੁਣ ਕੂੜਾ ਆਪਾਂ ਥੋੜੀ ਆਪਣੇ ਘਰ ਰੱਖਦੇ ਆ। ਕਿਤੇ ਤੁਸੀਂ ਸੁਣਿਆ ਕੋਈ ਕਿਸੇ ਨੂੰ ਵੇਖਿਆ ਕਿ ਘਰੋਂ ਕੋਈ ਸੋਨਾ ਕੱਢ ਕੇ ਬਾਹਰ ਸੁੱਟ ਦਿੰਦਾ? ਕਿਤੇ ਸੁਣਿਆ ਕਿ ਤੁਹਾਨੂੰ ਕੋਈ ਲੋਕਾਂ ਨੇ ਕਿਸੇ ਨੇ ਘਰੋਂ ਕੋਈ ਪੈਸਾ ਪੂਆ ਜਾਂ ਹੀਰੇ ਚੁੱਕ ਕੇ ਬਾਹਰ ਸੁੱਟਦੇ ਘਰੋਂ? ਲੋਕੀ ਕੂੜਾ ਸੁੱਟਦੇ। ਠੀਕ ਹੈ ਜੀ ਸਾਹਿਬ? ਬਿਲਕੁਲ। ਕੰਮ ਦੀ ਚੀਜ਼ ਤੁਹਾਨੂੰ ਕਿਸੇ ਨੇ ਦੇਣੀ ਨਹੀਂ ਆ। ਹਾਂ, ਜਿਹੜੀ ਘਟੀਆ ਮੱਤ ਪੱਕੀ ਦੇਣਗੇ। ਔਰ ਖਾਸ ਕਰਕੇ ਪੁਰਾਣੇ ਜ਼ਮਾਨੇ 'ਚ ਕਹਾਵਤ ਸੀ, ਕਹਿੰਦੇ ਕਿ ਜਦੋਂ ਲੋਕੀ ਭਾਨੀ ਮਾਰਨ ਜਾਂਦੇ ਸੀ ਨਾ ਤਾਂ 100 ਕੀ 200 ਕਿਲੋਮੀਟਰ ਲੋਕੀ ਘਰੋਂ ਖਰਚਾ ਕਰਕੇ ਚੱਲ ਜਾਂਦੇ ਸੀ। ਅਗਲੇ ਘਰ ਇਹੋ ਹੀ ਕਹਿਣ ਜਾਣਾ ਕਿ ਇੱਥੇ ਰਿਸ਼ਤਾ ਨਾ ਕਰੋ, ਭਾਨੀ ਮਾਰ ਏਦਾਂ ਦੇ ਹੁੰਦੇ ਆ। ਹਾਂ, ਇਹੋ ਜਿਹੇ ਹੁੰਦੇ ਸੀ। ਤੇ ਇਹ ਧਰਮ ਦੇ ਮੈਟਰ 'ਚ ਵੀ ਇਹ ਭਾਨੀ ਮਾਰ ਵਾਧੂ ਹੈਗੇ ਆ। ਹਾਂ, ਉਹਨੂੰ ਕਹਿੰਦੇ ਪਰਮਾਤਮਾ ਦੇ ਦਰ ਤੋਂ ਭਟਕੇ ਹੋਏ। ਹਾਂਜੀ, ਇੱਕ ਪਿੰਡ ਦੇ ਵਿੱਚ ਇੱਕ ਬੁੜੀ ਸੀਗੀ, ਪੁਰਾਣੀ ਬੁੜੀ, ਤੇ ਉਹ ਭਾਨੀ ਮਾਰ ਦਿੰਦੀ ਸੀ। ਕੁਛ ਇੱਕ ਵਿਚਾਰੇ ਦਾ ਨਾ ਮਿਰਗੀ ਆਉਂਦੀ ਸੀ ਵਿਚਾਰੇ ਮੁੰਡੇ ਨੂੰ, ਤੇ ਉਹਦਾ ਰਿਸ਼ਤਾ ਨਹੀਂ ਹੋ ਰਿਹਾ ਸੀ। ਤੇ ਮਸਾਂ ਜਿਹੜਾ ਹੈਗਾ ਉਹਦਾ ਜਿਹੜਾ ਹੈਗਾ ਆ ਗਏ, ਛੁਆਰਾ ਪੈ ਗਿਆ।
ਤੇ ਉਹਨੂੰ ਪਤਾ ਲੱਗ ਗਿਆ। ਕਹਿੰਦੇ ਲੈ ਦੇਖ ਮਾਈ, ਉਹਦਾ ਤਾਂ ਹੋ ਵੀ ਗਿਆ ਸਾਕ ਜਿਹੜਾ ਹੈਗਾ, ਉਹਦਾ ਤੇ ਛੁਹਾਰਾ ਪੈ ਗਿਆ। ਕਹਿੰਦੀ ਕੋਈ ਨਹੀਂ ਪੈ ਗਿਆ ਤੇ ਮੈਂ ਪਏ ਨੂੰ ਵੀ ਉਹਨੂੰ ਵੀ ਪਾਸੇ ਕਰ ਦਿੰਦੀ। ਕਹਿੰਦੀ ਪਏ ਨੂੰ ਵੀ ਤੋੜ ਦਿੰਦੀ ਹਾਂ, ਮੈਂ ਤੜਵਾ ਦਿੰਦੀ ਹਾਂ ਜਾ ਕੇ ਕਹਿੰਦੀ ਉੱਥੇ ਹਾਲੇ ਬੈਠੇ ਹੀ ਸੀ ਵਿਚਾਰੇ, ਚਾਹ ਚੂ ਪੀਂਦੇ ਸੀਗੇ ਰਿਸ਼ਤੇ ਵਾਲੇ। ਕਹਿੰਦੀ ਜਾ ਕੇ ਬਈ ਦੇਖ ਪੁੱਤ, ਕਾਕਾ ਰੁਪਈਆ ਲੈ ਗਈ ਆਪਣਾ, ਰੁਪਈਆ ਉਹਨੇ ਵੀ ਪਾਤਾ। ਕਹਿੰਦੀ ਕਾਕਾ ਦੇਖ ਜਿਵੇਂ ਨਾ ਤੇਰਾ ਜਿਹੜਾ ਹੈਗਾ ਨਾ ਤੇਰੇ ਜਿਹੜੇ ਹੈਗੇ ਤੇਰਾ ਮਿਰਗੀ ਜਿਹੜੀ ਹੈਗੀ, ਕਹਿੰਦੀ ਤੇਰੀ ਮਿਰਗੀ ਵੀ ਇਸੇ ਤਰੀਕੇ ਦੇ ਨਾਲ ਦੂਰ ਹੋ ਜਾਊਗੀ। ਜਿਹੜੇ ਤੈਨੂੰ ਗਸ਼ ਆਉਂਦੇ ਆ, ਮਿਰਗੀ ਆਉਂਦੀ ਆ ਨਾ, ਇਹ ਵੀ ਦੂਰ ਹੋ ਜਾਣੀ ਆ ਤੇਰੀ। ਤੂੰ ਘਬਰਾ ਨਾ ਜਿਵੇਂ ਤੇਰਾ ਰਿਸ਼ਤਾ ਹੋ ਗਿਆ ਤੇ। ਬਸ ਅਗਲੇ ਉੱਠ ਕੇ ਤੁਰ ਗਏ। ਆਹੋ ਗੱਲ ਤੇ ਆ ਕਿ ਗੱਲ ਕਰਨ ਦਾ ਹੀ ਹੁੰਦਾ। ਜਦੋਂ ਭਾਨੀ ਮਾਰ ਏਦਾਂ ਹੀ ਹੁੰਦੇ ਆ। ਭਾਨੀ ਮਾਰ ਤੋਂ ਭਾਵ ਸਾਧ ਸੰਗਤ ਜੀ ਉਹ ਲੋਕ ਜਿਹੜਾ ਤੁਹਾਡਾ ਜੀਵਨ ਸੁਖੀ ਨਹੀਂ ਦੇਖਣਾ ਚਾਹੁੰਦੇ, ਉਹਨਾਂ ਨੇ ਆਉਣਾ, ਉਹਨਾਂ ਨੇ ਤੁਹਾਡਾ ਦਿਲ ਤੋੜਨਾ। ਉਹ ਭਾਨੀ ਮਾਰ ਦਾ ਕੰਮ ਹੀ ਇਹੋ ਹੁੰਦਾ, ਕਿਉਂਕਿ ਖੁਦ ਨਹੀਂ ਵਸੇ। ਜਿਹੜਾ ਬੰਦਾ ਆਪ ਨਹੀਂ ਵਸਿਆ ਦੂਜੇ ਨੂੰ ਵਸਦਾ ਵੇਖੂਗਾ ਕੋਈ? ਤੁਸੀਂ ਵੇਖਿਆ ਨੀ ਇੱਕ ਉਹ ਬਾਂਦਰ ਸੀ ਤੇ ਉਹ ਕਹਾਣੀ ਆ, ਬੜੀ ਪੁਰਾਣੀ ਕਹਾਣੀ, ਕਿਤਾਬਾਂ ਚ ਵੀ ਹੁੰਦੀ ਆ। ਤੇ ਮੀਂਹ ਪੈਣ ਦਿਆ ਤੇ ਬਾਂਦਰ ਗਿੱਲਾ ਹੋਣ ਦਿਆ, ਤੇ ਬਿਜੜਾ ਵੇਖਣ ਦਿਆ ਬਾਂਦਰ ਦੇ ਵੱਲ। ਤੇ ਉਹ ਕਹਿੰਦਾ ਕਿ ਵੇਖ ਬਾਂਦਰਾ, ਤੂੰ ਕਿੱਦਾਂ ਸਾਰਾ ਦਿਨ ਊੜ ਪਟਾਂਗ ਮਾਰਦਾ ਰਹਿੰਦਾ ਹੈ, ਤੂੰ ਕਹਿਣਾ ਕਮ ਸੇ ਕਮ ਆਪਣੇ ਜੋਗਾ ਘਰ ਤੇ ਬਣਾ ਲਾ। ਤੇ ਉਹਨੇ ਕੀਤਾ, ਉਹ ਬਿਜੜੇ ਦਾ ਆਲਣਾ ਹੀ ਪੁੱਟ ਕੇ ਵਕਾ ਕੇ ਮਾਰਿਆ। ਇਹੋ ਹਿਸਾਬ ਹੁੰਦਾ ਭਾਨੀ ਮਾਰਦਾ। ਉਹਨੇ ਆਪਣਾ ਤੇ ਸਵਾਰਨਾ ਨਹੀਂ, ਉਹਨੇ ਪਰ ਦੂਜੇ ਦਾ ਬਣਿਆ ਕੰਮ ਜ਼ਰੂਰ ਖਰਾਬ ਕਰਨਾ ਹੁੰਦਾ। ਹਾਂਜੀ ਸਾਧ ਸੰਗਤ ਜੀ ਅੱਗੇ ਚੱਲੀਏ। ਨਿਜਤ ਸਾਹਿਬ ਕਹਿੰਦੇ ਐਸੇ ਲੋਗਨ ਸਿਓ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀਏ ਰਹਾਓ। ਕਹਿੰਦੇ ਉਹਨਾਂ ਤੋਂ ਤਾਂ ਡਰ ਕੇ ਰਹੋ ਭਾਈ। ਅੱਗੇ ਦੇਖੋ ਹੁਣ ਉਹਨਾਂ ਦੀ ਕੈਟੇਗਰੀ ਦੱਸ ਰਹੇ, ਆਪ ਨਾ ਦੇ ਚੂਰੂ ਭਰ ਪਾਣੀ। ਕਹਿੰਦੇ ਆਪ ਕਿਸੇ ਨੂੰ ਕੁਛ ਵੀ ਨਹੀਂ ਦੇ ਸਕਦੇ, ਕਿਸੇ ਦਾ ਫਾਇਦਾ ਨਹੀਂ ਕਰ ਸਕਦੇ। ਮਹਾਰਾਜ ਚੂਲੀ ਪਰ ਪਾਣੀ ਵੀ ਨਹੀਂ ਦੇ ਸਕਦੇ, ਕਿਸੇ ਤੇ ਕੋਈ ਜਿਹੜਾ ਉਪਕਾਰ ਨਹੀਂ ਕਰਨਗੇ। ਤੇ ਨਿੰਦੇ ਜੇ ਗੰਗਾ ਆਣੀ। ਔਰ ਉਹਨਾਂ ਨੇ ਜਿਹੜੇ ਹੈਗੇ ਜਿਹੜੇ ਵਿਚਾਰਿਆਂ ਨੇ ਜੀਵਨ ਹੀ ਲਗਾ ਦਿੱਤਾ ਪਰਉਪਕਾਰ ਦੇ ਵਾਸਤੇ, ਉਹਨਾਂ ਦੀ ਵੀ ਨਿੰਦਿਆ ਕਰਦੇ ਆ, ਉਹਨਾਂ ਨੂੰ ਵੀ ਨਿੰਦਦੇ ਆ ਭਾਈ। ਆਪ ਨਾ ਦੇ ਚੂਰੂ ਭਰ ਪਾਣੀ, ਤੇ ਨਿੰਦੇ ਜੇ ਗੰਗਾ ਆਣੀ। ਹਾਂਜੀ ਵੀਰ ਜੀ ਆ ਦੇਖ ਲਓ। ਕਹਿੰਦੇ ਕਿ ਉਹਨਾਂ ਦੀ ਜੇ ਸਟੇਟਸ ਕੀ ਹੈ, ਉਹ ਕਹਿੰਦੇ ਕਿ ਉਹਨਾਂ ਦੇ ਪੱਲੇ ਹੀ ਕੁਛ ਨਹੀਂ, ਉਹਨਾਂ ਦੀ ਇੰਨੀ ਪੋਜੀਸ਼ਨ ਨਹੀਂ ਹੈਗੀ ਕਿ ਚੁੱਲੂ ਪਾਣੀ ਵੀ ਕਿਸੇ ਨੂੰ ਪਿਆਇਆ ਹੋਵੇ। ਤੇ ਮਤਲਬ ਕਿ ਕਹਿਣ ਤੋਂ ਭਾਵ ਹੈ ਕਿ ਉਹ ਗੱਲਾਂ ਦੇ ਕੜਾਹ ਬਣਾਉਣ ਵਾਲੇ ਬੰਦੇ ਨੇ। ਉਹਨਾਂ ਦਾ ਅਸਲੀ ਜੀਵਨ ਬਿਲਕੁਲ ਹੀ ਇੱਕਦਮ ਘਟੀਆ। ਔਰ ਇਹ ਗੱਲ ਸੱਚ ਆ, ਜਿਹੜਾ ਬੰਦਾ ਬਹੁਤੀਆਂ ਗੱਲਾਂ ਕਰਦਾ ਵਾ ਉਹਦੇ ਲਾਗੇ ਤੁਸੀਂ ਜਾ ਕੇ 5-7 ਦਿਨ ਰਹਿ ਕੇ ਵੇਖ ਲਿਓ, ਯਥਾਰਥ ਸੱਚ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਊਗਾ ਕਿ ਉਹ ਬੰਦੇ ਦਾ ਅਸਲੀ ਜੀਵਨ ਕੀ ਹੈ। ਇਸ ਕਰਕੇ ਬਾਣੀ ਚ ਵੀ ਕਬੀਰ ਜੀ ਸਾਨੂੰ ਇਹ ਸਮਝਾ ਰਹੇ ਨੇ ਕਿ ਆ ਜਿਹੜਾ ਉੱਤੇ ਬੈਠਾ ਨਾ ਬੰਦਾ, ਕਹਿੰਦੇ ਬਾਤਨੀ ਅਸਮਾਨ ਗਿਰਾਵੇ। ਇਹ ਗੱਲਾਂ ਦਾ ਕੜਾਹ ਬਣਾਉਣ ਵਾਲੇ ਕਹਿੰਦੇ ਐਸੇ ਬੰਦੇ ਆ, ਕਹਿੰਦੇ ਅਸਮਾਨ ਨੂੰ ਗੱਲਾਂ ਨਾਲ ਸੁੱਟ ਦਿੰਦੇ ਆ। ਪਰ ਅਸਲੀਅਤ ਤੌਰ ਤੇ ਕਹਿੰਦੇ ਕਿ ਇੰਨੀ ਵੀ ਔਕਾਤ ਨਹੀਂ ਹੈਗੀ ਕਿ ਜ਼ਿੰਦਗੀ ਚ ਕਿਤੇ ਚੁੱਲੂ ਪਰ ਪਾਣੀ ਵੀ ਕਿਸੇ ਨੂੰ ਪਿਆਇਆ ਹੋਵੇ। ਠੀਕ ਹੈ ਜਗਾ? ਬਿਲਕੁਲ ਬਿਲਕੁਲ। ਪਰ ਉਹ ਗੱਲਾਂ ਉਹਨਾਂ ਦੀਆਂ ਕਹਿੰਦੇ ਬੜੀਆਂ ਤਗੜੀਆਂ। ਵੇਖ ਲਓ ਬਾਣੀ ਇਹ ਕਹਿੰਦੇ, ਬਾਣੀ ਆਪਾਂ ਨੂੰ ਇਹ ਸਮਝਾਉਂਦੀ ਆ। ਔਰ ਖਾਸ ਕਰਕੇ ਇਹਨਾਂ ਲੋਕਾਂ ਦੀ ਸੰਗਤ ਤੋਂ ਬਚਣਾ ਹੈ, ਕਿਉਂਕਿ ਇਹ ਲੋਕ ਜਿਹੜੇ ਹੁੰਦੇ ਨੇ ਗੁਨਾਹ ਤੋਂ ਹੀਣੇ ਹੁੰਦੇ ਆ। ਇਹ ਤੋਤੇ ਹੁੰਦੇ ਆ। ਇਹ ਤੋਤਿਆਂ ਦਾ ਮਤਲਬ ਇਹਨਾਂ ਦਾ ਜੀਵਨ ਕੁਝ ਹੋ ਰਿਹਾ। ਹਾਥੀ ਕੇ ਦਾੰਤ ਖਾਣੇ ਕੇ ਔਰ ਦਿਖਾਣੇ ਕੇ ਔਰ। ਹਾਂਜੀ ਨਿਜੋ ਸਾਹਿਬ ਬਿਲਕੁਲ। ਹੁਣ ਦੇਖੋ ਕਹਿੰਦੇ ਬੈਠਤ ਉਠਤ ਕੁਟਿਲਤਾ ਚਾਲੇ। ਬੈਠਦੇ ਉੱਠਦੇ ਹਰ ਟਾਈਮ, ਬੈਠਣ ਉੱਠਣ ਦਾ ਮਤਲਬ ਇਹ ਹੈ ਵੀ ਜਿਸ ਤਰ੍ਹਾਂ ਜਿੱਥੇ ਵੀ ਜੋ ਕੁਛ ਵੀ ਕਰ ਰਿਹਾ ਬੰਦਾ, ਕਹਿੰਦਾ ਹਮੇਸ਼ਾ ਉਹਦੇ ਅੰਦਰ ਜਿਹੜਾ ਹੈਗਾ ਕੁਟਿਲਤਾ ਚੱਲਦੀ ਆ। ਉਹਦੇ ਅੰਦਰ ਜਿਹੜੀ ਹੈਗੀ ਬਈ ਕਿਸੇ ਨੂੰ ਕਿਸ ਤਰ੍ਹਾਂ ਹਿੱਟ ਕਰਨਾ, ਕਿਸ ਤਰ੍ਹਾਂ ਨੁਕਸਾਨ ਕਰਨਾ ਹੈ ਕਿਸੇ ਦਾ। ਮਾੜੀਆਂ ਜਿਹੜੀਆਂ ਹੈਗੇ ਉਹਦੇ ਅੰਦਰ ਵਿਚਾਰ ਚੱਲਦੇ ਆ, ਮਾੜੇ ਵਿਚਾਰ। ਕਿਸੇ ਦਾ ਮਾੜਾ ਕਿਵੇਂ ਕਰਨਾ ਹੈ। ਆਪ ਗਏ ਔਰਨ ਹੂੰ ਘਾਲੈ। ਕਹਿੰਦੇ ਆਪ ਤਾਂ ਡੁੱਬੇ ਹੋਏ ਆ ਬਸ, ਔਰ ਦੂਜਿਆਂ ਨੂੰ ਵੀ ਉਸ ਰਸਤੇ ਤੇ ਪ੍ਰੇਰਦੇ ਆ, ਦੂਜਿਆਂ ਨੂੰ ਵੀ ਲੈ ਕੇ ਡੁੱਬਦੇ ਆ। ਹਾਂਜੀ ਵੀਰ ਹਾਂ ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਆ ਕਿ ਉੱਤੇ ਲਿਖਿਆ ਕਹਿੰਦੇ ਤਿੰਨ ਨਿੰਦੇ ਜੇ ਗੰਗਾ
ਗੰਗਾ ਕਹਿੰਦੇ ਆਪ ਉਹਨਾਂ ਨੇ ਮਾਮਿਆਂ ਨੇ ਕਦੇ ਇੱਕ ਬੂੰਦ ਇੱਕ ਚੂੜੀ ਕਿਸੇ ਨੂੰ ਪਾਣੀ ਦਾ ਨਹੀਂ ਪਿਆਇਆ, ਨਾ ਜੀਵਨ ਦੇ ਵਿੱਚ ਕਿਸੇ ਦੀ ਉਚਾਈ ਲਿਆਂਦੀ, ਨਾ ਜੀਵਨ 'ਚ ਕਿਸੇ ਦੇ ਉਹਨਾਂ ਦੇ ਕਰਕੇ ਸੁੱਖ ਆਇਆ। ਤੇ ਨਿੰਦਿਆ ਪਤਾ ਉਹ ਕਿਹਨਾਂ ਦੀ ਕਰਦੇ ਨੇ? ਉਹ ਗੁਰੂ ਨਾਨਕ ਪਾਤਸ਼ਾਹ ਵਰਗਿਆਂ ਦੀ ਵੀ ਨਿੰਦਿਆ ਕਰ ਦਿੰਦੇ ਨੇ। ਕਹਿੰਦੇ ਕੁਰਾਈ ਹੈ, ਇਹ ਭੂਤਨਾ, ਇਹ ਬੇਤਲ ਹੈ, ਇਹਨੂੰ ਪਤਾ ਨਹੀਂ ਕੁਝ। ਤੇ ਆਪ ਉਹਨਾਂ ਦਾ ਜੀਵਨ ਤੇ ਕੁਝ ਵੀ ਨਹੀਂ ਹੁੰਦਾ ਲੋਕਾਂ ਦਾ। ਪਰ ਇਸੇ ਹੀ ਤਰ੍ਹਾਂ ਇਹ ਲੋਕ ਹੁਣ ਵੀ ਮੌਜੂਦ ਨੇ। ਉਹ ਆਪ ਜਿਨ੍ਹਾਂ ਨੇ ਨਦੀਆਂ ਬਹਾ ਦਿੱਤੀਆਂ ਗਿਆਨ ਦੀਆਂ, ਜਿਨ੍ਹਾਂ ਉੱਚੀਆਂ ਗੱਲਾਂ ਕਰ ਛੱਡੀਆਂ, ਜੀਵਨ ਲੋਕਾਂ ਦਾ ਉੱਚੇ ਕਰਦੇ, ਉਹਨਾਂ ਨੂੰ ਵੀ ਨਿੰਦ ਦਿੰਦੇ ਨੇ। ਐਸੇ ਲੋਕ ਹੁੰਦੇ ਨੇ ਇਹ ਪਰਮੇਸ਼ਰ ਦੇ ਘਰੋਂ ਕੱਢੇ ਹੋਏ ਲੋਕ ਹੁੰਦੇ ਨੇ। ਹਾਂਜੀ ਨਿਜਲ ਸਾਹਿਬ। ਬੈਠਤ ਉਠਤ ਕੁਟਿਲਤਾ ਚਾਲੇ, ਕਹਿੰਦੇ ਹਮੇਸ਼ਾ ਜਿਹੜਾ ਉਹਨਾਂ ਦੇ ਅੰਦਰ ਜਿਹੜਾ ਹੈਗਾ ਨਾ, ਬਸ ਉਹਨਾਂ ਦੇ ਅੰਦਰ ਜਿਹੜੀ ਹੈਗੀ ਆ ਮਾੜੇ ਵਿਚਾਰ ਹੀ ਚੱਲਦੇ ਆ। ਬਸ ਕਿਸੇ ਦਾ ਮਾੜਾ ਕਿਵੇਂ ਕਰਨਾ ਹੈ। ਆਪ ਗਏ ਔਰ ਨੂੰ ਘਾਲ ਹੈ, ਆਪ ਤਾਂ ਡੁੱਬੇ ਹੋਏ ਆ, ਦੂਜਿਆਂ ਨੂੰ ਵੀ ਡੋਬ ਦਿੰਦੇ ਆ ਬਸ। ਹਾਂ, ਉਹਦੇ ਵਿੱਚ ਵੇਖੋ ਸਾਧ ਸੰਗਤ ਜੀ, ਆਪਣੇ ਗਰੁੱਪ 'ਚ ਵੀ ਕਈ ਹੈਗੇ ਸੀ ਜਿਹੜੇ ਇਸ ਤਰ੍ਹਾਂ ਦੀ ਮੱਤ ਰੱਖਦੇ ਸੀ। ਕਈ ਵਾਰੀ ਆਏ, ਮੈਂ ਮਹਿਸੂਸ ਨਹੀਂ ਕਰਦਾ, ਮੈਂ ਕਈ ਵਾਰੀ ਵੇਖਿਆ। ਮੈਂ ਕਹਿੰਦਾ ਕਿ ਵੀਰ ਜੀ ਤੁਸੀਂ ਨਾ ਇੱਧਰੋਂ ਉੱਧਰੋਂ ਗਿਆਨ ਚੁੱਕ ਤੇ ਲਈ ਆਉਂਦੇ, ਜੋ ਲੋਕਾਂ ਦੀਆਂ ਆਡੀਓ ਪਾਈ ਜਾਂਦੇ, ਜੇ ਤੁਹਾਨੂੰ ਪਤਾ ਹੀ ਨਹੀਂ ਕੀ ਹੈਗਾ, ਕੀ ਕਹਿੰਦੇ ਆ ਤੁਹਾਨੂੰ ਪਤਾ। ਤੇ ਉਹ ਅਧੂਰਾ ਗਿਆਨ। ਆਪਣਾ ਗਿਆਨ ਹੋਵੇ ਤੇ ਤੁਸੀਂ ਹਾਂ ਕਿਸੇ ਨੂੰ ਜਸਟੀਫਾਈ ਕਰੋ ਕਿ ਹਾਂ ਬਈ ਆਹ ਤੁਹਾਡਾ ਨਾ ਇਹ ਕੋਈ ਕੰਮ ਦੀ ਗੱਲ ਹੈਗੀ, ਤੁਸੀਂ ਬੋਲ ਦਿਓ। ਤੇ ਜਿਹੜੀ ਚੀਜ਼ ਦਾ ਤੁਹਾਨੂੰ ਪਤਾ ਹੀ ਨਹੀਂ, ਤੁਸੀਂ ਉੱਥੇ ਚੁੱਕ ਲਿਆਂਦੇ ਨੈਟ ਤੋਂ, ਤੇ ਇੱਥੇ ਚੁੱਕ ਕੇ ਪਾਈ ਜਾਂਦੇ। ਜੋ ਇਹ ਜਿਹੜੀਆਂ ਚੀਜ਼ਾਂ ਨਾ ਚੰਗੀਆਂ ਨਹੀਂ ਹੁੰਦੀਆਂ। ਸਧਾਰਨ ਬੰਦਾ ਨੂੰ ਪਤਾ ਹੀ ਨਹੀਂ ਹੁੰਦਾ, ਉਹਨੂੰ ਛੋਟਾ ਜਿਹਾ ਬੰਦਾ ਵਾ। ਹੁਣ ਬਾਣੀ ਤੇ ਕਹਿੰਦੇ ਕਿ ਐਸੇ ਬੰਦੇ ਆ ਜਿਨ੍ਹਾਂ ਨਦੀਆਂ ਵਹਾਈਆਂ, ਉਹਨਾਂ ਦੇ ਬਰਖਲਾਫ ਉਹ ਕੀ ਕਰਦੇ ਆ, ਉਹਨਾਂ ਦੀ ਵੀ ਨਿੰਦਿਆ ਕਰੀ ਜਾਂਦੇ ਲੋਕ। ਇਸੇ ਕਰਕੇ ਕਹਿੰਦੇ ਕਿ ਆਪਾਂ ਪਤਾ ਕੀ ਆ, ਆਪਾਂ ਉਹ ਚੀਜ਼ ਨੂੰ ਸੁਣੀਏ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੈ, ਜਿਹਨੂੰ ਪ੍ਰੂਫ ਕੀਤਾ ਹੋਇਆ ਗੁਰੂਆਂ ਨੇ ਸਾਡੇ ਲਈ ਸਮਝਾਇਆ ਹੈ ਕਿ ਇਹ ਤੁਹਾਨੂੰ ਜੀਵਨ ਦੇ ਲਈ ਬਹੁਤ ਹੈ। ਤੁਸੀਂ ਜੇਕਰ ਇਸ ਇੰਨੀ ਕੁ ਬਾਣੀ ਨੂੰ ਪੜ੍ਹ ਲੈਂਦੇ ਜੋ ਔਰ ਸਮਝ ਲੈਂਦੇ ਜੋ, ਤੇ ਤੁਹਾਡੇ ਜੀਵਨ ਦੇ ਵਿੱਚ ਤੁਹਾਨੂੰ ਕਿਤੇ ਬਾਹਰ ਧੱਕੇ ਖਾਣ ਦੀ ਲੋੜ ਨਹੀਂ। ਪਰ ਇਹ ਲੋਕ ਕੀ ਕਰਦੇ ਆ, ਇਸ ਬਾਣੀ ਨੂੰ ਵੀ ਕੀ ਕਰ ਦਿੰਦੇ ਆ ਨਿਚਲ ਸਾਹਿਬ, ਇਹਨੂੰ ਵੀ ਘੁਮਾ ਲੈਂਦੇ ਨੇ, ਇਹਨੂੰ ਉਦਾਂ ਦਾ ਯੂਜ਼ ਕਰਦੇ ਨੇ। ਹਾਂ, ਇਹਨੂੰ ਵੀ ਘੁਮਾ ਲੈਂਦੇ, ਬਿਲਕੁਲ। ਹਾਂਜੀ, ਇਹਨੂੰ ਵੀ ਡਾਇਲੂਟ ਕਰ ਦਿੰਦੇ ਆ। ਹਾਂ, ਉਹ ਬਾਣੀ ਨੂੰ ਵੀ ਮਿਸਯੂਜ਼ ਕਰ ਲੈਂਦੇ, ਦੁਰਵਰਤੋਂ ਕਹਿੰਦੇ ਆ ਆਪਾਂ। ਬਿਲਕੁਲ। ਹੁਣ ਤੁਹਾਡੇ ਘਰ ਅੱਗ ਹੈਗੀ ਆ, ਅੱਗ ਦੇ ਨਾਲ ਰੋਟੀ ਬਣਾਓ, ਜੋ ਮਰਜ਼ੀ ਕਰ ਲਓ, ਪਰ ਤੁਸੀਂ ਦੁਰਪ੍ਰਯੋਗ ਵੀ ਕਰ ਸਕਦੇ। ਅੱਗ ਨੂੰ ਚੁੱਕ ਕੇ ਗੁਆਂਢੀ ਕਰਕੇ ਦੀ ਫਸਲ ਵੀ ਸਾੜ ਦੋ। ਅੱਗ ਨੇ ਥੋੜੀ ਮਨਾ ਕਰਨਾ। ਇਹ ਲੋਕ ਏਦਾਂ ਦੇ ਖਤਰਨਾਕ ਹੁੰਦੇ ਨੇ, ਇਹ ਚੰਗਿਆਈ ਦੇ ਵਿੱਚੋਂ ਹਮੇਸ਼ਾ ਬੁਰਾਈ ਹੀ ਲੱਭਦੇ ਰਹਿੰਦੇ ਆ। ਅੱਜ ਨੇ ਜੋ ਛਾੜ ਕੁਚਰਚਾ ਆਨ ਨਾ ਜਾਣੇ, ਕਹਿੰਦੇ ਗਲਤ ਜਿਹੜੀ ਗੱਲ ਕਰਨੀ, ਜਿਹੜੇ ਕੁਚਰਚਾ, ਕਿਸੇ ਦੀ ਨਿੰਦਾ ਚੁਗਲੀ ਈਰਖਾ, ਇਹ ਕਰਨ ਤੋਂ ਇਸ ਤੋਂ ਇਲਾਵਾ ਕੁਝ ਜਾਣਦੇ ਹੀ ਨਹੀਂ ਹੈ। ਔਰ ਉਹਨਾਂ ਨੂੰ ਕੋਈ ਸਮਝਾ ਦੂਗਾ, ਕਹਿੰਦੇ ਬ੍ਰਹਮਾ ਹੂੰ ਕੋ ਕਹਿਓ ਨਾ ਮਾਨੇ, ਕਹਿੰਦੇ ਬ੍ਰਹਮਾ ਵੀ ਆ ਜਾਊਗਾ ਨਾ ਸਮਝਾਉਣ ਵਾਸਤੇ, ਨਹੀਂ ਸਮਝਣਗੇ, ਨਹੀਂ ਮੰਨਣਗੇ, ਉਹਨੂੰ ਵੀ ਨਹੀਂ ਮੰਨਣਗੇ। ਹਾਂਜੀ ਵੀਰ ਜੀ। ਹਾਂਜੀ ਗੋਰਖੀ ਸਾਹਿਬ। ਆ ਕਬੀਰ ਜੀ ਦੇ ਟਾਈਮ ਤੇ ਵੀ ਏਦਾਂ ਦੇ ਲੋਕ ਸਨ ਜਿਨ੍ਹਾਂ ਦਾ ਮਾਈਂਡ ਸੈਟ ਸੀ, ਅੱਜ ਵੀ ਹੈਗੇ ਨੇ। ਉਹ ਜਿਹੜਾ ਉਹਨਾਂ ਦੇ ਦਿਮਾਗ ਤੇ ਸੌਫਟਵੇਅਰ ਚਾੜ ਦਿੱਤਾ ਨਾ, ਉਹ ਨਹੀਂ ਉਤਰਦਾ। ਆ ਵੇਖੋ ਕਬੀਰ ਜੀ ਕਹਿੰਦੇ ਨੇ ਕਿ ਆ ਵੇਖੋ, ਉਹ ਕਹਿੰਦੇ ਕਿ ਉਹ ਛਾੜ ਕੁਚਰਚਾ ਆਨ ਨਾ ਜਾਣੇ। ਹਾਂ, ਕਹਿੰਦੇ ਜਿਹੜੀ ਕੁਚਰਚਾ ਹੈਗੀ ਆ, ਕਹਿੰਦੀ ਨਿੰਦਾ ਚੁਗਲੀ ਈਰਖਾ, ਇਹ ਦੁਆਇਤ, ਇਸ ਤੋਂ ਇਲਾਵਾ ਕਹਿੰਦੇ ਹੋਰ ਕੁਛ ਨਹੀਂ ਜਾਣਦੇ ਹੋ। ਔਰ ਕੋਈ ਸਮਝਾਊਗਾ ਤੇ ਕਹਿੰਦੇ ਬ੍ਰਹਮਾ ਹੂੰ ਕੋ ਕਹਿਓ ਨਾ ਮਾਨੇ, ਬ੍ਰਹਮਾ ਦਾ ਵਰਗੇ ਦਾ ਵੀ ਕਹਿਆ ਨਹੀਂ ਮੰਨਦੇ ਹੋ। ਬ੍ਰਹਮ ਗਿਆਨੀ ਵੀ ਆ ਜਾਊਗਾ ਸਮਝਾਉਣ ਵਾਸਤੇ, ਉਹਦੀ ਵੀ ਨਹੀਂ ਮੰਨਣਗੇ ਉਹ। ਹਾਂ, ਕਹਿੰਦੇ ਕਿ ਐਸੇ ਲੋਕ ਨੇ ਜਿਹੜੇ ਕੁਰਾਈਏ ਨੇ, ਆਪ ਤੇ ਡੁੱਬਦੇ ਕਈਆਂ ਨੂੰ ਹੋਰ ਨੂੰ ਡੁੱਬ ਜਾਂਦੇ ਨੇ। ਹਾਂ, ਔਰ ਕਹਿੰਦੇ ਕਿ ਇਹਨਾਂ ਦੀ ਇੰਨੀ ਘਟੀਆ ਮੱਤ ਹੁੰਦੀ ਆ, ਜੇ ਕੋਈ ਬ੍ਰਹਮ ਗਿਆਨੀ ਵੀ ਆ ਗਿਆ ਨਾ ਤੇ ਉਹਨਾਂ ਉਹਦੀ ਵੀ ਨਹੀਂ ਸੁਣਨੀ। ਆਪ ਜਸਟ ਸੋਚੋ ਕਿ ਐਸਾ ਇਨਸਾਨ ਜਿਹੜਾ ਹੈ, ਔਰ ਜੇਕਰ ਉਹ ਲੋਕਾਂ ਨੂੰ ਮਿਸਗਾਈਡ ਕਰੂਗਾ। ਕਬੀਰ ਜੀ ਦਾ ਲਿਖਣ ਦਾ ਕਾਰਨ ਕੀ ਹੈ? ਉਹ ਕਿ ਬਹੁਤ ਸਾਰੇ ਲੋਕ ਨੇ ਔਰ ਜਿਹੜੇ ਲੋਕਾਂ ਨੂੰ ਮਿਸਗਾਈਡ ਕਰਦੇ ਨੇ, ਉਹ ਕਹਿੰਦੇ ਆਪ ਤੇ ਡੁੱਬਦੇ ਫਿਰ ਪੂਰਾਂ ਦੇ ਪੂਰ ਨਾਲ ਲੈ ਕੇ ਡੁੱਬਦੇ ਨੇ। ਕਿਉਂਕਿ ਉਹ ਲੋਕ ਨੇ ਜਿਨ੍ਹਾਂ ਨੇ ਆਪਣੇ ਦਿਮਾਗ ਨੂੰ ਸੈਲਫ ਹਿਪਨੋਟਾਈਜ਼ ਕਰ ਲਿਆ। ਜਦੋਂ 10-20 ਬੰਦੇ ਪਿੱਛੇ ਲੱਗ ਜਾਂਦੇ ਆ ਤੇ ਉਹ ਬਾਬਾ ਜੀ ਸੰਤ ਬਣ ਕੇ ਬਹਿ ਜਾਂਦੇ ਆ। ਫਿਰ 50-60 ਹਜ਼ਾਰ ਬੰਦਾ ਆ ਗਿਆ, ਅੱਗੇ ਪਿੱਛੇ ਭੱਜਣ ਡਿਆ ਪਿਆ, ਚੜਾਵਾ ਚੜ੍ਹਨ ਡਿਆ ਪਿਆ।
ਉਹ ਬੰਦਾ ਸੱਚੀ ਉਹ ਹੈਲੂਸੀਨੇਟਰ ਹੋ ਜਾਂਦਾ ਹੈ। ਉਹ ਬੰਦਾ ਸੋਚਦਾ ਕਿ ਮੈਂ ਸੱਚੀ ਬ੍ਰਹਮ ਗਿਆਨੀ ਹਾਂ। ਇਹ ਸੱਚ ਹੈਗਾ ਸਾਧ ਸੰਗਤ ਜੀ। ਇੱਕ ਜਿਹੜਾ ਇਬਰਾਹਿਮ ਲਿੰਕਨ ਹੈ ਨਾ, ਜਿਹੜਾ ਅਮਰੀਕਾ ਦਾ ਪ੍ਰਧਾਨ ਮੰਤਰੀ ਸੀ, ਪ੍ਰੈਜ਼ੀਡੈਂਟ, ਹਾਂਜੀ ਪ੍ਰੈਜ਼ੀਡੈਂਟ, ਉਹ ਕਹਿੰਦੇ ਕਿ ਪ੍ਰੈਜ਼ੀਡੈਂਟ ਏਦਾਂ ਸੀ ਕਿ ਉਹਦੀ ਨਾ ਸਟੇਜ ਲੱਗਦੀ ਸੀ। ਇੱਕ ਕਰੈਕਟਰ ਸੀ, ਉਹਨੇ ਕੀ ਕਰਨਾ ਕਿ ਇਬਰਾਹਿਮ ਦਾ ਨਾ ਕਾਪੀ ਕਰਦਾ ਸੀ। ਉਹ ਲਗਾਤਾਰ ਕਾਪੀ ਕਰਦਾ ਰਿਹਾ। ਇੱਕ ਸਮਾਂ ਨਿੱਜਾ ਸਾਹਿਬ ਕਹਿੰਦੇ ਉਹਦੇ ਦਿਮਾਗ 'ਚ ਇੰਨਾ ਨੁਕਸ ਪੈ ਗਿਆ, ਉਹਨੂੰ ਉਹ ਪਹਿਲਾਂ ਤੇ ਸਟੇਜ ਤੋਂ ਬਾਅਦ ਕੱਪੜੇ ਲਾ ਦਿੰਦਾ ਸੀ, ਬਾਅਦ 'ਚ ਕਹਿੰਦੇ ਕੱਪੜਾ ਲਾਉਂਦਾ ਹੀ ਨਹੀਂ ਸੀ। ਉਹ ਆਪਣੇ ਆਪ ਨੂੰ ਇਬਰਾਹਿਮ ਲਿੰਕਨ ਹੀ ਸਮਝਣ ਡਿਆ ਪਿਆ। ਇਸੇ ਹੀ ਤਰ੍ਹਾਂ ਇਹ ਸਾਧ ਸੰਗਤ ਜੀ ਸੱਚ ਹੈ। ਜਦੋਂ ਲੋਕ ਤੁਹਾਡੀ ਤਾਰੀਫ ਕਰੀ ਜਾਂਦੇ ਆ, ਕਿਸੇ ਦੀ ਤਾਰੀਫ ਕਰੀ ਜਾਂਦੇ ਆ, ਉਹ ਬੰਦਾ ਕੀ ਸੱਚੀ ਸਮਝ ਲੈਂਦਾ ਆਪਣੇ ਆਪ ਨੂੰ ਕਿ ਮੈਂ ਬ੍ਰਹਮ ਗਿਆਨੀ ਆ। ਔਰ ਫਿਰ ਕੀ ਕਰਦੇ ਆ ਕਿ ਉਹ ਆਪਣੇ ਨਾਲ ਦੇ ਨਾਲ ਵੀ ਲਿਖਾ ਲੈਂਦੇ ਨੇ ਉਹ ਬ੍ਰਹਮ ਗਿਆਨੀ 101 ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਹੈਗਾ ਉਹ ਵਿਚਾਰਾ ਤੇ ਰੌਲਾ ਨਹੀਂ ਪਾਉਂਦਾ ਤੇ ਬਾਣੀ 'ਚ ਨਾਮ ਨਹੀਂ ਲੱਗਦਾ ਆਪਣਾ, ਡਰਦਾ ਹੁੰਦਾ ਕਿ ਪਹਿਲਿਆਂ ਨੇ ਲਿਖੀ ਆ। ਤੇ ਇਸ ਕਰਕੇ ਇਹਨਾਂ ਬ੍ਰਹਮ ਗਿਆਨੀਆਂ ਤੋਂ, ਇਹਨਾਂ ਠੱਗਾਂ ਤੋਂ ਬਚੋ। ਠੀਕ ਹੈ ਨਾ ਜੈਸਾ। ਬਿਲਕੁਲ। ਦੇਖ ਲਓ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਮਹਾਰਾਜ ਨੇ ਨਾਮ ਲਿਖਿਆ ਆਪਣਾ, ਕਿਸੇ ਵੀ ਜਿਹੜੇ ਉਹਨਾਂ ਨੇ ਜਿਹੜੇ ਹੈਗੇ ਮਹੱਲਿਆਂ ਨੇ ਮਹੱਲੇ ਲਿਖੇ ਹੋਏ ਆ। ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, ਸਾਰੇ ਮਹੱਲੇ ਲਿਖੇ ਆ। ਮਹੱਲਾ 9ਵਾਂ ਦੇਖ ਲਓ। ਹਾਂਜੀ ਹਾਂਜੀ। ਤੇ ਆਪ ਗਏ ਔਰਨ ਹੂੰ ਖੋਵੇਂ, ਆਗ ਲਗਾਏ ਮੰਦਰ ਮੈਂ ਸੋਵੇਂ। ਕਹਿੰਦੇ ਆਪ ਤਾਂ ਗਏ ਨਰਕ 'ਚ ਜਾ ਰਹੇ, ਆਪ ਆਪਣਾ ਜੀਵਨ ਤਾਂ ਖਤਮ ਹੈ ਉਹਨਾਂ ਦਾ, ਪਰ ਦੂਜਿਆਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਵੀ ਡੇਗ ਰਹੇ, ਨਾਲ ਲੈ ਕੇ ਜਾ ਰਹੇ। ਕਹਿੰਦੇ ਆਪ ਗਏ ਔਰਨ ਹੂੰ ਖੋਵੇਂ, ਔਰਨ ਵਿਚਾਰੇ ਨੂੰ, ਉਹਨਾਂ ਨੂੰ ਚੰਗੇ ਭਲਿਆਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਮਗਰ ਲਾਇਆ ਹੋਇਆ। ਆਗ ਲਗਾਏ ਮੰਦਰ ਮੈਂ ਸੋਵੇਂ। ਕਹਿੰਦੇ ਇਸ ਤਰ੍ਹਾਂ ਹੈਗਾ ਵੀ ਇਸ ਤਰ੍ਹਾਂ ਉਹਨਾਂ ਨੂੰ ਜਿਹੜਾ ਹੈ ਨਾ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਆ। ਕੋਈ ਪਤਾ ਨਹੀਂ ਹੈ ਵੀ ਉਹਨਾਂ ਦਾ ਜੀਵਨ ਜਿਹੜਾ ਹੈਗਾ ਖਤਮ ਹੋ ਰਿਹਾ, ਕੁਛ ਪ੍ਰਾਪਤੀ ਨਹੀਂ ਹੋ ਰਹੀ, ਨਰਕਾਂ ਦੇ ਵੱਲ ਜਾ ਰਹੇ ਆ, ਮਨੁੱਖ ਜੀਵਨ ਲੱਭਣੀ ਨਹੀਂ ਅੱਗੇ। ਪਰ ਬੇਫਿਕਰ ਹੈਗੇ। ਕਹਿੰਦੇ ਆਗ ਲਗਾਏ ਮੰਦਰ ਮੇ ਸੋਵੇਂ, ਘਰ ਨੂੰ ਅੱਗ ਲਗਾ ਲਈ, ਆਪ ਹੀ ਲਾ ਲਈ ਹੈ ਔਰ ਸੁੱਤੇ ਪਏ ਆਰਾਮ ਨਾਲ। ਆਖਰੀ ਲਾਈਨ ਆ ਗਈ, ਔਰਨ ਹਸਤ ਆਪ ਹੈ ਕਾਨੇ। ਕਹਿੰਦੇ ਦੂਜਿਆਂ ਤੇ ਹੱਸਦੇ ਆ, ਦੂਜਿਆਂ ਨੇ ਕਹਿੰਦੇ ਆਹ ਦੇਖ ਕਿੰਨਾ ਜਿਹੜਾ ਹੈਗਾ ਇਹਦੇ ਅੰਦਰ, ਕਿੰਨਾ ਜਿਹੜਾ ਹੈਗਾ ਇਹ ਆਹ ਮਾੜੇ ਕੰਮ ਕਰਦਾ ਹੈ, ਆਹ ਫਲਾਨਾ ਇਹਦੇ ਅੰਦਰ, ਆਹ ਝੂਠ ਬੋਲਦਾ ਹੈ, ਆਹ ਇਸ ਤਰ੍ਹਾਂ ਕਰਦਾ ਹੈ। ਆਪ ਉਹੀ ਸਾਰਾ ਕੁਝ ਆਪਣੇ ਅੰਦਰ ਹੈਗਾ। ਔਰਨ ਹਸਤ, ਦੂਜਿਆਂ ਤੇ ਹੱਸਦੇ ਆ, ਦੂਜਿਆਂ ਦੇ ਅਵਗੁਣ ਫੋਲਦੇ ਆ, ਤੇ ਆਪ ਹੈ ਕਾਨੇ, ਆਪ ਜਿਹੜੇ ਆ ਉਹ ਅਵਗੁਣਾਂ ਦੇ ਪ੍ਰਧਾਨ ਹੈਗੇ, ਪੂਰੇ ਅਵਗੁਣ ਭਰੇ ਪਏ ਆ ਉਹਨਾਂ ਦੇ ਵਿੱਚ। ਤਿੰਨਕੋ ਦੇਖ ਕਬੀਰ ਲਜਾਨੇ। ਕਹਿੰਦੇ ਮੈਨੂੰ ਤਾਂ ਸੰਗ ਆ ਰਹੀ ਹੈ ਭਾਈ ਇਹਨਾਂ ਨੂੰ ਦੇਖ ਕੇ, ਮੈਨੂੰ ਤਾਂ ਸ਼ਰਮ ਆ ਰਹੀ ਹੈ ਇਹਨਾਂ ਨੂੰ ਦੇਖ ਕੇ। ਹਾਂਜੀ ਵੀਰ ਜੀ। ਅਬਾ ਠੀਕ ਹੈ ਜੀ। ਸਾਧ ਸੰਗਤ ਜੀ ਇੱਥੇ ਕਬੀਰ ਜੀ ਸਮਾਪਤੀ ਕਰਦੇ ਨੇ। ਉਹ ਕਹਿੰਦੇ ਕਿ ਇਹ ਲੋਕ ਏਦਾਂ ਦੇ ਨੇ ਕਿ ਆਪਣੀ ਪੀੜ੍ਹੀ ਥੱਲੇ ਟੋਟਾ ਹੀ ਨਹੀਂ ਮਾਰਦੇ, ਤੇ ਉਹ ਦੂਜਿਆਂ ਨੂੰ ਉਹ ਦੂਜਿਆਂ ਨੂੰ ਉਲਟਾ ਹੀ ਸਮਝੀ ਜਾਂਦੇ ਆ ਔਰ ਉਹਨਾਂ ਦਾ ਪ੍ਰਚਾਰ ਕਰੀ ਜਾਂਦੇ ਨੇ। ਐਸੇ ਲੋਕ ਏਡੇ ਖਤਰਨਾਕ ਹੁੰਦੇ ਨੇ, ਇਹਨਾਂ ਤੋਂ ਬ੍ਰਹਮ ਗਿਆਨੀ ਵੀ ਨਹੀਂ ਬਚ ਸਕਦਾ। ਉਹਦੀ ਵੀ ਨਿੰਦਿਆ ਕਰ ਦਿੰਦੇ ਨੇ। ਆਪ ਕਿਤੇ ਚੂੜੀ ਪਾਣੀ ਦੀ ਨਹੀਂ ਪਿਆਈ, ਜ਼ਿੰਦਗੀ 'ਚ ਲੈਣਾ ਹੀ ਜਾਣਦੇ ਨੇ, ਦਿੱਤਾ ਨਹੀਂ ਕਿਤੇ। ਤੇ ਉਹ ਬੰਦੇ ਜਿਹਨੇ ਆਪ ਨਹੀਂ ਦਿੱਤਾ ਤੇ ਤੁਹਾਨੂੰ ਕਹਿੰਦਾ ਸੇਵਾ ਕਰੋ, ਸੱਚੀ ਉਹ ਸਹੀ ਉਹ ਦਿਲੋਂ ਕਹਿੰਦੇ ਆ ਤੁਹਾਨੂੰ ਸੇਵਾ ਕਰਨ ਵਾਸਤੇ, ਜਾਂ ਉਹਦਾ ਮਤਲਬ ਕੁਝ ਹੋ ਰਿਹਾ। ਉਹਨੇ ਕੁਝ ਦਿੱਤਾ ਹੈ ਕਿਤੇ, ਦੇਣਾ ਕਿਤੇ ਆਸਾਨ ਹੈ, ਬਹੁਤ ਔਖਾ। ਤੁਸੀਂ ਦੇ ਸਕਦੇ ਜੋ ਉਹਨੂੰ ਕਿ ਭਾਈ ਤੂੰ ਇੱਥੇ ਬੈਠਾ, ਤੂੰ ਕਿਤੇ ਦਿੱਤਾ ਹੀ ਦਾਨ, ਇਹ ਲੈਣਾ ਹੀ ਜਾਣਦਾ। ਇਹ ਲੋਕਾਂ ਨੇ ਟੋਕਰੇ ਰੱਖੇ ਨੇ, ਵੇਖੋ ਗੋਲਕਾਂ ਰੱਖੀਆਂ ਨੇ, ਚੜਾਈ ਜਾਓ ਪੈਸੇ ਇਹਨਾਂ ਨੂੰ। ਪਰ ਇਹ ਲੋਕ ਇਹੋ ਹੀ ਸੀ ਗੱਲ ਕਿ ਇਹ ਲੋਕ ਦੇਣਾ ਨਹੀਂ ਜਾਣਦੇ, ਲੈਣਾ ਜਾਣਦੇ। ਬਾਣੀ ਇਹੋ ਕਹਿੰਦੀ ਆਪਾਂ ਨੂੰ, ਇਹ ਸਮਝਾ ਰਹੀ ਆ ਕਿ ਇਹਨਾਂ ਡੁੱਬ ਜਾਣਾ, ਤੁਹਾਨੂੰ ਵੀ ਡੋਬ ਦੇਣਾ। ਇਹਨਾਂ ਲੋਕਾਂ ਤੋਂ ਥੋੜਾ ਦੂਰ ਰਹੋ ਬਸ। ਇਸੇ ਲਈ ਕਹਿੰਦੇ ਕਿ ਕਾਲਾ ਜਿਹੜਾ ਕੋਇਲਾ ਹੁੰਦਾ ਹੈ, ਜਦੋਂ ਠੰਡਾ ਹੁੰਦਾ ਤੇ ਹੱਥ ਕਾਲਾ ਕਰਦਾ ਹੈ, ਤੇ ਜਦੋਂ ਗਰਮ ਹੁੰਦਾ ਤੇ ਹੱਥ ਨੂੰ ਸਾੜ ਦਿੰਦਾ। ਸੰਗਤ ਐਡੀ ਮਾੜੀ ਚੀਜ਼ ਹੁੰਦੀ ਆ। ਅੱਜ ਦੀ ਬਾਣੀ ਖਾਸ ਕਰਕੇ ਆਪਣੀ ਸੰਗਤ ਤੇ ਗੁਰੂ ਜੀ ਨੇ ਕੀਤੀ ਹੈ, ਕਬੀਰ ਜੀ ਨੇ ਕੀਤੀ ਹੈ ਕਿ ਸੰਗਤ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਇੱਕ ਰੋਲ ਪਲੇ ਕਰਦੀ ਹੈ। ਜੇਕਰ ਤੁਸੀਂ ਪਰਮਾਤਮਾ ਨੂੰ ਜਾਣਨਾ ਚਾਹੁੰਦੇ ਜੋ, ਤੇ ਐਸੀ ਸੰਗਤ ਲੱਭੋ ਜਿਹੜੀ ਉਸ ਡਾਇਰੈਕਸ਼ਨ ਵੱਲ ਚੱਲ ਰਹੀ ਹੈ। ਪਹੁੰਚਿਆ ਜਾਂ ਨਹੀਂ ਪਹੁੰਚਿਆ ਉਹ ਮੈਟਰ ਨਹੀਂ ਕਰਦਾ ਜੇ, ਪਰ ਉਧਰ ਚੱਲਦੀ ਹੋਣੀ ਚਾਹੀਦੀ ਆ ਸਹੀ ਸੰਗਤ। ਤੇ ਜੇ ਤੁਸੀਂ ਡੁੱਬਣਾ ਚਾਹੁੰਦੇ ਜੋ
ਫਿਰ ਐਸੀ ਸੰਗਤ ਲੱਭੋ ਜਿਹੜੇ ਪਰਮਾਤਮਾ ਤੋਂ ਵਿਰੋਧ ਜੇ ਖੜੇ ਨੇ, ਜਿਹੜਾ ਆਪਣਾ ਕੋਈ ਪੰਥ ਚਲਾ ਕੇ ਬਹਿ ਗਏ ਨੇ, ਜਿਹੜੇ ਆਪਣੀਆਂ ਰੋਟੀਆਂ ਸੇਕਣ ਦੇ ਨੇ, ਪਰ ਜਿਨ੍ਹਾਂ ਨੂੰ ਸਵਾਰਥ ਹੈਗਾ ਹੈ। ਆਹ ਤਿੰਨ ਚੀਜ਼ਾਂ ਉਹਨਾਂ 'ਚ ਹੋਣੀਆਂ ਜੇ। ਇਹ ਚੀਜ਼ਾਂ ਆਪਣੇ ਆਇਡੈਂਟੀਫਾਈ ਕਰਨਾ ਹੈ। ਇਹ ਤਿੰਨ ਔਗੁਣ ਉਹ ਬੰਦਿਆਂ 'ਚ ਹੋਣਗੇ। ਇੱਕ ਉਹਨਾਂ 'ਚ ਮੋਹ ਹੋਊਗਾ, ਇੱਕ ਤ੍ਰਿਸ਼ਨਾ ਹੋਊਗਾ ਤੇ ਇੱਕ ਦੁਰਮਤ ਹੋਊਗਾ। ਤੇ ਇਹ ਬਸ ਇਹਦੇ 'ਚ ਕੋਈ ਗੱਲ ਨਹੀਂ। ਤੁਹਾਡੇ ਅੰਦਰ ਵਿਵੇਕ ਆ, ਤੁਸੀਂ ਦੇਖ ਲੈਣਾ ਇਹ ਚੀਜ਼ ਇਹ ਹੈਗੀ ਆ। ਸਮਝ ਲਓ ਉੱਥੇ ਗਿਆਨ ਨਹੀਂ ਹੈਗਾ। ਜਿੱਥੇ ਗਿਆਨ ਹੈਗਾ ਇਹ ਤਿੰਨ ਚੀਜ਼ਾਂ ਉੱਥੇ ਨਹੀਂ ਹੋਣਗੀਆਂ। ਉਹਦਾ ਇਸ਼ਾਰਾ ਆਪਾਂ ਬਾਣੀ ਦਾ ਲੈਣਾ ਹੈ ਤੇ ਉਹਦੇ ਨਾਲ ਆਪਣਾ ਜੀਵਨ ਉੱਚਾ ਹੋਊਗਾ। ਤੇ ਜੇ ਆਪਾਂ ਆਪਣੀ ਮੂੜ ਮੱਤ ਯੂਜ਼ ਕਰਦੇ ਹਾਂ, ਥੱਲੇ ਦੁਰਮਤ ਲਿਖਿਆ, ਤੇ ਮੋਹ 'ਚ ਆਪਣਾ ਜੀਵਨ ਬਤੀਤ ਕਰਾਂਗੇ, ਫਿਰ ਮੁਸ਼ਕਿਲ ਹੋ ਜਾਏਗੀ। ਫਿਰ ਕਾਫੀ ਮੁਸ਼ਕਿਲ ਹੋਏਗੀ, ਕਿਉਂਕਿ ਇਹਨਾਂ ਲੋਕਾਂ ਦੀ ਸੰਗਤ ਕਰਨ ਦੇ ਨਾਲ ਕੀ ਹੋਊਗਾ ਕਿ ਸਾਡੇ ਅੰਦਰ ਜਿਹੜਾ ਵਿਵੇਕ ਖਤਮ ਕਰ ਦੇਣਾ ਇਹਨਾਂ ਨੇ। ਇਹਨਾਂ ਤੁਹਾਨੂੰ ਕੁਛ ਵੀ ਨਹੀਂ ਕਹਿਣਾ। ਤੁਹਾਡੇ ਅੰਦਰ ਜਿਹੜੀ ਚੇਤਨਾ ਉਹਨੂੰ ਮਾਰ ਦੇਣਾ ਇਹਨਾਂ ਨੇ। ਜਦੋਂ ਚੇਤਨਾ ਮਰ ਗਈ ਫਿਰ ਤੇ ਬੰਦਾ ਮਰ ਗਿਆ, ਉਹਦੇ ਅੰਦਰ ਕੁਛ ਨਹੀਂ ਰਹਿ ਜਾਏਗਾ। ਤੁਹਾਡੇ ਅੰਦਰ ਵਿਵੇਕ ਹੀ ਨਹੀਂ ਹੈਗਾ। ਬਸ ਬਸ ਤੁਸੀਂ ਸਹੀ ਗਲਤ ਵੇਖਣਾ ਹੀ ਨਹੀਂ। ਤੁਸੀਂ ਕਹਿਣਾ ਹੈ ਕਿ ਸਾਹਮਣੇ ਜਿਹੜੇ ਬਾਬਾ ਜੀ ਬੈਠੇ ਨੇ, ਬਸ ਇਹਨਾਂ ਦੇ ਗੋਡੇ ਘੁੱਟੀ ਜਾਓ। ਜੋ ਮੈਂ ਕਹਿੰਦਾ ਜਿੱਥੇ ਮਰਜੀ ਕੋਈ ਬ੍ਰਹਮ ਗਿਆਨੀ ਵੀ ਕਹਿੰਦਾ ਗੋਡਾ ਘੁੱਟ ਕੇ ਵੇਖ ਲਓ, ਤੁਹਾਨੂੰ ਕੁਛ ਵੀ ਨਹੀਂ ਪ੍ਰਾਪਤ ਹੋਣਾ। ਬਹੁਤ ਵਧੀਆ ਗੋਰਖੀ ਸਾਹਿਬ, ਬਹੁਤ ਵਧੀਆ। ਜਿੱਥੇ ਮਰਜੀ ਭੱਜ ਕੇ ਵੇਖ ਲਓ, ਜਿੱਥੇ ਮਰਜੀ ਤੀਰਥ ਸਥਾਨ ਤੇ ਜਾ ਕੇ ਵੇਖ ਲਓ, ਜਿੰਨਾ ਮਰਜੀ ਨੱਕ ਰਗੜ ਕੇ ਦੇਖ ਲਿਓ, ਪਰਮੇਸ਼ਰ ਦੇ ਦੀਦਾਰ ਨਹੀਂ ਜੋ ਪ੍ਰਾਪਤ ਹੋਣੇ। ਉਹ ਤੇ ਭਗਤੀ ਮੰਗਦਾ, ਮਨ ਮੰਗਦਾ ਤੁਹਾਡਾ। ਜਿੰਨੇ ਮਰਜੀ ਗੋਡੇ ਘੁੱਟਣ ਦੇ ਨਾਲ ਮੈਂ ਘੁੱਟਾਉਂਦਾ 50 ਸੱਥਾਂ ਦੇ ਨਿਜਰ ਸਾਹਿਬ, ਇਹ ਤੇ ਬੜਾ ਸੌਖਾ ਕੰਮ ਹੈ। ਬਿਲਕੁਲ। ਬੜਾ ਮਾਲਸ਼ ਕਰਦੇ ਨੇ, 50-60 ਰੁਪਏ ਲੈਂਦੇ, 200-250-300 ਬੰਦੇ ਰੋਜ਼ ਦੇ ਗੋਡੇ ਘੁੱਟਦੇ ਨੇ, ਤੇ ਕੀ ਉਹਨਾਂ ਨੂੰ ਬ੍ਰਹਮ ਗਿਆਨੀ ਬਣ ਜਾਣਗੇ? ਕਈ ਨਾਮ ਜਪਣ ਵਾਲੇ ਉਹਨਾਂ ਕੋਲ ਜਾਂਦੇ ਨੇ। ਪਰ ਇਹ ਚੀਜ਼ ਨੂੰ ਆਪ ਨਾਲ ਵਿਚਾਰ ਕਰਨੀ ਹੈ। ਇਹ ਨਹੀਂ ਕਿ ਸੇਵਾ ਕਰਨੀ, ਕਰੋ, ਪਰ ਜ਼ਿੰਦਗੀ ਦਾ ਮਕਸਦ ਹੈਗਾ ਕਿ ਤੁਹਾਡਾ ਆਪਣਾ ਗਿਆਨ, ਪਲੀਜ਼ ਆਪਣਾ ਗਿਆਨ ਪ੍ਰਾਪਤ ਕਰੋ। ਬਾਣੀ ਕਹਿੰਦੀ ਹਨੇਰੀ ਵਾਂਗੂ ਆਊਗਾ, ਭਗਤੀ ਤੋਂ ਬਿਨਾਂ ਨਹੀਂ ਹੋਣਾ। ਤਿੰਨ ਚੀਜ਼ਾਂ ਹੈਗੀਆਂ ਨੇ, ਗਿਆਨ ਮਾਰਗ, ਕਰਮ ਮਾਰਗ ਤੇ ਭਗਤੀ ਮਾਰਗ। ਭਗਤੀ ਮਾਰਗ ਆਪਾਂ ਨੇ ਲੈਣਾ ਹੈ, ਬਹੁਤ ਆਸਾਨ ਹੈ। ਇਹਦੇ 'ਚ ਕੁਛ ਨਹੀਂ ਚਾਹੀਦਾ, ਕੇਵਲ ਪਰਮਾਤਮਾ ਦੀ ਭਗਤੀ ਕਰਨੀ ਹੈ। ਕਿਉਂਕਿ ਗਿਆਨ ਮਾਰਗ ਬੜਾ ਔਖਾ ਵਾ, ਤੁਸੀਂ ਗਿਆਨ ਮਾਰਗ ਤੇ ਚੱਲ ਨਹੀਂ ਸਕਦੇ। ਗਿਆਨ ਮਾਰਗ ਦੇ ਕ੍ਰਾਈਟੇਰੀਆ ਉਹ ਤੁਹਾਨੂੰ ਦੁਨੀਆ ਭਰ ਦੀਆਂ ਉਹਨਾਂ ਨੇ ਕਹਾਣੀਆਂ ਸੁਣਾਉਣੀਆਂ ਨੇ। ਜਿੱਦਾਂ ਰਹਿਤ ਮਰਿਆਦਾ ਨਹੀਂ ਹੁੰਦੀ ਓਦਾਂ ਦੀ, ਉੱਥੇ ਕੋਈ ਫਾਇਦਾ ਨਹੀਂ ਹੈਗਾ। ਜਦੋਂ ਤੁਸੀਂ ਭਗਤੀ ਕੀਤੀ, ਤੁਹਾਡੇ ਅੰਦਰ ਨਾ ਇੱਕ ਚੀਜ਼ ਪੈਦਾ ਹੋਣੀ ਆ, ਉਹਨੂੰ ਕਹਿੰਦੇ ਅੰਤਰਾਕਰਣ 'ਚ ਇੱਕ ਨਾ ਅਮਰ ਜੋਤ ਨੇ ਪ੍ਰਗਟ ਹੋਣਾ ਹੈ ਤੁਹਾਡੇ ਅੰਦਰ। ਆਪਾਂ ਜਿਹਨੂੰ ਸੁਪਨਾ ਸ਼ਕਤੀ ਕਹਿੰਦੇ ਆ, ਨਾਭ ਕਮਲ ਦਾ ਸਿੱਧਾ ਹੋਣਾ ਹੈ। ਨਾਭੀ ਚੱਕਰ ਤੋਂ ਸਿੱਧੀ ਪ੍ਰਾਣ ਊਰਜਾ ਆਪਾਂ ਨੂੰ ਚੜੂਗੀ। ਇਹਨੇ ਉੱਪਰ ਜਾ ਕੇ ਜਿੱਦਾਂ ਕਮਲ ਦੇ ਫੁੱਲ ਵਾਂਗੂ ਫੈਲ ਜਾਣਾ ਤੁਹਾਡੇ ਸਿਰ ਦੇ ਅੰਦਰ। ਇੰਨੀ ਪਾਵਰਫੁਲ, ਇੰਨੀ ਸ਼ੁੱਧ ਐਨਰਜੀ ਹੈ। ਇਹਨੇ ਜਿੰਨਾ ਵੀ ਅਗਿਆਨ ਹੈ, ਜਿੰਨਾ ਭਰਮ ਹੈ, ਇਹਨੂੰ ਸਾੜ ਦੇਣਾ। ਔਰ ਤੁਹਾਡਾ ਜਿਹੜਾ ਨਾਭੀ ਦਾ ਚੱਕਰ ਇਹਨੂੰ ਸ਼ੁੱਧ ਕਰ ਦੇਣਾ। ਇੰਨਾ ਸ਼ੁੱਧ ਕਰ ਦੂਗਾ। ਉਸ ਤੋਂ ਬਾਅਦ ਕੀ ਹੋਊਗਾ, ਤੁਹਾਨੂੰ ਕੋਈ ਕਿਲੋ ਦੀਆਂ ਗਾਲਾਂ ਕੱਢੇ ਨਾ ਤੁਹਾਡੇ ਸਾਹਮਣੇ, ਕੀ ਮਜਾਲ ਤੁਹਾਨੂੰ ਗੁੱਸਾ ਆ ਜਾਊ। ਦੁਨੀਆ ਦਾ ਬੰਦਾ ਤੁਹਾਡੀ ਨਿੰਦਿਆ ਕਰਦੇ, ਤੁਹਾਡੇ ਦਿਲ ਤੇ ਇੱਕ ਵੀ ਤੁਹਾਡੇ ਅੰਦਰ ਸ਼ਿਕਵਾ ਨਹੀਂ ਹੋਣੀ। ਇਹ ਨਹੀਂ ਮਜਬੂਰੀ ਨਾਲ ਤੁਸੀਂ ਸਮਝਾਉਣਾ ਵਾ, ਇਹਨੂੰ ਪਤਾ ਨਹੀਂ ਹੈ, ਇਹ ਅਗਿਆਨੀ ਹੈ। ਤੁਹਾਨੂੰ ਇਹ ਕਹਿਣ ਦੀ ਲੋੜ ਨਹੀਂ ਆਪਣੇ ਆਪ ਨੂੰ। ਤੁਹਾਡੇ ਅੰਦਰ ਤਰੰਗ ਹੀ ਨਹੀਂ ਪੈਦਾ ਹੋਣੀ, ਤੁਹਾਡੇ ਅੰਦਰ ਲਾਲਚ ਨਹੀਂ ਆਉਣਾ, ਤੁਹਾਡੇ ਅੰਦਰ ਮੋਹ ਨਹੀਂ ਆਉਣਾ। ਆਹ ਜਿਹੜਾ ਦੁਰਮਤ ਆ, ਇਹ ਤੇ ਲੱਭਣੀ ਨਹੀਂ। ਇਹ ਤ੍ਰਿਸ਼ਨਾ ਵੀ ਖਤਮ ਹੋ ਜਾਏਗੀ, ਕਿਉਂਕਿ ਉਹ ਐਸੀ ਸ਼ਕਤੀ ਆ। ਉਹ ਜਦੋਂ ਵੀ ਪ੍ਰਮਾਤਮਾ ਦਾ ਨਾਮ ਪ੍ਰਗਟ ਹੋ ਗਿਆ ਨਾ, ਨੌ ਨਿਤ ਅੰਮ੍ਰਿਤ ਪ੍ਰਭ ਦਾ ਨਾਮ ਦੇ ਹੀ ਮੈਂ ਜਿਸਕਾ ਵਿਸ਼ਰਾਮ ਦਾ ਮਤਲਬ ਸੁੱਤਾ ਹੋਇਆ ਹੈ। ਪਰ ਪ੍ਰਗਟ ਉਦੋਂ ਹੁੰਦਾ ਹੈ ਜਦੋਂ ਪਰਮਾਤਮਾ ਦੀ ਆਪਾਂ ਭਗਤੀ ਕਰਦੇ ਹਾਂ। ਉਹ ਜਦੋਂ ਪ੍ਰਗਟ ਹੋ ਗਿਆ ਤਾਂ ਫਿਰ ਹਨੇਰੀ ਆਊਗੀ ਤੁਹਾਡੇ ਅੰਦਰ। ਜੋ ਹਨੇਰੀ ਤੇ ਹਨੇਰੀ ਆ, ਹਨੇਰੀ ਦੇ ਘੜੀ ਕਿਹੜਾ ਟਿਕਦਾ। ਉਹ ਕਿਹੜੀ ਹਨੇਰੀ, ਤੁਹਾਡੇ ਆਪਣੇ ਗਿਆਨ ਦੀ। ਇਸ ਲਈ ਕਹਿੰਦੇ ਤੀਜੇ ਬੁੱਧ ਵਿਵੇਕਾਂ। ਉਹ ਪਰਮਾਤਮਾ ਨੂੰ ਕਹਿੰਦੇ ਸਾਨੂੰ ਵਿਵੇਕ ਬੁੱਧੀ ਦੇ। ਗ੍ਰੰਥ ਉਹਨਾਂ ਕੋਲ ਨਹੀਂ ਹੈਗੇ ਤੇ ਉਹ ਤਾਂ ਪੜ੍ਹ ਲੈਂਦੇ। ਉਹ ਜੇ ਗ੍ਰੰਥਾਂ 'ਚ ਗਿਆਨ ਹੋਵੇ, ਵਿਵੇਕ ਬੁੱਧੀ ਹੋਵੇ ਤਾਂ ਉੱਥੋਂ ਕੋਈ ਪੜ੍ਹ ਕੇ ਪ੍ਰਾਪਤ ਕਰ ਲੈਂਦੇ। ਉਹ ਨਹੀਂ ਕਹਿੰਦੇ ਕਿ ਯੂਨੀਵਰਸਿਟੀ ਦੀਆਂ ਕਿਤਾਬਾਂ ਹੈਗੀਆਂ ਉੱਥੋਂ ਪੜ੍ਹ ਲੈਂਦੇ ਜਾ ਕੇ, ਨਹੀਂ। ਕਹਿੰਦੇ ਤੀਜੇ ਮੈਨੂੰ ਆਪਣੀ ਬੁੱਧੀ ਦੇ, ਜਿਹੜੀ ਬੁੱਧੀ ਜਿਹੜੀ ਸਹੀ ਤੇ ਗਲਤ ਦੇ ਵਿੱਚ ਨਿਰਣਾ ਕਰੇ। ਬਿਲਕੁਲ। ਤੇ ਫਿਰ ਉਹ ਕਹਿੰਦੇ ਰਸਤਾ ਕਿਹੜਾ ਬਚੂਗਾ, ਇੱਕੋ ਰਸਤਾ ਬਚਣਾ ਹੈ। ਹੁਣ ਆਪਾਂ ਦੋ ਰਸਤੇ ਤੇ ਚੱਲਦੇ ਹਾਂ। ਆਪਾਂ ਸੋਚਦੇ ਕਿ ਸੱਜੇ ਬੰਨੇ ਜਾਈਏ, ਖੱਬੇ ਬੰਨੇ ਜਾਈਏ, ਤੇ ਜਿਹਨੂੰ ਬੁੱਧੀ ਸਪੋਰਟ ਕਰਦੀ ਹੈ ਮਨ ਉਹਦੀ ਮੰਨ ਲੈਂਦਾ। ਫਿਰ ਉਦੋਂ ਕੀ ਤੁਹਾਡੇ ਕੋਲ ਕੋਈ ਰਸਤਾ ਬਚੂਗਾ। ਇਹ ਜਿਹੜਾ ਰਸਤਾ ਤੁਹਾਡੇ ਕੋਲ ਖੋਹ ਲਿਆ ਜਾਏਗਾ, ਜਿਹਦੇ ਵਿੱਚ ਮੋਹ ਹੈ, ਤ੍ਰਿਸ਼ਨਾ ਹੈ ਤੇ ਦੁਰਮਤ ਹੈ। ਫਿਰ ਤੁਹਾਡੇ ਕੋਲ ਬਚੇਗਾ ਪਰਮਾਤਮਾ ਦੇ ਘਰ ਵੱਲ, ਨਿੱਜ ਘਰ ਵੱਲ ਜਾਣ ਦਾ ਰਸਤਾ।
ਔਰ ਉਹ ਰਸਤਾ ਜਦੋਂ ਪ੍ਰਗਟ ਹੋ ਗਿਆ ਤੇ ਫਿਰ ਵਿਵੇਕ ਹੀ ਵਿਵੇਕ ਆ, ਉੱਤੇ ਅਗਿਆਨ ਤੇ ਭਰਮ ਨਹੀਂ। ਭਾਵੇਂ ਕਰੋੜਾਂ ਰੁਪਈਏ ਸਾਹਮਣੇ ਪਏ ਹੋਣਗੇ, ਤੁਹਾਡੇ ਅੰਦਰ ਤਰੰਗ ਥੋੜੀ ਪੈਦਾ ਹੋਣੀ ਨਾ, ਬਹੁਤ ਔਖਾ ਹੈ। ਕਿਉਂਕਿ ਜਦੋਂ ਪਰਮਾਤਮਾ ਪ੍ਰਗਟ ਹੋ ਗਿਆ ਨਾ, ਉਦੋਂ ਤੁਹਾਡੇ ਅੰਦਰ ਇੱਕ ਐਸੀ ਤ੍ਰਿਪਤੀ ਹੋਣੀ ਹੈ, ਇੰਨੀ ਪਿਆਸ ਬੁੱਝ ਜਾਣੀ ਆ, ਤੁਸੀਂ ਕਹੋਗੇ ਕਿ ਪਤਾ ਨਹੀਂ ਕੀ ਹੋਇਆ, ਹੁਣ ਪਿਆਸ ਨਹੀਂ ਹੈ। ਕੁਝ ਜਾਣਨ ਨੂੰ ਦਿਲ ਨਹੀਂ ਕਰਦਾ, ਇੰਝ ਲੱਗਦਾ ਪਤਾ ਨਹੀਂ ਤੂੰ ਮੈਂ ਜਾਣ ਲਿਆ ਤੇ ਜਾਣਿਆ ਪਤਾ ਨਹੀਂ ਕੀ ਆ, ਤੁਹਾਨੂੰ ਵੀ ਨਹੀਂ ਪਤਾ ਲੱਗਣਾ ਮੈਂ ਜਾਣਿਆ ਕੀ ਆ। ਅੰਦਰ ਏਦਾਂ ਦੀ ਤ੍ਰਿਪਤੀ ਹੋ ਜਾਣੀ ਆ, ਜਿਹੜਾ ਬਰਤਨ ਖਾਲੀ ਠੱਪ ਠੱਪ ਵੱਜਦਾ ਨਾ, ਉਹ ਚ ਸ਼ਾਂਤੀ ਪੈ ਜਾਣੀ, ਉਹ ਚ ਫਿਰ ਆਵਾਜ਼ ਨਹੀਂ ਹੋਣੀ। ਇੱਕਦਮ ਭਰਿਆ ਬਰਤਨ ਜਿਹੜਾ ਹੁੰਦਾ ਨਾ, ਉਹ ਫਿਰ ਖੜਕਦਾ ਨਹੀਂ ਹੈ, ਖਾਲੀ ਜ਼ਰੂਰ ਖੜਕਦੇ। ਤੇ ਅੱਜ ਦੀ ਵਿਚਾਰ ਨਿਜਰ ਸਾਹਿਬ ਇੱਥੇ ਹੀ ਸਮਾਪਤ ਕਰਦੀ ਹੈ। ਹਾਂਜੀ, ਇੱਕ ਚੀਜ਼ ਹੋਰ ਮੈਂ ਦੱਸਣਾ ਚਾਹੁੰਦਾ ਹੈ ਕਿ ਦੇਖੋ ਪਹਿਲਾਂ 35 ਸ਼ਬਦ ਸੀਗੇ ਕਬੀਰ ਜੀ ਦੇ, ਉਸ ਤੋਂ ਬਾਅਦ 8 ਸ਼ਬਦ ਹੋਰ ਆਏ ਆ, 43 ਤੱਕ ਜਿਹੜੇ ਕਬੀਰ ਜੀ ਦੇ, ਤੇ ਇਸ ਤੋਂ ਬਾਅਦ ਆਹ ਸ਼ਬਦ 44ਵਾਂ ਜਿਹੜਾ ਆਇਆ ਆ, ਉਹ ਇਹ ਕੱਲਾ ਹੀ ਸ਼ਬਦ ਹੈਗਾ, ਆਪਣੇ ਵਿੱਚ ਕੱਲਾ ਹੀ ਗਿਆਨ ਹੈ, ਇਹਦੇ ਨਾਲ ਹੋਰ ਜਿਹੜੀ ਲੜੀ ਨਹੀਂ ਹੈਗੀ, ਕੱਲਾ ਹੀ ਸ਼ਬਦ ਹੈ। ਦੇਖੋ ਕਿੰਨਾ ਇੰਪੋਰਟੈਂਟ ਹੈਗਾ ਇਹ, ਪੂਰਾ ਦਾ ਪੂਰਾ ਟੌਪਿਕ ਇਹਦੇ ਵਿੱਚ ਹੀ ਖਤਮ ਹੋ ਗਿਆ, ਸ਼ਬਦ ਦੇ ਵਿੱਚ। ਇੰਨਾ ਜ਼ਿਆਦਾ ਗਿਆਨ ਜਿਹੜਾ ਜ਼ਰੂਰੀ ਹੈਗਾ ਆਪਣੇ ਵਾਸਤੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਬਾਣੀ ਵੇਖ ਲਓ, ਬਾਣੀ ਚ ਇੰਨੀ ਸ਼ਕਤੀ ਹੈ ਤੇ ਜੇ ਆਪਾਂ ਇਸ਼ਾਰਾ ਲੈਂਦੇ ਹਾਂ ਤੇ ਆਪਣਾ ਜੀਵਨ ਉੱਚਾ ਹੋ ਜਾਂਦਾ। ਕਿੰਨਾ ਭਰਮ, ਕਿੰਨਾ ਅਗਿਆਨ, ਕਿੰਨਾ ਵਹਿਮ। ਦੇਖੋ ਉਹਨਾਂ ਨੇ ਫਿਰ ਸਾਨੂੰ ਇਹ ਨਹੀਂ ਦੱਸਿਆ ਕਿ ਸਹੀ ਤੇ ਗਲਤ ਕੀ ਆ, ਉਹਨਾਂ ਨੇ ਦੱਸਿਆ ਕਿ ਗਲਤ ਹੈ ਤੇ ਉਹਦੀ ਪਛਾਣ ਕਿੱਦਾਂ ਕਰਨੀ ਆ, ਉਹ ਵੀ ਦੱਸਣ ਦੇ ਕਬੀਰ ਜੀ। ਬਿਲਕੁਲ। ਔਰ ਇੱਕ ਬੰਨੇ ਉਹ ਵੀ ਦੱਸਣ ਦੇ ਕਿ ਉਹ ਜਿਹੜੇ ਠੱਗ ਏਡੇ ਹੈਗੇ, ਜੇ ਬ੍ਰਹਮ ਗਿਆਨੀ ਵੀ ਆ ਗਿਆ, ਬ੍ਰਹਮਾ ਆ ਗਿਆ, ਤਾਂ ਵੀ ਨਹੀਂ ਉਹਨਾਂ ਦੀ ਸੁਣਨੀ। ਬਿਲਕੁਲ ਨਹੀਂ ਸੁਣਨੀ, ਬਿਲਕੁਲ ਸਹੀ ਗੱਲ ਹੈ। ਇਹਦਾ ਮਤਲਬ ਕਿ ਤੁਸੀਂ ਨਾ ਉਹਨਾਂ ਦੇ ਲਾਗੇ ਚੱਲ ਜੀ, ਉਹਨਾਂ ਨੇ ਸਮਝਾਉਣ, ਉਹਨਾਂ ਨੇ ਤੁਹਾਡੇ ਤੇ ਰੰਗ ਚਾੜ ਦੇਣਾ ਜੋ। ਬਿਲਕੁਲ। ਕਿਉਂਕਿ ਉਹ ਵੈਲ ਕੋਟਡ ਨੇ, ਵੈਲ ਪਲੈਨਡ ਨੇ, ਔਰ ਦੰਦ ਉਹਨਾਂ ਨੇ ਹਾਥੀ ਦੇ ਰੱਖੇ ਨੇ ਬੜੇ ਬੜੇ ਵੱਡੇ, ਦਿਖਾਉਣ ਦੇ ਲਈ, ਪਰ ਖਾਣ ਦੇ ਲਈ ਉਹਨਾਂ ਦੇ ਵੱਖਰੇ ਦੰਦ ਨੇ। ਠੀਕ ਹੈ ਜੀ, ਅੱਜ ਦੀ ਵਿਚਾਰ ਇਸ ਵਿੱਚ ਸਮਾਪਤ। ਬਹੁਤ ਵਧੀਆ ਜੀ, ਬਹੁਤ ਵਧੀਆ।